ਵਾਹਿਗੁਰੂ ਜੀ का खालसा वाहिगुरू जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਿੱਖ ਵੀ ਨਿਕਲਿਆ ਗਿਆ ਭਾਗ 14ਵਾਂ। ਸਿੱਖ ਧਰਮ ਵਿੱਚ ਔਰਤ ਦਾ ਦਰਜਾ। ਹਰ ਧਰਮ ਨੇ ਜੋ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ ਵੀ ਪੈਦਾ ਹੋਇਆ ਨੇ ਔਰਤ ਨੂੰ ਨਰਕ ਦਾ ਦਵਾਰ ਕਿਹਾ ਹੈ ਤੇ ਹਰ ਪੁਆੜੇ ਦੀ ਜੜ ਮੰਨਿਆ ਹੈ। ਔਰਤ ਲਈ ਅਰਥੀ ਨੂੰ ਮੋਢਾ ਦੇਣਾ ਤੇ ਚਿਤਾ ਨੂੰ ਅੱਗ ਲਾਉਣੀ ਮਨਾ ਹੈ। ਸਾਰੇ ਮੰਨਦੇ ਹਨ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ ਤੇ ਭਾਰਤ ਵਿੱਚ ਤੇ ਹੋਰ ਜਿੱਥੇ ਕਿਤੇ ਵੀ ਦਾਜ ਪ੍ਰਥਾ ਹੈ ਉੱਥੇ ਔਰਤ ਹੀ ਔਰਤ ਨੂੰ ਤੰਗ ਕਰਦੀ ਤੇ ਤਸੀਹੇ ਦੇ ਕੇ ਦਾਜ ਲਿਆਉਣ ਲਈ ਕਹਿੰਦੀ ਹੈ। ਮਰਦਾਂ ਨਾਲੋਂ ਵੱਧ ਔਰਤ ਹੀ ਦੂਸਰੀ ਔਰਤ ਦੀ ਸੁੰਦਰਤਾ ਦੀ ਪਛਾਣ ਕਰਦੀ ਹੈ। ਤਾਂ ਹੀ ਤਾਂ ਪਿੰਡਾਂ ਵਿੱਚ ਕਿਸੇ ਦਾ ਵਿਆਹ ਹੋਵੇ ਤਾਂ ਔਰਤਾਂ ਜ਼ਰੂਰ ਹੀ ਵਹੁਟੀ ਵੇਖਣ ਜਾਂਦੀਆਂ ਹਨ, ਪਰ ਲੋਕਾਂ ਵਿੱਚ ਇਹ ਗੱਲ ਵੀ ਮਸ਼ਹੂਰ ਹੈ ਕਿ ਕੋਈ ਔਰਤ ਸੁੰਦਰ ਭਾਵੇਂ ਜਿੰਨੀ ਮਰਜ਼ੀ ਹੋਵੇ, ਜੇ ਉਹਨੂੰ ਖਾਣਾ ਬਣਾਉਣਾ ਨਾ ਆਉਂਦਾ ਹੋਵੇ ਤਾਂ ਉਹ ਬਿਨਾਂ ਸਿੰਗਾਂ ਤੇ ਬਿਨਾਂ ਪੂੰਛ ਦੇ ਮੱਝ ਵਰਗੀ ਹੁੰਦੀ ਹੈ। ਜੇ ਕਿਸੇ ਦੇ ਘਰ ਲੜਕੀ ਜਵਾਨ ਹੋਵੇ ਤੇ ਜੇ ਕੋਈ ਸਿਰ ਫਿਰਿਆ ਮੁੰਡਾ ਉਸ ਘਰ ਦੇ ਗੇੜੇ ਮਾਰਨ ਨੂੰ ਨਾ ਹਟੇ ਤਾਂ ਕਈ ਲੋਕ ਬੜੇ ਸਹਿਜ ਸੁਭਾਅ ਕਹਿੰਦੇ ਹਨ, ਘਰ ਵਿੱਚ ਬੇਰੀ ਹੋਵੇ ਤਾਂ ਵੱਟੇ ਤਾਂ ਵੱਜਣਗੇ ਹੀ। ਮਤਲਬ ਇਹ ਕਿ ਭਾਵੇਂ ਉਸ ਕੁੜੀ ਵਿਚਾਰੀ ਦਾ ਕਸੂਰ ਨਹੀਂ ਵੀ ਹੁੰਦਾ ਤਾਂ ਵੀ ਉਸਦੀ ਹੋਂਦ ਨੂੰ ਹੀ ਮੁਸੀਬਤ ਮੰਨ ਲਿਆ ਜਾਂਦਾ ਹੈ। ਔਰਤ ਨਾ ਤਾਂ ਜਨੇਊ ਪਾ ਸਕਦੀ ਹੈ ਤੇ ਨਾ ਹੀ ਇਸ ਦੀ ਸੁੰਨਤ ਹੋ ਸਕਦੀ ਹੈ। ਗੋਲਡਾ ਮਾਇਰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਸੀ। ਜਦੋਂ ਇੰਦਰਾ ਗਾਂਧੀ ਨੂੰ ਇਜ਼ਰਾਈਲ ਦੇ ਇੱਕ ਮੰਦਰ ਜਿੱਥੇ ਇਸਤਰੀ ਦਾ ਪ੍ਰਵੇਸ਼ ਮਨਾ ਹੈ ਉੱਥੇ ਨਹੀਂ ਲਿਜਾਇਆ ਗਿਆ ਤਾਂ ਇੰਦਰਾ ਦੇ ਬਾਰ-ਬਾਰ ਕਹਿਣ ਕਾਰਨ ਮੰਦਰ ਦੇ ਬਾਹਰ ਇੱਕ ਛੱਜੇ ਜਿਹੇ ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਤਾਂ ਉਸਨੇ ਸਮਝਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਹੋਣ ਕਰਕੇ ਉਸਦਾ ਵਿਸ਼ੇਸ਼ ਸਤਿਕਾਰ ਕੀਤਾ ਗਿਆ ਹੈ। ਪਰ ਜਦੋਂ ਉਸਨੂੰ ਜਗਨਨਾਥਪੁਰੀ ਮੰਦਰ ਵਿੱਚ ਨਾ ਵੜਨ ਦਿੱਤਾ ਗਿਆ ਤਦ ਉਸਨੂੰ ਇਜ਼ਰਾਈਲ ਵਿੱਚ ਇਸਤਰੀਆਂ ਦੇ ਮੰਦਰ ਵਿੱਚ ਨਾ ਜਾ ਸਕਣ ਦੀ ਮਜਬੂਰੀ ਦਾ ਪਤਾ ਲੱਗਾ। ਪਰ ਬ੍ਰਾਹਮਣ ਤੇ ਹੋਰ ਧਾਰਮਿਕ ਲੋਕਾਂ ਨੇ ਅਸਿੱਧੇ ਤੌਰ ਤੇ ਔਰਤ ਦੀ ਹਸਤੀ ਨੂੰ ਮੰਨਿਆ ਵੀ ਹੈ। ਚਾਣਕਿਆ ਨੇ ਕਿਹਾ ਹੈ ਕਿ ਬਦਲਾ ਲੈਣ ਤੇ ਪ੍ਰੇਮ ਕਰਨ ਵਿੱਚ ਔਰਤ ਮਰਦ ਤੋਂ ਅੱਗੇ ਹੁੰਦੀ ਹੈ ਤੇ ਕਈ ਵਾਰ ਮਰਦ ਤੋਂ ਵੀ ਵੱਧ ਨਿਰਦਈ ਹੋ ਜਾਂਦੀ ਹੈ। ਜਦੋਂ ਨਦੀ ਅਤੇ ਨਾਰੀ ਕਿਨਾਰੇ ਲੰਘ ਜਾਣ ਤਾਂ ਫਿਰ ਉਹਨਾਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ। ਪ੍ਰੇਮ ਕਰਨ ਦਾ ਤਾਂ ਪਤਾ ਨਹੀਂ, ਪਰ ਨਫ਼ਰਤ ਕਰਨ ਵਿੱਚ ਤਾਂ ਗੀਤਾ ਮਾਕਨ ਜੋ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੀ ਧੀ ਸੀ ਨੇ ਕੋਲ ਖਲੋ ਕੇ ਸਿੱਖ ਬੀਬੀਆਂ ਦੇ ਬਲਾਤਕਾਰ ਕਰਵਾਏ ਤੇ ਕਤਲ ਕਰਵਾਏ ਸਨ। ਭਾਵੇਂ ਬਾਅਦ ਵਿੱਚ ਉਹ ਤੇ ਉਹਦਾ ਪਤੀ ਲਲਿਤ ਮਾਕਨ ਦੋਵੇਂ ਹੀ ਖਾੜਕੂਆਂ ਹੱਥੋਂ ਮਾਰੇ ਗਏ ਸਨ। ਹਿੰਦੂ ਵੇਦਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਿਸ ਦੇਸ਼ ਵਿੱਚ ਕਾਨੂੰਨ ਤੇ ਇਸਤਰੀ ਦਾ ਸਨਮਾਨ ਨਾ ਹੋਵੇ ਉਹ ਜਲਦੀ ਹੀ ਤਬਾਹ ਹੋ ਜਾਂਦਾ ਹੈ, ਪਰ ਨਾਲ ਹੀ ਬੁਰਾਈ ਕਰਨ ਲੱਗੇ ਵੀ ਉਸਨੂੰ ਕਈ ਗੁਣਾ ਬੁਰਾ ਬਣਾ ਦਿੰਦੇ ਹਨ। ਅਖੇ ਇੱਕ ਵੇਸਵਾ 21 ਹੋਰ ਔਰਤਾਂ ਨੂੰ ਵੇਸਵਾ ਬਣਾਉਂਦੀ ਹੈ ਤਾਂ ਕਿ ਲੋਕ ਉਸ ਇਕੱਲੀ ਨੂੰ ਵੇਸਵਾ ਨਾ ਆਖਣ। ਤੁਲਸੀਦਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਦੇ ਅਧਿਕਾਰੀ, ਅਰਥਾਤ ਨਾਰੀ ਨੂੰ ਵੀ ਗਵਾਰਾਂ, ਪਸ਼ੂਆਂ ਤੇ ਦੂਜਿਆਂ ਨਾਲ ਮਿਲਾ ਦਿੱਤਾ। ਚੀਨ ਵਿੱਚ ਤਾਂ ਜੰਮਦੀ ਲੜਕੀ ਨੂੰ ਹੀ ਲੋਹੇ ਦੀ ਜੁੱਤੀ ਪਵਾ ਦਿੱਤੀ ਜਾਂਦੀ ਸੀ। ਉਹ ਲੜਕੀ ਤਾਂ ਭਰ ਜਵਾਨ ਹੋ ਜਾਂਦੀ ਪਰ ਪੈਰ ਨਿੱਕੇ ਨਿੱਕੇ ਜਿਹੇ ਬੱਚਿਆਂ ਦੇ ਪੈਰਾਂ ਵਰਗੇ ਹੀ ਰਹਿੰਦੇ। ਉਹ ਵਿਚਾਰੀ ਤੁਰ ਕੇ ਕਿਤੇ ਦੂਰ ਨਹੀਂ ਜਾ ਸਕਦੀ ਸੀ, ਬਸ ਕੰਧਾਂ ਕੋਲਿਆਂ ਨੂੰ ਫੜ ਫੜ ਕੇ ਹੀ ਥੋੜੀ ਦੂਰ ਤੱਕ ਜਾ ਸਕਦੀ ਸੀ। ਇਸ ਪਿੱਛੇ ਭਾਵਨਾ ਇਹ ਸੀ ਕਿ ਇਹ ਐਵੇਂ ਕਿਤੇ ਦੁੜੰਗੇ ਨਾ ਮਾਰਦੀ ਫਿਰੇ, ਮਤਾ ਕਿਤੇ ਇਹਦੀ ਕਿਸੇ ਹਰਕਤ ਕਰਕੇ ਪਰਿਵਾਰ ਨੂੰ ਬੇਇੱਜ਼ਤੀ ਦਾ ਮੂੰਹ ਵੇਖਣਾ ਪਵੇ। ਪਰ ਭਾਰਤ ਵਿੱਚ ਤਾਂ ਸੀਤਾ ਨੂੰ ਉਧਾਲਿਆ ਗਿਆ ਤੇ ਉਸਦੀ ਅਗਨੀ ਪ੍ਰੀਖਿਆ ਲੈ ਕੇ ਬਖਸ਼ਿਆ ਫਿਰ ਵੀ ਨਾ ਗਿਆ ਤੇ ਦ੍ਰੋਪਦੀ ਨੂੰ ਨੰਗਾ ਕੀਤਾ ਗਿਆ। ਪਤੀ ਦੀ ਮੌਤ ਤੇ ਕਈਆਂ ਨੂੰ ਨਾਲ ਸਤੀ ਕੀਤਾ ਗਿਆ। ਗਾਂਧੀ ਵਰਗਾ ਲੀਡਰ ਵੀ ਦੱਖਣੀ ਅਫਰੀਕਾ ਵਿੱਚ ਵਿਚਾਰੀ 8 ਮਹੀਨੇ ਦੀ ਗਰਭਵਤੀ ਕਸਤੂਰਬਾ ਕੋਲੋਂ ਘਰ ਆਏ ਮਹਿਮਾਨਾਂ ਦੀ ਟੱਟੀ ਧੁਆਉਂਦਾ ਹੁੰਦਾ ਸੀ ਤੇ ਜੇ ਉਹ ਵਿਚਾਰੀ ਰੋਂਦੀ ਤਾਂ ਕਹਿੰਦਾ ਸੀ, ਰੋਈਦਾ ਨਹੀਂ, ਘਰ ਆਏ ਮਹਿਮਾਨ ਦੀ ਸੇਵਾ ਹੱਸ ਕੇ ਕਰੀਦੀ ਹੈ। ਗਾਂਧੀ ਕਈ ਵਾਰ ਕਸਤੂਰਬਾ ਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਤੇ ਉਸਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਈ ਵਾਰ ਹੋਇਆ ਸੀ। ਜੌਨ ਆਫ ਆਰਕ ਇੱਕ ਮਹਾਨ ਔਰਤ ਹੋਈ ਹੈ। ਉਹ ਬਹੁਤ ਹੀ ਬੁੱਧੀਮਾਨ
ਤੇ ਹੌਸਲੇ ਵਾਲੀ ਮੁਟਿਆਰ ਸੀ ਤੇ ਦੇਸ਼ ਦੀ ਆਜ਼ਾਦੀ ਖਾਤਰ ਲੜੀ ਸੀ। ਪੋਪ ਨੇ ਉਸ ਨੂੰ ਸਿਰਫ ਇਸ ਕਰਕੇ ਮਰਵਾ ਦਿੱਤਾ ਸੀ ਕਿਉਂਕਿ ਉਹ ਉਸ ਨਾਲੋਂ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਗਈ ਸੀ। ਉਸ ਵਿਚਾਰੀ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਤੇ ਦੂਸ਼ਣ ਇਹ ਲਾਇਆ ਗਿਆ ਕਿ ਇਹ ਡੈਣ ਹੈ ਤੇ ਇਸ ਦੇ ਸ਼ੈਤਾਨ ਨਾਲ ਕਾਮ ਸੰਬੰਧ ਹਨ। ਹੁਣ 300 ਸਾਲ ਬਾਅਦ ਲੋਕਾਂ ਦੇ ਦਬਾਅ ਅੱਗੇ ਝੁਕ ਕੇ ਇੱਕ ਦੂਸਰੇ ਪੋਪ ਨੇ ਉਸ ਨੂੰ ਇੱਕ ਮਹਾਨ ਸੰਤ ਐਲਾਨ ਕੀਤਾ ਹੈ ਤੇ ਉਸ ਦੀਆਂ ਹੱਡੀਆਂ ਨੂੰ ਕਬਰ ਵਿੱਚੋਂ ਕੱਢ ਕੇ ਪੂਜਿਆ ਹੈ ਤੇ ਉਸ ਦੀ ਯਾਦ ਵਿੱਚ ਇੱਕ ਆਲੀਸ਼ਾਨ ਗਿਰਜਾ ਬਣਵਾਇਆ ਹੈ। ਹੁਣ ਉਸ ਨੂੰ ਸੰਤ ਜੌਨ ਆਫ ਆਰਕ ਕਿਹਾ ਜਾਂਦਾ ਹੈ, ਇਕੱਲਾ ਜੌਨ ਆਫ ਆਰਕ ਨਹੀਂ। ਬਾਈਬਲ ਵਿੱਚ ਇਹ ਲਿਖਿਆ ਹੈ ਕਿ ਈਸਾ ਕੁਆਰੀ ਮਾਂ ਮਰੀਅਮ ਦੇ ਪੇਟੋਂ ਜੰਮਿਆ ਸੀ। ਸਾਰੀ ਦੁਨੀਆ ਦੀ ਮੈਡੀਕਲ ਸਾਇੰਸ ਇਹ ਗੱਲ ਨਹੀਂ ਮੰਨਦੀ। ਸ਼ਰਮ ਦੇ ਮਾਰੇ ਇੱਕ ਅਮਰੀਕਨ ਨੇ ਇਹ ਸ਼ਬਦ ਕੱਢਣੇ ਚਾਹੇ ਪਰ ਉਸ ਨੂੰ ਸਫਲਤਾ ਨਾ ਮਿਲੀ ਕਿਉਂਕਿ ਇਸ ਤਰ੍ਹਾਂ ਬੇਸ਼ੱਕ ਇੱਕ ਤੱਤ ਹੀ ਹਟਾ ਦਿੱਤਾ ਜਾਵੇ ਤਾਂ ਈਸਾਈਅਤ ਦਾ ਸਾਰਾ ਮਹਿਲ ਹੀ ਢਹਿ ਢੇਰੀ ਹੋ ਜਾਵੇਗਾ। ਬੋਧੀ ਕਹਿੰਦੇ ਹਨ 4 ਫੁੱਟ ਤੋਂ ਅੱਗੇ ਨਾ ਵੇਖੋ, ਜੇ ਕੋਈ ਔਰਤ ਦਿਸ ਵੀ ਪਵੇ ਤਾਂ ਸਿਰਫ ਉਸਦੇ ਪੈਰ ਹੀ ਦਿਸਣ ਤਾਂ ਕਿ ਸਾਰੀ ਔਰਤ ਦਿਖ ਜਾਣ ਤੇ ਕਿਤੇ ਕਾਮ ਹੀ ਨਾ ਉਪਜ ਪਵੇ। ਜੇ ਔਰਤ ਤੇ ਮਰਦ ਦਾ ਕੁਦਰਤੀ ਮੇਲ ਨਾ ਹੋਵੇ ਤਾਂ ਬੋਧੀ ਜੰਮਣ ਹੀ ਕਿੱਥੋਂ। ਜੀਸਸ ਦੀ ਬਹੁਤੀ ਵਿਰੋਧਤਾ ਇੱਕ ਵੇਸਵਾ ਮੈਰੀ ਮੈਕ ਦੀ ਲੇਨ ਦੇ ਘਰ ਰੁਕਣ ਕਰਕੇ ਹੀ ਹੋਈ ਸੀ। ਲੋਕਾਂ ਨੇ ਜੀਸਸ ਨੂੰ ਆਖਿਆ ਕਿ ਮੈਰੀ ਮੈਕ ਦੀ ਲੇਨ ਨੂੰ ਛੱਡ ਦੇ, ਪਰ ਜੀਸਸ ਨਾ ਮੰਨਿਆ। ਇਹ ਕਦਰ ਸੀ ਉਸ ਵੇਲੇ ਦੀ ਔਰਤ ਦੀ। ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਕਸ਼ਾ ਨਹੀਂ ਦਿੱਤੀ ਕਿਉਂਕਿ ਔਰਤ ਛੇਤੀ ਕਿਤੇ ਗੁਰੂ ਨਹੀਂ ਬਣ ਸਕਦੀ, ਚੇਲੀ ਬਹੁਤ ਛੇਤੀ ਬਣ ਜਾਂਦੀ ਹੈ। ਇਸਤਰੀ ਦੀ ਉਤਸੁਕਤਾ ਆਪਣੇ ਤੱਕ ਹੀ ਹੁੰਦੀ ਹੈ। ਇਸਤਰੀ ਅੰਤਰਮੁਖੀ ਹੁੰਦੀ ਹੈ ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦਾ ਹੈ। ਔਰਤ ਲਈ ਗੁਰੂ ਬਣਨਾ ਉਨਾ ਹੀ ਔਖਾ ਹੁੰਦਾ ਹੈ ਜਿੰਨਾ ਬੰਦੇ ਲਈ ਮਾਂ ਬਣਨਾ। ਇਸਤਰੀ ਆਪਣੇ ਘਰ ਜਾਂ ਵੱਧ ਤੋਂ ਵੱਧ ਗੁਆਂਢੀਆਂ ਤੱਕ ਰੁਚੀ ਰੱਖਦੀ ਹੈ, ਪਰ ਮਰਦ ਤਾਂ ਦੂਜੇ ਮੁਲਕਾਂ ਤੱਕ ਵੀ ਰੁਚੀ ਰੱਖਦਾ ਹੈ। ਨੈਪੋਲੀਅਨ ਦੀ ਪਤਨੀ ਦਾ ਨਾਂ ਜੋਸੇਫਾਈਨ ਸੀ। ਉਸਨੇ ਸਾਰੀ ਜ਼ਿੰਦਗੀ ਅਹੁਦੇ ਤੇ ਇਤਬਾਰ ਨਾ ਕੀਤਾ। ਇਸੇ ਤਰ੍ਹਾਂ ਹੀ ਹਿਟਲਰ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ। ਉਸ ਨੂੰ ਸ਼ੱਕ ਸੀ ਕਿ ਕਿਤੇ ਇਹ ਦੁਸ਼ਮਣ ਨਾਲ ਮਿਲੀ ਹੋਈ ਨਾ ਹੋਵੇ ਤੇ ਜਦੋਂ ਵਿਆਹ ਕਰਵਾਇਆ ਕੁਝ ਮਿੰਟਾਂ ਬਾਅਦ ਹੀ ਦੋਵਾਂ ਨੇ ਆਤਮ ਹੱਤਿਆ ਕਰ ਲਈ। ਆਕਸਫੋਰਡ ਯੂਨੀਵਰਸਿਟੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਅਸੀਂ ਮੁਲਕ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਹੀਂ ਦੇਣੀ। ਇੰਗਲੈਂਡ ਵਿੱਚ ਮਰਦ ਤੇ ਔਰਤ ਨੂੰ ਬਰਾਬਰ ਦਾ ਦਰਜਾ ਹੈ, ਪਰ ਕਦੇ ਵੀ ਕਿਸੇ ਨੇ ਇੰਗਲੈਂਡ ਦੀ ਕਿਸੇ ਦੁਕਾਨ ਦਾ ਨਾਂ ਜੋਹਨ ਐਂਡ ਡਾਟਰ ਨਹੀਂ ਵੇਖਿਆ ਹੋਣਾ, ਜਦੋਂ ਕਿ ਫਲਾਣਾ ਐਂਡ ਸਨ, ਫਲਾਣਾ ਐਂਡ ਸੰਜ਼ ਆਮ ਨਾਂ ਹਨ। ਕਈ ਦੇਸ਼ਾਂ ਵਿੱਚ ਔਰਤ ਨੂੰ ਅਜੇ ਵੀ ਕੁਦਰਤ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ। ਕਿਲੋਪੈਟਰਾ ਦੁਨੀਆ ਦੀ ਖੂਬਸੂਰਤ ਔਰਤ ਗਿਣੀ ਗਈ। ਪੂਰੇ ਅੱਧੇ ਦਿਨ ਵਿੱਚ ਉਹ ਆਪਣਾ ਮੇਕਅਪ ਕਰਦੀ ਸੀ, ਪਰ ਉਸ ਦਾ ਜੋ ਹਸ਼ਰ ਹੋਇਆ ਉਸ ਦੇ ਬਾਹਾਂ ਕੱਟੇ ਬੁੱਤ ਨੂੰ ਵੇਖ ਕੇ ਹੀ ਸਮਝ ਲੱਗ ਜਾਂਦੀ ਹੈ। ਆਮ ਤੌਰ ਤੇ ਜੇ ਕਿਤੇ ਝਗੜੇ ਦੀ ਗੱਲ ਹੋਵੇ ਤਾਂ ਲੋਕ ਕਹਿੰਦੇ ਹਨ ਝਗੜੇ ਕੀ ਜੜ 3 ਜਰ ਜੋਰੂ ਔਰ ਜ਼ਮੀਨ, ਅਰਥਾਤ ਔਰਤ ਨੂੰ ਵੀ ਪੈਸੇ ਧੇਲੇ ਤੇ ਜ਼ਮੀਨ ਵਰਗੀਆਂ ਜੜ ਚੀਜ਼ਾਂ ਨਾਲ ਗਿਣ ਲਿਆ ਜਾਂਦਾ ਹੈ। ਔਰਤ ਨੂੰ ਬਦਨਾਮ ਕਰਨ ਲਈ ਵੀ ਬਹੁਤ ਗੱਲਾਂ ਪ੍ਰਚਲਿਤ ਹਨ। ਜਿਵੇਂ ਕਈਆਂ ਫਿਲਾਸਫਰਾਂ ਨੇ ਕਿਹਾ ਹੈ ਕਿ ਆਪਣੇ ਘਰ ਦੀ ਔਰਤ ਨੂੰ ਸੱਚ ਨਾ ਦੱਸਣਾ ਸੀਨੇ ਵਿੱਚ ਬਿੱਛੂ ਪਾਲਣ ਦੇ ਬਰਾਬਰ ਹੈ, ਪਰ ਮੁਸੀਬਤ ਨਾਂ ਦੀ ਚੀਜ਼ ਵੀ ਔਰਤ ਹੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ, ਜੁੱਤੀ ਤੇ ਜਨਾਨੀ ਜਿੰਨੀ ਨੇੜੇ ਹੋਵੇ ਉਨਾ ਹੀ ਚੰਗਾ ਹੁੰਦਾ ਹੈ। ਰੰਨ ਗਿਆਨਣ ਭੇਡ ਇਸ਼ਨਾਨਣ। ਹਿੰਦੂ ਧਰਮ ਵਿੱਚ ਇਹ ਗੱਲ ਆਮ ਮਸ਼ਹੂਰ ਰਹੀ ਹੈ। ਮੁਸਲਮਾਨਾਂ ਨੇ ਔਰਤ ਨੂੰ ਤਬਾਹ ਬਾਨੋ ਵੀ ਕਿਹਾ ਹੈ। ਉਸ ਦਾ ਖਿਆਲ ਹੈ ਕਿ ਔਰਤ ਨੁਕਸਾਨ ਵਾਲਾ ਕੰਮ ਕਰਨ ਦੀ ਜ਼ਿੰਮੇਵਾਰ ਹੁੰਦੀ ਹੈ, ਭਾਵੇਂ ਸਾਰਾ ਕੰਮ ਉਸ ਦਾ ਖਾਵੰਦ ਹੀ ਕਿਉਂ ਨਾ ਕਰੇ। ਪੂਰੀ ਦੁਨੀਆ ਵਿੱਚ ਔਰਤ ਨੂੰ ਤਿਰਸਕਾਰ ਭਰੀ ਨਜ਼ਰ ਨਾਲ ਹੀ ਵੇਖਿਆ ਗਿਆ ਹੈ, ਪਰ ਸਿੱਖ ਬੀਬੀਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਿੱਖ ਧਰਮ ਨੇ ਦਿੱਤੀ ਹੈ, ਓਨੀ ਆਜ਼ਾਦੀ ਤਾਂ ਅੱਜ ਯੂਰਪੀਅਨ ਦੇਸ਼ਾਂ ਵਿੱਚ ਅਜੇ ਵੀ ਨਹੀਂ ਮਿਲੀ। ਸਿੱਖ ਧਰਮ ਵਿੱਚ ਕਿੱਥੇ ਲਿਖਿਆ ਹੈ ਕਿ ਔਰਤ ਜਥੇਦਾਰ ਬਣ ਕੇ ਫੌਜ ਦੀ ਕਮਾਂਡ ਨਹੀਂ ਕਰ ਸਕਦੀ? ਇਹ ਕਿੱਥੇ ਲਿਖਿਆ ਹੈ ਕਿ ਉਸ ਨੂੰ ਮੁਨਸਿਬ ਬਣ ਕੇ ਨਿਆਂ ਕਰਨ ਦਾ ਹੱਕ ਨਹੀਂ?
ਇਹ ਕਿੱਥੇ ਲਿਖਿਆ ਹੈ ਕਿ ਉਹ ਘਰ ਦੀ ਚਾਰ ਦੀਵਾਰੀ ਵਿੱਚੋਂ ਨਿਕਲ ਕੇ ਰਾਜ ਕਾਜ ਦਾ ਕੰਮ ਨਹੀਂ ਸੰਭਾਲ ਸਕਦੀ। ਜੋ ਹੱਕ ਹਕੂਕ ਸਿੱਖ ਮਰਦ ਨੂੰ ਹਨ ਉਹ ਹੀ ਸਿੱਖ ਬੀਬੀਆਂ ਨੂੰ ਵੀ ਹਨ, ਪਰ ਸਿੱਖ ਧਰਮ ਦਾ ਬੇੜਾ ਜਿੰਨਾ ਅੱਜ ਸਿੱਖ ਬੀਬੀਆਂ ਨੇ ਗਰਕ ਕੀਤਾ ਹੈ ਉਨਾ ਸ਼ਾਇਦ ਸਿੱਖਾਂ ਨੇ ਵੀ ਨਹੀਂ ਕੀਤਾ। ਸ਼ਹਿਰਾਂ ਵਿੱਚ ਇਹ ਕਰਵਾ ਚੌਥ ਦੇ ਵਰਤ ਰੱਖਦੀਆਂ ਹਨ। ਵੀਰੋ ਕੁੜੀ ਦਾ ਕਰਵੜਾ ਵਟਾਉਂਦੀਆਂ ਹਨ, ਭਰਵੱਟੇ ਮਨਵਾਉਂਦੀਆਂ ਹਨ। ਵਿਆਹ ਤੋਂ ਇੱਕ ਦਿਨ ਪਹਿਲਾਂ ਜਾਂ ਵਿਆਹ ਵਾਲੇ ਦਿਨ ਹੀ ਬਿਊਟੀ ਪਾਰਲਰ ਜਾ ਕੇ ਉਹ ਸਭ ਕੁਝ ਕਰਵਾਉਂਦੀਆਂ ਹਨ ਜੋ ਸਿੱਖ ਧਰਮ ਵਿੱਚ ਮਨਾ ਹੈ। ਅੱਧੇ ਨਾ ਰੱਖਣੇ, ਅੱਗੋਂ ਬੱਚਿਆਂ ਨੂੰ ਵੀ ਸਿੱਖੀ ਤੋਂ ਪਤਿਤ ਕਰਕੇ ਹਿੰਦੂਤਵ ਵੱਲ ਮੋੜਨਾ, ਜਾਣ ਬੁੱਝ ਕੇ ਪੰਜਾਬੀ ਦੀ ਥਾਂ ਹਿੰਦੀ ਬੋਲਣੀ। ਜੇ ਇਹ ਚਾਹੁੰਦੀਆਂ ਤਾਂ ਸਿੱਖ ਧਰਮ ਵੱਲੋਂ ਬਖਸ਼ੀ ਗਈ ਵਡਿਆਈ ਦਾ ਬਦਲਾ ਚੁਕਾਉਣ ਲਈ ਆਪਣੇ ਪਿਓਆਂ, ਪਤੀਆਂ ਤੇ ਭਰਾਵਾਂ ਨੂੰ ਵੀ ਪਤਿਤ ਹੋਣ ਤੋਂ ਵਰਜ ਸਕਦੀਆਂ ਸਨ। ਜੇ ਮਾਈ ਭਾਗੋ ਬੇਦਾਵਾ ਦੇ ਆਏ ਸਿੰਘਾਂ ਦੀ ਅਗਵਾਈ ਕਰਕੇ ਟੁੱਟੀ ਗੰਢ ਸਕਦੀ ਸੀ ਤਾਂ ਇਹ ਕਿਉਂ ਨਹੀਂ ਸਨ ਕੁਝ ਕਰ ਸਕਦੀਆਂ। ਸਿੱਖ ਧਰਮ ਵਿੱਚ ਸਿੱਖ ਬੀਬੀਆਂ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ, ਪਰ ਇਸ ਧਰਮ ਦੇ ਅਹਿਸਾਨਮੰਦ ਹੋਣ ਦੀ ਥਾਂ ਇਹ ਉਸ ਧਰਮ ਵੱਲ ਵੱਧ ਪ੍ਰੇਰਿਤ ਹੋਈਆਂ ਹਨ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਇਹ ਫਰਮਾਇਸ਼ ਕਰਦੀਆਂ ਹਨ ਆਪਣੇ ਪਿਓ ਨੂੰ ਤੇ ਉਹ ਰੱਚੜ 3 ਗਿੱਠ ਲੰਮੀ ਦਾੜੀ ਲੈ ਕੇ, ਗਾਤਰੇ ਕਿਰਪਾਨ ਪਾ ਕੇ, ਹੱਥ ਵਿੱਚ ਝੋਲਾ ਫੜ ਕੇ ਇਹਨਾਂ ਲਈ ਕਰਵਾ ਚੌਥ ਤੇ ਹੋਰ ਕਈ ਤਰ੍ਹਾਂ ਦੇ ਵਰਤ ਰੱਖਣ ਲਈ ਬਾਜ਼ਾਰੋਂ ਫੇਣੀਆਂ ਤੇ ਖੇਸਵਾ ਖਰੀਦਦਾ ਫਿਰਦਾ ਹੈ। ਅੱਜ ਇਹਨਾਂ ਸ਼ਹਿਰੀ ਲੋਕਾਂ ਨੇ ਰਲ ਮਿਲ ਕੇ ਸਿੱਖ ਧਰਮ ਨੂੰ ਹਾਸੋਹੀਣਾ ਬਣਾ ਧਰਿਆ ਹੈ। ਵੀਰੋ ਕੁੜੀਏ ਕਰਵੜਾ, ਵਾਹਣ ਪੈਰ ਪਾਈ ਨਾ, ਸੁੱਤੇ ਨੂੰ ਜਗਾਈ ਨਾ। ਜਦੋਂ ਇਹ ਸਾਰੇ ਖੇਖਣ ਹੋ ਰਹੇ ਹੁੰਦੇ ਹਨ ਤਾਂ ਘਰ ਦੇ ਮਰਦ ਵੀ ਕੁੱਤੇ ਵਾਂਗ ਦੰਦੀਆਂ ਕੱਢ ਕੱਢ ਕੇ ਹੱਸ ਰਹੇ ਹੁੰਦੇ ਹਨ। ਗੁਰਦੁਆਰੇ ਦੇ ਭਾਈ ਗੁਰਦੁਆਰਿਆਂ ਵਿੱਚੋਂ ਵੀਰੋ ਕੁੜੀ ਦੀ ਕਥਾ ਸੁਣਾਉਂਦੇ ਹਨ। ਮੇਰੇ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਹਰਨਾਮ ਸਿੰਘ ਨੇ ਵੀਰੋ ਕੁੜੀ ਦੀ ਕਥਾ ਸ਼ਰੇਆਮ ਸੁਣਾਈ ਸੀ। ਲਾਨਤ ਹੈ ਇਹੋ ਜਿਹੇ ਸਿੱਖਾਂ ਦੇ ਝੂਠ ਕਿਸੇ ਥਾਂ ਦੀ। ਜਿਹੜੀਆਂ ਸਿੱਖ ਬੀਬੀਆਂ ਇਹ ਸਾਰੇ ਬ੍ਰਾਹਮਣਵਾਦੀ ਟਸਨ ਕਰਦੀਆਂ ਹਨ ਉਹ ਸਭ ਅਕਿਰਤਕਣ ਹਨ ਜਿਨ੍ਹਾਂ ਤੇ ਸਿੱਖ ਧਰਮ ਵਿੱਚ ਕੋਈ ਪਾਬੰਦੀ ਨਹੀਂ। ਫਿਰ ਵੀ ਇਹ ਹਿੰਦੂ ਔਰਤਾਂ ਦੀ ਵੇਖਾ ਵੇਖੀ ਭੱਜ ਭੱਜ ਕੇ ਹਿੰਦੂ ਧਰਮ ਵੱਲ ਚਲੀਆਂ ਗਈਆਂ ਹਨ ਤੇ ਅੱਜ ਸਿੱਖ ਸਮੇਤ ਇਹ ਵੀ ਹਿੰਦੂ ਅਜਗਰ ਦੇ ਮੂੰਹ ਵਿੱਚ ਹਨ। ਜਦੋਂ ਸਿੱਖਾਂ ਤੇ ਇਹੋ ਜਿਹੇ ਮੁਕੱਦਮੇ ਵੀ ਬਣੇ। ਮੇਰੇ ਤੇ ਇੱਕ ਕੇਸ 153B ਅਧੀਨ ਦਰਜ ਕੀਤਾ ਗਿਆ ਜਿਸ ਦਾ ਮਤਲਬ ਹੁੰਦਾ ਹੈ ਰਾਸ਼ਟਰੀ ਏਕਤਾ ਤੇ ਉਲਟ ਪ੍ਰਭਾਵ ਪਾਉਣ ਵਾਲੇ ਲੱਛਣ ਤੇ ਭਾਸ਼ਣ ਕਰਨਾ। ਜੇ ਇਹ ਦੋਸ਼ ਸਿੱਧ ਹੋ ਜਾਵੇ ਤਾਂ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਤੇ ਜਾਂ ਦੋਵੇਂ ਹੋ ਸਕਦੇ ਹਨ। ਇਹ ਕੇਸ ਵਿੱਚ ਮੇਰੀ ਜ਼ਮਾਨਤ ਹੋ ਚੁੱਕੀ ਸੀ, ਪਰ ਜਦੋਂ ਮੈਂ ਇੱਕ ਹੋਰ ਕੇਸ 212/216 ਦੀ ਤਾਰੀਖ ਭੁਗਤਣ ਗਿਆ ਤਾਂ ਜੱਜ ਨੇ ਮੇਰੇ ਇਹ ਦੋਵੇਂ ਕੇਸ ਵਿਸ਼ੇਸ਼ ਜੱਜ ਦੀ ਅਦਾਲਤ ਵਿੱਚ ਭੇਜ ਦਿੱਤੇ ਤੇ ਮੈਨੂੰ ਉਸ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਕਰਕੇ ਅਗਲੀ ਤਾਰੀਖ ਪਾ ਦਿੱਤੀ। ਸਰਕਾਰੀ ਵਕੀਲ ਨੇ ਮੇਰੀ ਜ਼ਮਾਨਤ ਵੀ ਰੱਦ ਕਰਨ ਦੀ ਦਰਖਾਸਤ ਦਿੱਤੀ, ਪਰ ਜੱਜ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਕੇਸਾਂ ਵਿੱਚ ਇੱਕ ਵਾਰ ਜ਼ਮਾਨਤ ਹੋ ਜਾਵੇ ਤੇ ਮੁਲਜ਼ਮ ਬਕਾਇਦਾ ਪੇਸ਼ੀ ਤੇ ਹਾਜ਼ਰ ਹੋ ਰਿਹਾ ਹੋਵੇ ਤਾਂ ਜ਼ਮਾਨਤ ਰੱਦ ਕਿਉਂ ਕੀਤੀ ਜਾਵੇ। ਇਸ ਤਰ੍ਹਾਂ ਜ਼ਮਾਨਤ ਤਾਂ ਕਾਇਮ ਰਹੀ ਪਰ ਅਦਾਲਤ ਬਦਲ ਗਈ। ਪਹਿਲੇ ਕੇਸ ਵਿੱਚ ਜਦੋਂ ਮੈਂ ਦੂਸਰੀ ਅਦਾਲਤ ਵਿੱਚ ਤਾਰੀਖ ਪੇਸ਼ੀ ਤੇ ਗਿਆ ਤਾਂ ਮੇਰਾ ਵਕੀਲ ਕਪੂਰਥਲੇ ਕਿਸੇ ਕੇਸ ਦੀ ਬਹਿਸ ਲਈ ਗਿਆ ਹੋਇਆ ਸੀ। ਨਵੀਂ ਅਦਾਲਤ ਵਿੱਚ ਮੇਰਾ ਕੇਸ ਫਰਦ ਜ਼ੁਰਮ ਲੱਗਣ ਵਾਸਤੇ ਬਹਿਸ ਤੇ ਸੀ। ਆਵਾਜ਼ ਪਈ ਤਾਂ ਮੈਂ ਜਾ ਕੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਵਕੀਲ ਸਾਹਿਬ ਕਪੂਰਥਲੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਗਏ ਹੋਏ ਹਨ। ਮੇਰੇ ਇਹ ਕਹਿਣ ਤੇ ਜੱਜ ਸਾਹਿਬ ਭੱਜ ਕੇ ਮੈਨੂੰ ਪਏ। ਇਹ ਕੀ ਮਤਲਬ ਹੋਇਆ? ਮੈਂ ਉਹਨੂੰ ਉਡੀਕਦਾ ਰਵਾਂ? ਇਹ ਅਦਾਲਤ ਨਹੀਂ। ਫਿਰ ਉਹਨਾਂ ਨੇ ਮੈਨੂੰ 2 ਘੰਟੇ ਦਾ ਸਮਾਂ ਦੇ ਦਿੱਤਾ, ਪਰ ਮੇਰਾ ਵਕੀਲ ਫਿਰ ਵੀ ਨਾ ਆਇਆ। ਫਿਰ ਆਵਾਜ਼ ਪਈ। ਮੈਂ ਫਿਰ ਇਹੋ ਹੀ ਕਿਹਾ ਕਿ ਉਹ ਅਜੇ ਤੱਕ ਨਹੀਂ ਆਏ। ਜੱਜ ਸਾਹਿਬ ਨੇ ਪੱਕਾ ਸਮਾਂ 2 ਵਜੇ ਦਾ ਦੇ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਵਕੀਲ ਆਵੇ ਤੇ ਭਾਵੇਂ ਨਾ ਆਵੇ, ਮੈਂ ਇਹ ਕੇਸ ਸੁਣਨਾ ਹੀ ਸੁਣਨਾ ਹੈ। ਮੈਂ ਬਹੁਤ ਮੁਸੀਬਤ ਵਿੱਚ ਫਸ ਗਿਆ। ਪਹਿਲਾਂ ਮੈਂ ਸੋਚਿਆ ਕਪੂਰਥਲਿਓਂ ਵਕੀਲ ਨੂੰ ਸੱਦ ਲਿਆਵਾਂ ਤੇ ਫਿਰ ਸੋਚਿਆ ਇਹ ਨਾ ਹੋਵੇ ਕਿ ਮੈਂ ਉੱਥੇ ਚਲਾ ਜਾਵਾਂ ਤੇ ਉਹ ਇੱਥੇ ਆ ਜਾਵੇ। ਉਦੋਂ 12:30 ਵੱਜ ਚੁੱਕੇ ਸਨ। ਫਿਰ ਮੈਂ ਇਹ ਵੀ ਸੋਚਿਆ ਕਿ ਹੋ ਸਕਦਾ ਹੈ ਮੈਂ ਉੱਥੇ ਜਾਵਾਂ ਪਰ ਉਹ ਬਹਿਸ ਵਿੱਚ ਫਸਿਆ ਹੋਣ ਕਰਕੇ ਮੇਰੇ ਨਾਲ ਹੀ ਨਾ ਆਵੇ। ਫਿਰ ਮੈਂ ਆਪਣੇ ਦਿਲ ਨੂੰ ਇਹ ਕਹਿ ਕੇ ਵੀ
ਤਸੱਲੀ ਦੇ ਲਵਾਂ ਕਿ ਉਹ ਉੱਥੇ ਕੋਈ ਵਿਆਹ ਤੇ ਤਾਂ ਗਿਆ ਹੀ ਨਹੀਂ ਜਿਹੜਾ ਉਹਨੇ ਉੱਥੇ ਹੀ ਬੈਠੇ ਰਹਿਣਾ ਹੈ। ਕੀ ਪਤਾ ਉੱਥੋਂ ਤੁਰ ਹੀ ਪਿਆ ਹੋਵੇ। ਮੈਂ ਇਹ ਸੋਚ ਕੇ ਵੀ ਕਪੂਰਥਲੇ ਨਾ ਗਿਆ ਕਿ ਜੇ ਮੈਂ 2 ਵਜੇ ਅਦਾਲਤ ਵਿੱਚ ਹਾਜ਼ਰ ਨਾ ਹੋਇਆ ਤਾਂ ਜੱਜ ਨੇ ਜ਼ਮਾਨਤ ਰੱਦ ਕਰ ਦੇਣੀ ਹੈ। ਇੱਥੋਂ ਹੀ ਸਿੱਧਾ ਜੇਲ੍ਹ ਜਾਣਾ ਪਊ। ਸਭ ਕੁਝ ਸੋਚ ਕੇ ਮੈਂ ਉੱਥੇ ਹੀ ਰਿਹਾ। ਫਿਰ 1.5 ਘੰਟਾ ਮੇਰਾ ਬੜਾ ਔਖਾ ਗੁਜ਼ਰਿਆ। ਮੈਨੂੰ ਆਪਣੇ ਵਕੀਲ ਤੇ ਵੀ ਬਹੁਤ ਗੁੱਸਾ ਆਵੇ ਕਿ ਜਦੋਂ ਉਹਨੇ ਪੂਰੀ ਫੀਸ ਲਈ ਹੈ ਤਾਂ ਫਿਰ ਕੇਸ ਤੇ ਪੇਸ਼ ਨਾ ਹੋਣ ਦਾ ਕੀ ਮਤਲਬ। ਮੁਨਸ਼ੀ ਨੂੰ ਪੁੱਛਾਂ ਤਾਂ ਉਹ ਆਖੇ ਜੀ ਮੈਨੂੰ ਕੀ ਪਤਾ, ਕਹਿ ਕੇ ਤੇ ਗਏ ਸੀ ਭਈ ਮੈਂ ਛੇਤੀ ਆ ਜਾਣਾ ਹੈ, ਪਰ ਆਏ ਅਜੇ ਤੱਕ ਨਹੀਂ। ਜੇ ਮੈਂ ਉਹਨੂੰ ਆਖਾਂ ਕਿ ਤੂੰ 2 ਵਜੇ ਜੱਜ ਸਾਹਿਬ ਨੂੰ ਵਕੀਲ ਦੇ ਨਾ ਆਉਣ ਕਰਕੇ ਤਾਰੀਖ ਦੇਣ ਲਈ ਆਖਾਂ ਤਾਂ ਉਹ ਕੰਨਾਂ ਨੂੰ ਹੱਥ ਲਾਵੇ, ਆਖੇ ਇਹ ਜੱਜ ਬੜਾ ਕੁਪੱਤਾ ਹੈ, ਇਹ ਤਾਂ ਤੁਰਿਆ ਜਾਂਦਿਆਂ ਨੂੰ ਬੰਨਣ ਵਾਲਾ ਹੈ। ਮੇਰੀ ਤੌਬਾ, ਮੈਂ ਨਹੀਂ ਜਾਣਾ। ਪੂਰੇ 2 ਵਜੇ ਮੇਰੇ ਨਾਂ ਦੀ ਆਵਾਜ਼ ਪੈ ਗਈ। ਮੈਂ ਅੰਦਰ ਜਾ ਕੇ ਫੇਰ ਇਹੋ ਹੀ ਕਿਹਾ, ਜੀ ਵਕੀਲ ਸਾਹਿਬ ਤਾਂ ਆਏ ਨਹੀਂ, ਕਿਰਪਾ ਕਰਕੇ ਤਾਰੀਖ। ਅਜੇ ਗੱਲ ਮੈਂ ਪੂਰੀ ਵੀ ਨਹੀਂ ਸੀ ਕੀਤੀ ਕਿ ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਕਿਹਾ, ਸ਼ੁਰੂ ਕਰੋ। ਮੈਂ ਵੀ ਉੱਥੇ ਹੀ ਖੜਾ ਰਿਹਾ। ਡਰ ਤੇ ਗੁੱਸੇ ਦੇ ਰਲੇ ਮਿਲੇ ਪ੍ਰਭਾਵ ਕਰਕੇ ਮੇਰੀਆਂ ਗੱਲਾਂ ਵਿੱਚੋਂ ਸੇਕ ਨਿਕਲ ਰਿਹਾ ਸੀ। ਜੇਲ੍ਹ ਮੈਨੂੰ ਸਾਫ਼ ਨਜ਼ਰ ਆ ਰਹੀ ਸੀ, ਪਰ ਮੈਂ ਦਿਲ ਨੂੰ ਵੀ ਤਸੱਲੀ ਦੇ ਲੈਂਦਾ, ਜੇਲ੍ਹ ਕਿਹੜੀ ਨਵੀਂ ਹੈ, ਅੱਗੇ ਕਿਹੜਾ ਕਦੀ ਵੇਖੀ ਨਹੀਂ। ਵਕੀਲ ਨੇ ਕੇਸ ਸ਼ੁਰੂ ਕੀਤਾ। ਕੁਲਬੀਰ ਸਿੰਘ ਪੁੱਤਰ ਬੁੱਢਾ ਸਿੰਘ, ਕੌਮ ਕੰਬੋ ਵਾਸੀ, ਬਸਤੀ ਪੀਰ ਦਾਦ ਖਾਲਿਸਤਾਨ ਦਾ ਹਮਾਇਤੀ ਹੈ। ਕਪੂਰਥਲਾ ਰੋਡ, ਬਸਤੀ ਬਾਵਾ ਖੇਲ ਅੱਡੇ ਦੇ ਕੋਲ ਇਸਨੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ। ਇਸ ਦੇ ਹੱਥ ਵਿੱਚ ਖਾਲਿਸਤਾਨ ਦਾ ਝੰਡਾ ਸੀ। ਇਸ ਝੰਡੇ ਨੂੰ ਲਹਿਰਾ ਲਹਿਰਾ ਕੇ ਇਹ ਖਾਲਿਸਤਾਨ ਦੇ ਨਾਅਰੇ ਲਾਉਂਦਾ ਕਪੂਰਥਲਾ ਰੋਡ ਤੇ ਤੁਰਿਆ ਜਾਂਦਾ ਸੀ। ਪੁਲਿਸ ਪਾਰਟੀ ਜਿਸਨੇ ਆਮ ਚੈਕਿੰਗ ਲਈ ਉੱਥੋਂ ਕੋਈ 3 ਕੁ ਫਰਲਾਂਗ ਤੇ ਨਹਿਰ ਦੇ ਪੁਲ ਤੇ ਨਾਕਾ ਲਾਇਆ ਹੋਇਆ ਸੀ ਨੂੰ ਜਦੋਂ ਮੁਖਬਰ ਖਾਸ ਨੇ ਆ ਕੇ ਦੱਸਿਆ ਤਾਂ ਗੁਰਦੀਪ ਸਿੰਘ ASI ਨਾਲ ਸਿਪਾਹੀ ਫਲਾਣਾ 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 ਮੌਕੇ ਤੇ ਗਏ ਤਾਂ ਉਹਨਾਂ ਨੇ ਇਸ ਨੂੰ ਬੜਾ ਸਮਝਾਇਆ ਕਿ ਇਸ ਤਰ੍ਹਾਂ ਨਾ ਕਰ, ਪਰ ਇਹ ਨਹੀਂ ਮੰਨਿਆ। ਲੰਬਰਦਾਰ ਗੁਰਦੀਪ ਸਿੰਘ ਨੇ ਵੀ ਆ ਕੇ ਇਸ ਨੂੰ ਬੜਾ ਸਮਝਾਇਆ, ਪਰ ਇਹ ਟਸ ਤੋਂ ਮਸ ਨਹੀਂ ਹੋਇਆ ਤੇ ਨਾਅਰੇ ਲਾਈ ਗਿਆ। ਹੋਰ ਕੋਈ ਚਾਰਾ ਨਾ ਵੇਖ ਕੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਮੇਰੀ ਅਦਾਲਤ ਅੱਗੇ ਬੇਨਤੀ ਹੈ ਕਿ ਇਸ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੇਸ਼ ਨੂੰ ਤੋੜਨ ਵਾਲਿਆਂ ਨੂੰ ਕੰਨ ਹੋ ਜਾਣ। ਵਕੀਲ ਦੀ ਗੱਲ ਮੁੱਕਣ ਤੇ ਜੱਜ ਸਾਹਿਬ ਨੇ ਮੈਨੂੰ ਕਿਹਾ, ਜਿਸ ਤਰ੍ਹਾਂ ਇਹ ਵਕੀਲ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਹੀ ਹੋਇਆ ਸੀ। ਮੈਂ ਕਿਹਾ, ਨਹੀਂ ਜੀ, ਇਹ ਸਾਰੀ ਗੱਲ ਝੂਠੀ ਹੈ। ਅਜੇ ਮੇਰੇ ਮੂੰਹ ਵਿੱਚ ਹੀ ਇਹ ਸ਼ਬਦ ਸਨ ਕਿ ਜੱਜ ਸਾਹਿਬ ਨੇ ਕਟਹਿਰੇ ਵੱਲ ਹੱਥ ਕਰਕੇ ਕਿਹਾ, ਇੱਥੇ ਆ ਕੇ ਗੱਲ ਕਰੋ। ਮੈਂ ਕਟਹਿਰੇ ਵਿੱਚ ਖਲੋ ਗਿਆ। ਇਹ ਗੱਲ ਤਾਂ ਹੁਣ ਪੱਕੀ ਸੀ ਕਿ ਕੇਸ ਸੁਣ ਲਿਆ ਜਾਣਾ ਸੀ ਤੇ ਮੇਰੀ ਕਿਸਮਤ ਦਾ ਫੈਸਲਾ ਵੀ ਮੇਰੀਆਂ ਕਹੀਆਂ ਹੋਈਆਂ ਗੱਲਾਂ ਤੇ ਦਿੱਤੀ ਹੋਈ ਸਫਾਈ ਤੇ ਹੀ ਮੁੱਕਣਾ ਸੀ। ਮੈਂ ਕਿਹਾ, ਜੀ ਇਹ ਸਾਰੀ ਬਣੀ ਬਣਾਈ ਕਹਾਣੀ ਹੈ ਜਿਸ ਦਾ ਕੋਈ ਮੂੰਹ ਸਿਰ ਨਹੀਂ ਤੇ ਇਹ ਸਾਰੀ ਗੱਲ ਝੂਠੀ ਹੈ। ਜੱਜ ਸਾਹਿਬ ਨੇ ਪੁੱਛਿਆ, ਹੋਇਆ ਕੀ ਸੀ? ਮੈਂ ਕਿਹਾ, ਜੀ ਮੇਰੀ ਇੱਕ ਬੇਨਤੀ ਹੈ ਕਿ ਮੈਂ ਵਕੀਲ ਨਹੀਂ, ਇਸ ਲਈ ਮੇਰੀ ਦੱਸੀ ਹੋਈ ਗੱਲ ਤੋਂ ਬਾਅਦ ਮੇਰੇ ਵਕੀਲ ਨੂੰ ਵੀ ਸੁਣ ਲਿਆ ਜਾਵੇ। ਜੱਜ ਸਾਹਿਬ ਨੇ ਕਿਹਾ, ਜੇ ਗੱਲ ਹੁੰਦਿਆਂ ਹੁੰਦਿਆਂ ਆ ਗਏ ਤਾਂ ਸੁਣ ਲਵਾਂਗੇ। ਮੈਂ ਕਹਿਣਾ ਸ਼ੁਰੂ ਕੀਤਾ, ਜਨਾਬ ਮੈਂ ਇੱਥੋਂ ਦਾ ਹੀ ਜੰਮਪਲ ਹਾਂ ਤੇ ਮੇਰਾ ਸਾਰਾ ਬਚਪਨ ਇੱਥੇ ਹੀ ਗੁਜ਼ਰਿਆ ਹੈ। ਮੇਰੀ ਜ਼ਮੀਨ ਜਾਇਦਾਦ ਘਰ ਸਭ ਇੱਥੇ ਹੀ ਹਨ। ਜਿਸ ਸੜਕ ਦਾ ਵਕੀਲ ਸਾਹਿਬ ਨੇ ਨਾਂ ਲਿਆ ਹੈ, ਮੈਂ ਇੱਥੋਂ ਹੀ ਸਕੂਲ ਪੜ੍ਹਨ ਜਾਂਦਾ ਰਿਹਾ ਹਾਂ। ਫਿਰ ਇੱਥੋਂ ਦੀ ਹੀ DAV ਕਾਲਜ ਪੜ੍ਹਨ ਜਾਂਦਾ ਰਿਹਾ ਹਾਂ। ਮੈਂ ਅਜੇ ਗੱਲ ਕਰ ਹੀ ਰਿਹਾ ਸਾਂ ਕਿ ਸਰਕਾਰੀ ਵਕੀਲ ਸੱਭਰਵਾਲ ਵਿੱਚੇ ਬੋਲ ਪਿਆ, ਇਹ ਕੀ ਕਹਿਣਾ ਚਾਹੁੰਦਾ ਹੈ? ਇਹਨਾਂ ਗੱਲਾਂ ਦਾ ਕੋਈ ਮਤਲਬ ਹੈ? ਅਦਾਲਤ ਨੇ ਇਸ ਗੱਲ ਤੋਂ ਕੀ ਲੈਣਾ ਹੈ ਕਿ ਤੂੰ ਕਿੱਥੋਂ ਦੀ ਸਕੂਲ ਜਾਂਦਾ ਸੀ ਤੇ ਕਿੱਥੋਂ ਦੀ ਨਹੀਂ? ਪਰ ਜੱਜ ਸਾਹਿਬ ਨੇ ਉਹਨੂੰ ਵਿੱਚੋਂ ਹੀ ਟੋਕ ਕੇ ਕਿਹਾ, ਸ਼੍ਰੀ ਸੱਭਰਵਾਲ, ਇਹ ਤਰੀਕਾ ਠੀਕ ਨਹੀਂ। ਜਦੋਂ ਕੋਈ ਬੰਦਾ ਆਪਣਾ ਕੇਸ ਆਪ ਲੜ ਰਿਹਾ ਹੋਵੇ ਤਾਂ ਉਹ ਆਫਿਸਰ ਆਫ ਦਾ ਕੋਰਟ ਹੁੰਦਾ ਹੈ, ਜਿਵੇਂ ਤੁਸੀਂ ਹੋ। ਇਹਨਾਂ ਵਿੱਚ ਤੇ ਤੁਹਾਡੇ ਵਿੱਚ ਇਸ ਅਦਾਲਤ ਨੂੰ ਕੋਈ ਫਰਕ ਨਹੀਂ ਲੱਗਦਾ। ਉਹਨਾਂ ਨੂੰ ਪੂਰੀ ਗੱਲ ਕਰਨ ਦਿਓ। ਫਿਰ ਉਹਨਾਂ ਮੇਰੇ ਵੱਲ ਮੂੰਹ ਕਰਕੇ ਕਿਹਾ, ਹਾਂ ਜੀ ਚਾਲੂ ਰੱਖੋ। ਮੈਂ ਕਿਹਾ, ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਥੋਂ ਦਾ ਹੀ ਰਹਿਣ ਵਾਲਾ ਹੋਣ ਕਰਕੇ ਮੈਂ ਬਸਤੀ ਬਾਵਾ ਖੇਲ ਦੇ ਬੱਚੇ ਦਾ ਜਾਣੂ ਹਾਂ। ਮੈਂ ਲੋਕਾਂ ਦੇ ਵਿਆਹਾਂ ਸ਼ਾਦੀਆਂ ਤੇ ਜਾਂਦਾ ਹਾਂ। ਉਹ ਮੇਰੇ ਘਰ
दिन त्योहारां ते आउंदे हन। जे मैं चाहां तां किसे वेले भी 200-300 बंदा झट आवाज़ां मार मार के इकट्ठा कर सकदा हां। आवाज़ां मार मार के क्यों? जज साहिब ने पुछया। जनाब, मैं सारिਆਂ ਨੂੰ नावां ਤੋਂ जो ਜਾਣਦਾ ਹੋਇਆ, जे किसे ਨੂੰ ना लैके आवाज़ मारीए तां ਉਹ ਜ਼ਰੂਰ आ ਜਾਂਦਾ है, उवें भावें कोई बिना ना दी आवाज़ तो ना भी आवे। सब्बरवाल फेर बोल पिया, जनाब ਇਹ कहना की चाहुंदे हन? जज साहिब थोड़ा जिहा मुस्कुराए, जिसका मतलब सी अगे गल करो। मैं कहा, जी जे मैं खालिस्तान दे नारे लाउणे हुंदे तां मैं कहंदा खालिस्तान, जिन्हां लोकां नूं मैं इकट्ठे कीता हुंदा ओह कहंदे जिंदाबाद, फिर तां कोई गल बनदी। वकील साहिब कहंदे हन कि मैं आपे ही कहंदा सां खालिस्तान ते आपे ही कहंदा सां जिंदाबाद। एक इकल्ला बंदा सड़क ते तुरिया जांदा इहो जिहियां हरकतां करे तां लोक तां उहनूं पागल समझणगे। जनाब, की मैं वेखण नूं पागल लगदा हां? जज साहिब मेरी गल सुन के मुस्कुरा भी पए ते मूहों भी कह दिता, नहीं ऐसे तां नहीं लगदे। फिर उन्होंने पैन नाल ये गल नोट भी की। मैनूं इन्हां सारियां गल्लां नाल बहुत हौसला होया, क्योंकि फौजदारी केसां नाल तां भावे मेरा वाह कदे नहीं सी पिया, पर जमीन जायदाद दे केसां विच तां मेरे परिवार नूं 2 वार सुप्रीम कोर्ट तक जाना पिया है। एक वार मेरे बाप नूं ते एक वार मैनूं। कहंदे हन जिहड़ी जनानी इक नियाणा जम लवे ओह दाई बन जांदी है। इस तरह घट्टो घट्ट मैनूं अदालती तौर तरीकिਆਂ ਦਾ तां पता ही सी। मैनूं लगा काम बन जाएगा। वकील ने झट मोहरां लगे लिफाफे विचों कढ के केसरी झंडा मेज़ ते रख दिता ते कहा, यह खालिस्तान दा झंडा इन्हां कोलों बरामद होया है। जज साहिब ने जदों झंडा पूरा खोल दिता तां मैं आप मुहारा ही बोल पिया, जनाब यह झंडा तां हर गुरुद्वारे ते लगा हुंदा है। गुरपुरबां नूं जिहड़े जलूस निकलदे हन यह झंडे ला ला के लोकां ने बाजार सजाए हुंदे हन। खालिस्तान दा झंडा इदां दा हुंदा है। जज साहिब टिक टिकी ला के मेरे वल ही गौर नाल वेख रहे सन। सरकारी वकील ने कहा, होर खालिस्तान दा झंडा किदां दा हुंदा है? मैं कहा, देशां दे झंडे सदा आयतकार हुंदे हन। सरकारी वकील ने झट यह नुकता सांभ लिया ते कहा, जी यह खालिस्तान दा कट्टड़ हमायती है ते खालिस्तान बारे सब कुछ जानदा है। जज साहिब हसे ते कहा, की जानना भी किसी जुर्म विच आउंदा है? फिर सरकारी वकील ने कहा, मेरा कहण तो मतलब है इन्हां नूं किवें पता लगा कि झंडा आयतकार हुंदा है? मैं कहा, जी यह तां आम सोझी दी गल है। कार कारां वर्गी होवेगी, ट्रक ट्रक्कां वर्गा होवेगा, हवाई जहाजां वर्गा होवेगा। दूसरे मुल्कां विच खालिस्तान दा झंडा आम गल है। अमरीका विच भारती अंबैसी अगे उत्थों दे सिखां ने खालिस्तान दा झंडा लहरा के अंबैसी दा घिराव कीता सी। दूरदर्शन जलंधर ने खबरां विच ओह दिखाया है। उन्ने चिर तक अदालत विच 10-12 वकील इकट्ठे हो चुके सन ते बाकी लोकां नाल भी अदालत खचा खच भरी पई सी। जिहड़ा भी अदालत दे अंदर आउंदा यह अजीब जिहा केस वेख के उत्थे ही खलो जांदा। मैनूं ऐसा लग्या कि झंडे वाला तीर फिट बैठ गया है। फिर जिवें मैं अपने आप ते काबू ही ना रख सकिया ते एक होर पंगा लै लिया। मैं कहा, जी मुड्डो सुड्डो ऐसी कोई गल होई नहीं। यह सारी कहानी पुलिस ने मेज ते बह के ही नावल वांग लिखी है, पर जे इन्हां दी यह गल मन भी लई जावे तां भी यह कोई जुर्म नहीं बनदा। जज ते सरकारी वकील सुन रहे सन। मैं कहा, हिंदुस्तान दे संविधान विच इस देश दा नां जां भारत है जां इंडिया है। हिंदुस्तान नां सारे संविधान विच किते नहीं लिखिया होया, पर फिर भी सारी दुनिया इसनूं हिंदुस्तान कहंदी फिरदी है। मेरा कहण तो मतलब यह है कि जे किसी बंदे दा नां राम लाल होवे, उसे नूं ही लोक श्याम लाल कहंदे होण तां कि उस बंदे नूं मदन गोपाल नहीं कहा जा सकदा। जे भारत ते इंडिया दी थां इस देश नूं हिंदुस्तान कहा जा सकदा है तां खालिस्तान क्यों नहीं कहा जा सकता? सरकारी वकील फट बोलिया, यह तां देश तोड़न वाली गल होई। इहो ही तां तुहाडे ते मुकदमा है। ਜਿਹੜੇ ਅਧਿਕਾਰਤ 2 ਨਾਵਾਂ ਜਿਹੜੇ ਸੰਵਿਧਾਨ ਵਿੱਚ ਲਿਖੇ ਹੋਏ ਹਨ ਤੋਂ ਬਗੈਰ ਤੀਜਾ ਨਾਂ ਹਿੰਦੁਸਤਾਨ ਕਹਿੰਦੇ ਹਨ ਕਿ ਉਹ ਦੇਸ਼ ਨਹੀਂ ਤੋੜਦੇ। ਖਾਲਿਸਤਾਨ ਕਹਿਣ ਨਾਲ ਦੇਸ਼ ਜ਼ਿਆਦਾ ਟੁੱਟਦਾ ਹੈ।
इस गल करके मैं अपनी किस्मत नूं अपने हत्थां विचों कढ दित्ता सी। अग्गों इसदा की होण वाला सी मैनूं उक्का नहीं सी पता, पर अदालत विच बिल्कुल चुप-चां सी। फिर जज साहिब ने सरकारी वकील नूं पुछया, सब्बरवाल साहिब, संविधान विच इंडिया ते भारत ही लिखिया है, हिंदुस्तान नहीं। जज साहिब ने इस तरह पुछया जिवें कोई बच्चा किसी नूं सवाल करदा है जां रोटी नूं चोची आखीदा है। मैं जज साहिब दे चेहरे वल वेख्या, ओह हंसू हंसू करदा सी। सवेर दा पहली वार मैं उन्हां दे चेहरे ते हासा वेख्या सी। सवेरे ते वड्ड खाणिया हार उखड़ी कुहाड़ी वांग पैंदे सन। सरकारी वकील कुछ नहीं बोलिया। फिर जज साहिब ने मैनूं सवाल कर दिता, इस देश नूं लोग हिंदुस्तान किवें कहिंदे हन? मैं कहा जी, आप जी दे पिछे कंध ते एक ट्रैक्टर दी मशहूरी दा कैलेंडर लगा होया है, उस ते ट्रैक्टर बनाउण वाली कंपनी दा नाम लिखिया होया है HMT। इसदा पूरा नाम बनदा है हिंदुस्तान मशीन टूल्स। इसे तरह ही एक बहुत वड्डी कंपनी है जिहड़ी घरेलू वरतों दीआं बहुत सारियां चीज़ां बनाउंदी है, उसका नाम है हिंदुस्तान लीवर लिमिटेड। यह सारे इस देश दे नां ते हन। जज साहिब ने यह लिख लिया तो उन्ने चिर विच मैनूं एक गल होर याद आ गई। मैं कहा, जी लोकां ने ते गाने बनाए हुए हन, दिल्ली है दिल हिंदुस्तान का, ये तो तीरथ है सारे जहान का। दिल्ली दिल है तो की अर्थ बनता है? मैं कहा, जी हिंदुस्तान इत्थे मुल्क दा प्रतीक है ते उसकी राजधानी दिल्ली होण करके दिल दा रुतबा रखदी है। सरकारी वकील ने हस के ते हथ नचा के कहा, गल किधर दी लै गए किधर? इन्हां गल्लां नाल अदालत नूं की मतलब? मुल्क केड़ा ते राजधानी केड़ी? कोई मतलब दी गल करो। मैं जज साहिब दे चेहरे वल वेख रहा सां। हुण मैनूं सरकारी वकील नाल कोई दिलचस्पी नहीं सी, क्योंकि जज साहिब ने पहलां ही मैनूं वकील होण दा रुतबा यह कह के दे दिता सी कि मैं भी हुण आफिसर ऑफ द कोर्ट हाँ। इस गल करके भी मैनूं अंदरों अंदरी बड़ा हौसला सी। जज साहिब दी त्योड़ी तो मैं अंदाज़ा लाया कि सरकारी वकील दी गल उन्हां नूं चंगी नहीं लगी, पर मेरी गल विच ओह दिलचस्पी लैंदे सन। यह भी मैनूं बहुत वड्डा हौसला सी। जे ओह मैनूं एक भी दबका मार देंदे तां शायद मेरा पढ़िया पढ़ाया सब कुछ मैनूं भुल जाना सी। जज साहिब ने सरकारी वकील नूं कहा, सब्बरवाल साहिब, नाउ द टेबल्स आर टर्निंग, अर्थात हुण बाजी पुट्ठी पै रही है। यह तां कहिंदे ने खालिस्तान कहना कोई जुर्म ही नहीं, क्योंकि इस देश नूं पहिलां भी परवानत नां तो बिना होर नां नाल बुलाउंदे हन। सब्बरवाल ने कहा, जी इन्हां नूं बोल लैण दिओ, मेरी एक दलील अगे ही इन्हां दी कोई दलील नहीं टिकनी। जदों तो जज साहिब ने मेरे नाल चंगा विहार कीता, उस तो बाद सरकारी वकील भी मैनूं तूं वर्गा शब्द ना कह सकिया। अपनी गल बात विच ओह भी इन्हां दा तुसी आदि शब्द वरतन लग पिया सी। इस निक्की जही गल नाल भी मेरा बड़ा हौसला वधिया। मैं फिर कहा, जी अलामा इकबाल एक उर्दू दा शायर होया है, उसनूं अपने वतन हिंदुस्तान नाल बहुत प्यार सी। उसने एक तराना लिखिया है। जज साहिब ने पूछया, तराना की हुंदा है? मैं कहा, जी समूह गान जिन्हों इकट्ठे होके गाया जाता है। वह कहन लगे, जारी रखो। मैं कहा, जी उन्हें लिखिया, सारे जहां से अच्छा हिंदुस्तान हमारा, हम बुलबुले हैं इसकी, ये गुलिस्तान हमारा। फिर उन्हां दा तजर्बा बदल गया। जदों मुसलमानां नूं नहक ही सताया ते परेशान किया गया तां उन्हां दा दिल इन्ना खट्टा होया कि अलामा इकबाल ने एक होर शेर लिखिया, मुद्दते हुई हैं इतनी रंजो गम सहते हुए, शर्म सी आती है इस वतन को वतन कहते हुए। वतन कहते हुए वकीलां विच खलोते एक वकील ने भी बोलिया, जो सारियां सुनिया। जज साहिब ने यह सारा मैनूं दोबारा पुछ के लिखिया। सरकारी वकील ने कहा, इहदे विच यह गल तां किते साफ नहीं हुंदी कि हिंदुस्तान नूं वतन कहिंदे हन। असल विच ठिठ हो के ओह गल नूं उलझा रहा सी। जज साहिब, मैं फिर कहा, लिखारी ने होर स्पष्ट किया है, मजहब नहीं सिखाता आपस में बैर रखना, हिंदी है हम वतन है हिंदुस्तान हमारा। मैं कहा, जी हुण तां उक्का कोई शक नहीं रहिंदा कि इस देश नूं हिंदुस्तान नहीं कहिंदे। सब्बरवान बोलिया, ओह तां देश छड्ड के पाकिस्तान चला गया।
ਇਹ ਤਾਂ ਇੱਕ ਵਿਦੇਸ਼ੀ ਲਿਖਾਰੀ ਦੀਆਂ ਲਿਖੀਆਂ ਹੋਈਆਂ ਟੁੱਕਾਂ ਨੇ। ਇਹਨਾਂ ਦਾ ਇਸ ਦੇਸ਼ ਨਾਲ ਕੀ ਸੰਬੰਧ? ਮੈਂ ਫੱਟ ਬੋਲ ਪਿਆ। ਇਹ ਧਾਰਾ 153B ਜਿਸ ਦੇ ਤਹਿਤ ਮੇਰੇ ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ, ਇਹ ਵੀ ਤਾਂ ਵਿਦੇਸ਼ੀਆਂ ਦੀ ਹੀ ਲਿਖੀ ਹੋਈ ਹੈ। ਅੰਗਰੇਜ਼ਾਂ ਨੇ ਇਹ ਕਾਨੂੰਨ ਬਣਾਏ ਸਨ। ਉਹ ਹੁਣ ਇੱਥੇ ਕਿੱਥੇ ਹਨ? ਉਹ ਵੀ ਤਾਂ ਇੰਗਲੈਂਡ ਚਲੇ ਗਏ ਹਨ। ਜੱਜ ਸਾਹਿਬ ਉੱਚੀ ਸਾਰੀ ਹੱਸੇ। ਅਦਾਲਤ ਵਿੱਚ ਖਲੋਤੇ ਸਾਰੇ ਵਕੀਲ ਵੀ ਹੱਸ ਪਏ। ਸਿਰਫ ਸਰਕਾਰੀ ਵਕੀਲ ਡੁੰਨਵੱਟਾ ਬਣਿਆ ਰਿਹਾ। ਸਰਕਾਰੀ ਵਕੀਲ ਨੇ ਗਵਾਹ ਲੰਬਰਦਾਰ ਗੁਰਦੀਪ ਸਿੰਘ ਬਾਰੇ ਕਿਹਾ ਕਿ ਉਹ ਵੀ ਮੌਕੇ ਤੇ ਸਨ। ਮੈਂ ਕਿਹਾ ਜੀ ਉਹਨਾਂ ਨੂੰ ਤਾਂ ਅਮਰੀਕਾ ਗਿਆ ਨੂੰ 3 ਸਾਲ ਹੋ ਗਏ ਨੇ, ਅੱਜ ਤੱਕ ਵਾਪਸ ਨਹੀਂ ਆਏ। ਸਰਕਾਰੀ ਵਕੀਲ ਨੇ ਕਿਹਾ, ਜਨਾਬ ਇਹਨਾਂ ਨੂੰ ਕਿਵੇਂ ਪਤਾ ਹੈ? ਮੈਂ ਜੱਜ ਵੱਲ ਮੂੰਹ ਕਰਕੇ ਕਿਹਾ, ਜੀ ਉਹਨਾਂ ਦਾ ਵੱਡਾ ਲੜਕਾ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਮੈਂ ਪੁੱਛਿਆ, ਭਾਜੀ ਨਹੀਂ ਆਏ? ਤਾਂ ਉਸਨੇ ਕਿਹਾ, ਅਜੇ 3 ਕੁ ਮਹੀਨੇ ਹੋਰ ਲੱਗ ਜਾਣੇ ਹਨ ਉਹਨਾਂ ਦੇ ਆਉਣ ਨੂੰ। ਜੱਜ ਨੇ ਮੈਨੂੰ ਬਰੀ ਕਰਨ ਤੋਂ ਪਹਿਲਾਂ ਥਾਣੇਦਾਰ ਗੁਰਦੀਪ ਸਿੰਘ ਨੂੰ ਇਹ ਕਹਿ ਕੇ ਝਾੜ ਪਾਈ ਕਿ ਪੁਲਿਸ ਦਾ ਕੰਮ ਹੁਣ ਇਸ ਤਰ੍ਹਾਂ ਦੇ ਕੇਸ ਬਣਾ ਕੇ ਵਿਚਾਰੇ ਪੜ੍ਹੇ ਲਿਖੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੀ ਰਹਿ ਗਿਆ ਹੈ। ਫਿਰ ਮੈਂ ਇਸ ਤੋਂ ਬਾਅਦ ਨਹੀਂ ਬੋਲਿਆ, ਚੁੱਪ ਕਰਕੇ ਖੜਾ ਰਿਹਾ। ਅੰਗਰੇਜ਼ਾਂ ਵਾਲੀ ਗੱਲ ਕਰਕੇ ਮੈਂ ਵੀ ਉਦਾਸ ਹੋਏ ਬਿਨਾਂ ਨਹੀਂ ਰਹਿ ਸਕਿਆ। ਮੇਰੇ ਮਨ ਵਿੱਚ ਆਈ, ਵੇਖੋ ਇਸੇ ਕਾਨੂੰਨ ਤਹਿਤ ਹੀ ਅੰਗਰੇਜ਼ਾਂ ਨੇ ਸਾਡੇ ਆਜ਼ਾਦੀ ਮੰਗਣ ਵਾਲੇ ਬਜ਼ੁਰਗਾਂ ਨੂੰ ਜੂਤ ਫੇਰਿਆ ਤੇ ਉਸੇ ਕਾਨੂੰਨ ਤਹਿਤ ਹੀ ਅੱਜ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ। ਕਾਨੂੰਨ ਵੀ ਉਹੋ ਹੀ ਹੈ, ਅਸੀਂ ਵੀ ਉਹੋ ਹੀ ਹਾਂ। ਫਿਰ ਅੰਗਰੇਜ਼ਾਂ ਨਾਲੋਂ ਹੁਣ ਦੀ ਸਰਕਾਰ ਦਾ ਬਦਲਿਆ ਕੀ? ਇੱਕ ਵਕੀਲ ਨੇ ਹੱਥ ਖੜਾ ਕੀਤਾ ਜਿਵੇਂ ਕਲਾਸ ਵਿੱਚ ਮੁੰਡੇ ਕਰਦੇ ਹਨ। ਉਸਨੇ ਕਿਹਾ, ਜਨਾਬ ਮੈਂ ਹੁਣੇ ਹੀ ਇੰਡੀਆ ਲਾ ਰਿਪੋਰਟਰ ਪੜ੍ਹ ਕੇ ਆਇਆ ਹਾਂ, ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਖਾਲਿਸਤਾਨ ਕਹਿਣਾ ਕੋਈ ਜੁਰਮ ਨਹੀਂ। ਆਪ ਜੀ ਦਾ ਹੁਕਮ ਹੋਵੇ ਤਾਂ ਬਾਰ ਦੀ ਲਾਇਬ੍ਰੇਰੀ ਦੇ ਮੇਜ਼ ਤੇ ਹੀ ਪਿਆ ਹੈ, ਮੈਂ ਲਿਆ ਕੇ ਵਿਖਾਵਾਂ? ਜੱਜ ਸਾਹਿਬ ਨੇ ਆਪਣੇ ਰੀਡਰ ਨੂੰ ਕਿਹਾ, ਚੌਧਰੀ ਸਾਹਿਬ ਤੁਸੀਂ ਲਿਆਓ। ਰੀਡਰ ਗਿਆ ਤੇ 2-3 ਮਿੰਟ ਵਿੱਚ ਹੀ ਕਿਤਾਬ ਲੈ ਆਇਆ। ਵਕੀਲ ਨੇ ਅੱਗੋਂ ਹੋ ਕੇ ਕਿਤਾਬ ਚੌਧਰੀ ਦੇ ਹੱਥੋਂ ਫੜੀ ਤੇ ਵਰਕਾ ਲੱਭ ਕੇ ਕਿਤਾਬ ਜੱਜ ਅੱਗੇ ਕਰ ਦਿੱਤੀ। ਉਸਨੇ ਪੜ੍ਹਿਆ ਤੇ ਸਿਰ ਹਿਲਾ ਕੇ ਕਿਹਾ, ਬਰੀ ਨੋਟਿਸ ਟੂ ਪੁਲਿਸ। ਮੇਰੇ ਕੰਨ ਸ਼ਾਂ-ਸ਼ਾਂ ਕਰ ਰਹੇ ਸਨ ਜਿਵੇਂ ਕੰਨਾਂ ਵਿੱਚ ਬਿੰਡੇ ਬੋਲਦੇ ਹਨ। ਜੱਜ ਸਾਹਿਬ ਦੇ ਬਰੀ ਕਹਿਣ ਤੇ ਵੀ ਮੈਂ ਕਟਹਿਰੇ ਵਿੱਚ ਹੀ ਖਲੋਤਾ ਰਿਹਾ ਜਿਵੇਂ ਸੁਣਿਆ ਹੀ ਨਾ ਹੋਵੇ। ਜੱਜ ਸਾਹਿਬ ਨੇ ਕਿਹਾ, ਤੁਹਾਨੂੰ ਬਰੀ ਕਰ ਦਿੱਤਾ ਹੈ, ਜਾਓ। ਮੈਂ ਜੱਜ ਸਾਹਿਬ ਦਾ ਧੰਨਵਾਦ ਕਰਕੇ ਬਾਹਰ ਨਿਕਲਿਆ ਤਾਂ ਕਈ ਵਕੀਲ ਵੀ ਮੇਰੇ ਨਾਲ ਹੀ ਬਾਹਰ ਆ ਗਏ। ਇੱਕ ਵਕੀਲ ਨੇ ਕਿਹਾ, ਆਓ ਤੁਹਾਨੂੰ ਚਾਹ ਪਿਆਈਏ, ਬਹੁਤ ਵਧੀਆ ਬਹਿਸ ਕੀਤੀ ਤੁਸੀਂ। ਇੱਕ ਹੋਰ ਵਕੀਲ ਨੇ ਕਿਹਾ, ਵੈਲ ਡਨ। ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਪ੍ਰਸ਼ੰਸਾ ਜਿਹੀ ਕੀਤੀ। ਚਾਹ ਪੀਂਦਿਆਂ ਇੱਕ ਵਕੀਲ ਨੇ ਬਾਕੀਆਂ ਨੂੰ ਸੰਬੋਧਨ ਕਰਕੇ ਕਿਹਾ, ਇੱਕ ਗੱਲ ਹੈ, ਜਿਸ ਤਰ੍ਹਾਂ ਇਹਨਾਂ ਨੇ ਆਪਣਾ ਕੇਸ ਲੜਿਆ ਹੈ ਇਸ ਤਰ੍ਹਾਂ ਤਾਂ ਇਹਨਾਂ ਦੇ ਵਕੀਲ ਨੇ ਵੀ ਨਹੀਂ ਸੀ ਲੜਨਾ। ਇੱਕ ਹੋਰ ਨੇ ਕਿਹਾ, ਸੱਭਰਵਾਲ ਦੀ ਬੜੀ ਪੀਂ ਬੋਲੀ, ਬਹੁਤ ਮਜ਼ਾ ਆਇਆ। ਸਤਿਗੁਰੂ ਜਦੋਂ ਮਦਦ ਤੇ ਆਵੇ ਤਾਂ ਗੂੰਗਿਆਂ ਨੂੰ ਵੀ ਜ਼ੁਬਾਨ ਬਖਸ਼ ਦਿੰਦਾ ਹੈ। ਇਹ ਮੈਂ ਸੁਣਿਆ ਤਾਂ ਬਹੁਤ ਵਾਰੀ ਸੀ, ਪਰ ਮੇਰੇ ਨਾਲ ਵਾਪਰਿਆ ਪਹਿਲੀ ਵਾਰੀ ਸੀ। ਸਿੱਖਾਂ ਦੀ ਅਸਲੀ ਦੁਸ਼ਮਣ ਰਾਸ਼ਟਰੀ ਸਿੱਖ ਸੰਗਤ। ਸਾਮ ਦਾਮ ਦੰਡ ਭੇਦ, ਇਹ 4 ਤਰੀਕੇ ਹਿੰਦੂਆਂ ਨੇ ਚਾਣਕਿਆ ਤੋਂ ਸਿੱਖੇ ਹਨ। ਸਿੱਖੇ ਹੀ ਨਹੀਂ ਬਲਕਿ ਸਿੱਖਾਂ ਤੇ ਵਰਤ ਕੇ ਵੀ ਵੇਖੇ ਹਨ। ਇਹ ਬਹੁਤ ਕਾਮਯਾਬ ਫਾਰਮੂਲਾ ਹੈ। ਸਿੱਖ ਲੀਡਰਸ਼ਿਪ ਤਾਂ ਇਹਦੇ ਨਾਲ ਕਈ ਵਾਰ ਚਿੱਤ ਹੋ ਚੁੱਕੀ ਹੈ, ਪਰ ਖਾੜਕੂ ਸੋਚ ਰੱਖਣ ਵਾਲਾ ਸਿੱਖ ਅਜੇ ਇਹਨਾਂ ਦੇ ਚੱਜ ਨਾਲ ਢਏ ਨਹੀਂ ਸੀ ਚੜਿਆ। ਕਿਸੇ ਨਾ ਕਿਸੇ ਤਰੀਕੇ ਨਾਲ ਚਾਣਕਿਆ ਫਾਰਮੂਲਾ ਹੀ ਫਿੱਟ ਬੈਠਣਾ ਸੀ। ਇਕੱਲੇ ਸਿੱਖ ਮਗਰ ਤਾਂ ਭੱਜਿਆ ਨਹੀਂ ਸੀ ਜਾ ਸਕਦਾ। ਫਿਰ ਉਹਨਾਂ ਨੇ ਖਾੜਕੂ ਖਵਾਉਣ ਵਾਲੀ ਸੰਸਥਾ ਦਮਦਮੀ ਟਕਸਾਲ ਵੱਲ ਧਿਆਨ ਮਾਰਿਆ। ਹਾਥੀ ਕੇ ਪਾਓ ਮੇਂ ਸਭ ਕਾ ਪਾਓ ਕੰਮ ਬਣ ਗਿਆ। ਜਿਸ ਚਾਣਕਿਆ ਨੇ ਉਪਰੋਕਤ ਫਾਰਮੂਲਾ ਦੱਸਿਆ ਸੀ, ਉਸਨੇ ਹੋਰ ਵੀ ਬੜੇ ਚੰਗੇ ਫਾਰਮੂਲੇ ਦੱਸੇ ਹਨ। ਇਸ ਵਾਰ ਫਾਰਮੂਲਾ ਬਦਲ ਦਿੱਤਾ ਗਿਆ। ਲਗਭਗ ਕਾਮਯਾਬੀ ਵੀ ਯਕੀਨੀ ਹੀ ਹੈ। ਹੋਇਆ ਇਸ ਤਰ੍ਹਾਂ ਕਿ ਚਾਣਕਿਆ ਟੈਕਸਲਾ ਯੂਨੀਵਰਸਿਟੀ, ਜਿਸ ਨੂੰ ਤਕਿਸ਼ਲਾ ਵੀ ਕਹਿੰਦੇ ਹਨ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਦਾ ਪੜ੍ਹਿਆ ਹੋਇਆ ਸੀ। ਇੱਕ ਵਾਰ ਸਕੂਲ ਜਾਂਦਿਆਂ ਉਸਦੀ ਧੋਤੀ ਇੱਕ ਝਾੜੀ ਨਾਲ ਅੜ ਕੇ ਪਾਟ ਗਈ। ਦੋਸਤਾਂ ਸਮਝਿਆ ਇਹ ਬੜਾ ਗੁਸੈਲ ਹੈ, ਝਾੜੀ ਨੂੰ ਤੋੜ ਮਰੋੜ ਕੇ ਛੱਡੇਗਾ, ਪਰ ਉਹ ਚੁੱਪਚਾਪ ਚਲਾ ਗਿਆ ਤੇ ਦੂਸਰੇ ਦਿਨ ਸਕੂਲ ਆਉਣ ਲੱਗਿਆ ਗੜਵਾ ਪਾਣੀ ਦਾ ਭਰ ਕੇ ਲਿਆਇਆ ਤੇ ਝਾੜੀ ਨੂੰ ਪਾਇਆ।
ਫਿਰ ਸਕੂਲੋਂ घर ਆਉਂਦਿਆਂ ਵੀ ਏਦਾਂ ही कीता। 4 दिन लगातार उस झाड़ी नूं 2 गड़वे पानी पाउंदा रहा। 5वें दिन निठ के झाड़ी दे कोल बह गया ते मुੱਢ ਨੂੰ हथ पा के इन्ने जोर दा झटका मारिया कि झाड़ी जड़ां समेत पुट के ओ मारी। फिर उसने अपने हैरान होए साथियां नूं कहा, ऐदां किसे दा तड़ा मुल्ला पुट्टीदा है। ऐदां दा काम करन लग्गिया जड़ां नूं पानी देना जरूरी हुंदा है। इहो काम हुण भारती जनता पार्टी ਜਾਂ RSS कर रही है। उन्हां दी धोती टकसाल रूपी झाड़ी विच फसी उन्हां उस नूं पानी देना शुरू कर दिता है। सुदर्शन दी टकसाल नाल गल करवाउण वालियां 2 बीबियां दाड़ियां टकसाली ही सन। RSS जिस नूं राष्ट्री स्वयं सेवक संघ कहा जाता है, गंगू दे वारस हन। इन्हां दे अग्गों पंजाब तो बाहर वास्ते सिखां दी एक संस्था तैयार कर लई, उसका नां भी RSS ही रखिया, पर वो राष्ट्री सिख संगत के नां थले चलाई। इस तरह यह 2 भैणां सीता ते गीता वांग इक्को शक्ल सूरत दियां बना के पंजाब दे रंग मंच ते लियांदियां गईयां। एक लत मारदी है, दूजी पलोस के खुश हुंदी है। दोवें भैणां ही लम्मे ते सुंदर वाला वाली भारत माता दियां बेटियां हन। बहुत सुंदर ते मडंगा अपनी मां नाल मिलदा जुलदा, पर इन्हां दोवां भैणां विच छोटी दे हत्थ त्रिशूल ते मारू हथियारां दी थां एक हत्थ विच गुलाब दा फुल ते दूजे हत्थ विच दसम ग्रंथ है। 1984 दे दंगियां दे डरे होए सिख फट इस राष्ट्री सिख संगत विच शामिल हो गए हन, जां दूजे अर्थां विच इन्हां सिखां दा शुद्ध रूप विच भारतीकरण कर दिता गया है। हुण इसे ही तरह दा भारतीकरण मुसलमानां ते ईसाइयां दा करन लई गल चल पई है। उन्हां दा हुंदा है कि नहीं, कर सकदे हन जां नहीं, पर सिखां दा तां पूरी तरह भारतीकरण हो चुका है। सब तो पहला कट्टड़ हिंदू वर्ग नूं उस संस्था विच दाखला मिलिया जिस दे उत्तों दी कां उड़ के नहीं सी लंघदा ते सरकार ते पुलिस इस तों थर-थर कंबदी सी। सब तो पहला कट्टड़ रंग विच रंगे होए कौड़े तुम्मियां नूं बाणी रूपी इशनान करवाए गए। फिर उन्हां दा मूँह मुहांदरा सवार के सारियां धार्मिक रस्मां करके पंजाब दी सिख संगत विच उतारिया गया, क्योंकि ब्राह्मण नूं पता है कि दुश्मन बन के किसे नूं अमृत भी नहीं पियाया जा सकदा, पर दोस्त बन के जहर भी दिता जा सकता है। एक पासे उन्हां नूं दीक्षित करन वाले प्रसन्न हन ते दूजे पासे उन्हां दी सिख संगत विच घुसपैठ करवाउण वाले प्रसन्न हन, ते उधर अपनी होनी तो अणजाण बेसमझ सिख डिगर डिगर वेखी जांदे हन। हुण जदों उन्हां त्यार बर त्यार बाणी दे बुहत्थियां ने पिंड पिंड भारती जनता पार्टी दा प्रोग्राम पहुंचाउण लई काम शुरू कर दिता है, तां ओह हुण इकल्ले नहीं, हर पिंड विच 1-2 घर उन्हां दे नाल हन। उन्हां नूं अहुदे दे दिते गए हन, मोबाइल फोन ते होर कई सहूलतां दे दित्तियां गईयां हन। अपने हमायती बना के उन्हां नूं पंजाब दे पिंड पिंड ते घर घर विच पहुंचण लई चाबी दे दित्ती गई है। ਜਿਹੜੇ गुरु जी दे हुक्म दी अदुली करके वडभाग सिंह दे डेरे ते करतारपुर दे धीर मलिया दे गंदे छप्पड़ विच फोड़े फिंसियां हटाउण लई इशनान करन जांदे सन ते मीणियां नाल संबंध रखण वाले सिख सन, ਉਹ अपने आप ही इस नवीं बनी राष्ट्री सिख संगत दी टोली नाल तुरन लग पए हन। सरदार प्रकाश सिंह बादल दा अकाली दल भी इन्हां दे नाल है। यह मोहरा ऐसा खंड विच लपेटिया गया है कि खाण वाले नूं उक्का ही शक नहीं पैंदी ते सिख इस नूं चाकलेट समझ के छकी जा रहे हैं। पंजाब दे गुट्ठे लगे साध इन्हां ने नाल ला लए हन। अगों इन्हां साधां ने अपने चेले चांटियां राही तंदूए वांग जाल फैला लिया है। ਕਹਿੰਦੇ ਹਨ 300 ਸਾਲਾ ਸਾਜਨਾ ਦਿਵਸ ਮਨਾਉਣ ਲਈ ਨਿਯਤ ਕੀਤੇ ਗਏ 300 ਕਰੋੜ ਰੁਪਏ ਵਿੱਚੋਂ 100 ਕਰੋੜ ਰੁਪਇਆ ਜਿਹੜਾ ਦਿੱਤਾ ਹੀ ਇਸ ਕੰਮ ਵਾਸਤੇ ਗਿਆ ਸੀ, ਵਿੱਚੋਂ ਸਿੱਖ ਮੁੰਡਿਆਂ ਨੂੰ ਵੀ ਕੁਝ ਸਹੂਲਤਾਂ ਮਿਲ ਗਈਆਂ ਹਨ। ਉਹ ਹੁਣ ਲੁੰਡੀ ਹਵਾਈ ਵਾਂਗ ਭੱਜੇ ਫਿਰਦੇ ਹਨ। ਹੁਣ ਚੈਨਲਾਂ ਦੇ ਯੁੱਗ ਵਿੱਚ ਹਿੰਦੂ ਧਰਮ ਦਾ ਪ੍ਰਚਾਰ ਜ਼ੋਰਾਂ ਵਿੱਚ ਹੋ ਰਿਹਾ ਹੈ। ਸਿੱਖਾਂ ਦਾ ਪ੍ਰਚਾਰ ਕਰਨ ਵਾਲੇ ਵੀ ਉਹ ਹੀ ਚੈਨਲ ਹਨ ਜਿਹੜੇ ਹਿੰਦੂ ਦੇ ਕਬਜ਼ੇ ਥੱਲੇ ਹਨ ਤੇ ਸਿੱਖਾਂ ਨੂੰ ਦਿਲੋਂ ਨਫ਼ਰਤ ਕਰਦੇ ਹਨ। ਸਿੱਖੀ ਨੂੰ ਖੋਰਾ ਤਾਂ ਲੱਗ ਹੀ ਰਿਹਾ ਹੈ ਜਿਸ ਤਰੀਕੇ ਨਾਲ ਸਿੱਖ ਧਰਮ ਦਾ ਇਤਿਹਾਸ ਵਿਖਾਇਆ ਜਾ ਰਿਹਾ ਹੈ। ਸ਼ਾਇਦ ਸਿੱਖਾਂ ਨੂੰ ਵੀ ਸਿੱਖੀ ਤੋਂ ਨਫ਼ਰਤ ਹੋ ਜਾਵੇ। ਅੱਗੇ ਕਹਾਵਤ ਹੁੰਦੀ ਸੀ, ਜਾਂਦੇ ਚੋਰ ਦੀ ਲੰਗੋਟੀ ਹੀ ਸਹੀ,
ਹੁਣ टीवी ते ਕਹਿੰਦੇ ਹਨ ਜਾਂਦੇ ਚੋਰ ਦੀ ਪੱਗ ਹੀ ਸਹੀ। ਸ਼ਹੀਦ ਕੌਣ ਹੁੰਦਾ ਹੈ ਇਹ ਨਿਰਣਾ ਕੌਮਾਂ ਕਰਦੀਆਂ ਹਨ, ਪਰ टीवी ਤੇ ਇੰਦਰਾ ਗਾਂਧੀ ਨੂੰ ਸ਼ਹੀਦ ਤੇ ਬੇਅੰਤ ਸਿੰਘ, ਕੇਹਰ ਸਿੰਘ ਤੇ ਸਤਵੰਤ ਸਿੰਘ ਨੂੰ ਅੱਤਵਾਦੀ ਤੇ ਕਾਤਲ ਕਿਹਾ ਜਾਂਦਾ ਹੈ। ਮੀਡੀਆ ਨੇ ਹੋਲੀ ਵਰਗੇ ਫਜ਼ੂਲ ਤਿਉਹਾਰ ਦਾ ਇੰਨਾ ਪ੍ਰਚਾਰ ਕਰ ਦਿੱਤਾ ਹੈ ਕਿ ਹੋਲੀ ਖੇਡਣ ਨੂੰ ਧਰਮ ਦਾ ਰੂਪ ਹੀ ਦੇ ਦਿੱਤਾ ਹੈ। ਸਿੱਖ ਵੀ ਹੁਣ ਹਿੰਦੂਆਂ ਦੇ ਬਰਾਬਰ ਹੋਲੀ ਖੇਡਦੇ ਵੇਖੇ ਜਾ ਸਕਦੇ ਹਨ। ਫਿਲਮ 1.25 ਲੱਖ ਸੇ ਏਕ ਲੜਾਊ ਵਿੱਚ ਵਿਖਾਇਆ ਗਿਆ ਹੈ ਕਿ ਸਿੱਖ ਪਹਿਲਾਂ ਵੀ ਹਿੰਦੂ ਹੀ ਹੁੰਦੇ ਸਨ ਤੇ ਹੁਣ ਵੀ ਹਿੰਦੂ ਹੀ ਹਨ। ਸਿੱਖ ਭਾਵੇਂ ਹਿੰਦੂਆਂ ਵਿੱਚੋਂ ਹੀ ਬਣੇ ਸਨ ਪਰ ਫਿਰ ਵੀ ਮੁਸਲਮਾਨਾਂ ਦੇ ਜ਼ਿਆਦਾ ਨੇੜੇ ਸਨ। ਪਾਕਿਸਤਾਨ ਵਿੱਚ ਸਿੱਖ ਤੇ ਮੁਸਲਮਾਨ ਦਾ ਬੜਾ ਯਾਰਾਨਾ ਹੁੰਦਾ ਸੀ ਤੇ ਦੋਵੇਂ ਇੱਕ ਦੂਜੇ ਤੋਂ ਜਾਨ ਦਿੰਦੇ ਸਨ। ਹੁਣ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਮੁਸਲਮਾਨਾਂ ਦੀ ਸਿੱਖਾਂ ਨਾਲ ਲੜਾਈ ਵਿਖਾਈ ਜਾਂਦੀ ਹੈ, ਪਰ ਭੰਗਾਣੀ ਦਾ ਯੁੱਧ ਕਦੇ ਨਹੀਂ ਵਿਖਾਉਂਦੇ ਜਿਹਦੇ ਵਿੱਚ ਨਿਰੋਲ ਹਿੰਦੂ ਪਹਾੜੀ ਰਾਜੇ ਗੁਰੂ ਜੀ ਨਾਲ ਲੜੇ ਤੇ ਪੀਰ ਬੁੱਧੂ ਸ਼ਾਹ ਮਦਦ ਤੇ ਆਇਆ। ਰਾਸ਼ਟਰੀ ਸਿੱਖ ਸੰਗਤ ਦੇ ਸੱਜਣ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ। ਰਾਸ਼ਟਰੀ ਸਿੱਖ ਸੰਗਤ ਦੇ ਸੱਜਣ ਸ਼ਹਿਰਾਂ ਵਿੱਚ ਗੁਰਦੁਆਰਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਤੱਕ ਪਹੁੰਚ ਚੁੱਕੇ ਹਨ। ਅਗਲੇ 4-6 ਸਾਲਾਂ ਵਿੱਚ ਇਹ ਪੂਰੇ ਪੰਜਾਬ ਦੇ ਗੁਰਦੁਆਰਿਆਂ ਤੇ ਕੰਟਰੋਲ ਕਰ ਲਵੇਗੀ। ਸਿੱਖਾਂ ਦੀ ਕਮਜ਼ੋਰੀ ਉਹਨਾਂ ਨੇ ਲੱਭ ਲਈ ਹੈ। ਸਿੱਖ ਕਹਿੰਦੇ ਹਨ ਕਿ ਫਲਾਣਾ ਬੰਦਾ ਗੁਰੂ ਘਰ ਦੀ ਬਹੁਤ ਸੇਵਾ ਕਰਦਾ ਹੈ, ਮਾਇਕ ਸਹਾਇਤਾ ਵੀ ਬਹੁਤ ਦਿੰਦਾ ਹੈ, ਤੜਕੇ ਉੱਠ ਕੇ ਬਾਣੀ ਪੜ੍ਹਦਾ ਹੈ, ਠੰਡੇ ਪਾਣੀ ਨਾਲ ਇਸ਼ਨਾਨ ਕਰਦਾ ਹੈ, ਨਸ਼ਿਆਂ ਤੋਂ ਰਹਿਤ ਹੈ, ਮਾਸ ਨੂੰ ਘਰ ਨਹੀਂ ਵੜਨ ਦਿੰਦਾ, ਇਸੇ ਨੂੰ ਹੀ ਪ੍ਰਧਾਨ ਬਣਾਉਣਾ ਚਾਹੀਦਾ ਹੈ। ਇਹ ਸਾਰੀਆਂ ਖੂਬੀਆਂ ਇਹਨਾਂ ਨਵੇਂ ਬਣੇ ਸਿੱਖਾਂ ਨੇ ਆਪਣੇ ਭੇਖ ਵਿੱਚ ਧਾਰਨ ਕਰ ਲਈਆਂ ਹਨ। ਕਈ ਵਿਚਾਰੇ ਭੋਲੂ ਸਿੱਖ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਜੇ ਅੱਗੇ ਇਹ ਪੰਥ ਦੋਖੀ ਸਨ ਤਾਂ ਕੀ ਹੋਇਆ, ਹੁਣ ਤਾਂ ਸਿੱਖੀ ਦੀ ਸ਼ਰਨ ਵਿੱਚ ਹੀ ਆ ਗਏ ਹਨ। ਚੰਗੀ ਸੰਗਤ ਵਿੱਚ ਰਹਿ ਕੇ ਆਪੇ ਵਧੀਆ ਸਿੱਖ ਬਣ ਜਾਣਗੇ। ਇਹਨਾਂ ਚਵਲ ਸਿੱਖਾਂ ਨੂੰ ਕੋਈ ਇਹ ਪੁੱਛਣ ਵਾਲਾ ਨਹੀਂ ਕਿ ਕੀ ਗੰਗੂ ਬ੍ਰਾਹਮਣ ਸਤਿਗੁਰਾਂ ਦੀ ਚੰਗੀ ਸੰਗਤ ਵਿੱਚ ਨਹੀਂ ਸੀ ਰਿਹਾ। ਉਸ ਨੂੰ ਤਾਂ ਛੋਟੇ ਜਿਹੇ ਨੂੰ ਹੀ ਸਤਿਗੁਰਾਂ ਨੇ ਪਾਲਿਆ ਸੀ। ਉਹਨੇ ਬੇਈਮਾਨੀ ਤੇ ਉਤਰਨ ਲੱਗੇ ਨੇ ਮਿੰਟ ਨਹੀਂ ਲਾਇਆ। ਉਸ ਦੀ ਇਹ ਔਲਾਦ ਕਿਵੇਂ ਭਲੀ ਕਰੇਗੀ? ਨਾਲੇ ਇਹ ਤਾਂ ਆਏ ਵੀ ਕਿਸੇ ਮਕਸਦ ਲਈ ਹਨ। ਜਿਨ੍ਹਾਂ 3 ਮਹਾਨ ਸਿੱਖ ਸ਼ਖਸੀਅਤਾਂ ਨੇ ਇਹ ਬਹਾਨਾ ਲਾ ਕੇ ਇਹਨਾਂ ਨੂੰ ਸਿੱਖਾਂ ਵਿੱਚ ਪ੍ਰਵੇਸ਼ ਕਰਵਾਇਆ ਹੈ ਕਿ ਇਹ ਆਪਣਾ ਅਸਰ ਰਸੂਖ ਵਰਤ ਕੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਛਡਵਾਉਣਗੇ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਜੇਲ੍ਹਾਂ ਵਿੱਚੋਂ ਨੌਜਵਾਨ ਰਿਹਾ ਹੋ ਗਏ ਹਨ। ਸਿੱਖੀ ਅੱਗੇ ਨਾਲੋਂ ਵਾਧੇ ਪੈ ਗਈ ਹੈ। ਹਾਂ, ਇੱਕ ਗੱਲ ਜ਼ਰੂਰ ਹੋਈ ਹੈ। ਟਕਸਾਲ ਦੇ ਜਿਨ੍ਹਾਂ ਸਿੱਖਾਂ ਨੂੰ ਪੁਲਿਸ ਅੰਮ੍ਰਿਤਸਰ ਤੱਕ ਨਹੀਂ ਸੀ ਜਾਣ ਦਿੰਦੀ ਤੇ ਥਾਣੇ ਵਿੱਚ ਉਹਨਾਂ ਨੂੰ ਬਦਮਾਸ਼ ਲਿਖਿਆ ਹੋਇਆ ਸੀ, ਉਹਨਾਂ ਨੂੰ ਅਮਰੀਕਾ ਤੇ ਕੈਨੇਡਾ ਦੇ ਵੀਜ਼ੇ ਥੱਬਿਆਂ ਦੇ ਥੱਬੇ ਲਵਾ ਕੇ ਦੇ ਦਿੱਤੇ ਗਏ ਹਨ ਤੇ ਕਿਸੇ ਨੂੰ ਅੰਬੈਸੀ ਵਿੱਚ ਪੇਸ਼ ਹੋਣ ਦੀ ਵੀ ਲੋੜ ਨਹੀਂ ਪਈ। ਮੋਰ ਦੇ ਖੰਭਾਂ ਵਰਗੇ ਲੱਗੇ ਲਗਾਏ ਵੀਜ਼ੇ ਡਾਕ ਰਾਹੀਂ ਘਰ ਪਹੁੰਚ ਗਏ ਹਨ। ਲੋਹ ਥੱਲੇ ਅੱਗ ਡਾਉਣ ਵਾਲਿਆਂ ਤੋਂ ਲੈ ਕੇ ਮੱਝਾਂ ਨੂੰ ਪੱਠੇ ਪਾਉਣ ਵਾਲੇ ਸਾਰੇ ਅਮਰੀਕਾ ਹੋ ਆਏ ਹਨ। ਭਾਰਤ ਹੁਣ ਸਿੱਖਾਂ ਲਈ ਛੱਜੂ ਦਾ ਚੁਬਾਰਾ ਨਹੀਂ ਰਿਹਾ। ਜਿਨ੍ਹਾਂ ਨੇ ਪੰਜਾਬ ਨੂੰ ਅੱਗ ਲਾਈ ਉਹਨਾਂ ਦੇ ਠਾਮ ਬਣ ਗਏ ਹਨ ਤੇ ਜਿਹੜੇ ਅਸਲ ਸ਼ਹੀਦ ਹੋਏ ਹਨ ਉਹਨਾਂ ਨੂੰ ਸ਼ਹੀਦ ਆਖਣ ਤੇ ਵੀ ਪਾਬੰਦੀ ਹੈ। 3 ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਕਿ ਧਰਮ ਯੁੱਧ ਬੜਾ ਜ਼ਰੂਰੀ ਹੈ ਕਿਉਂਕਿ ਰਾਜ ਕੋਲ ਕਿਸੇ ਪਿੰਡ ਦਾ ਨਾਂ ਬਦਲਣ ਦੀ ਵੀ ਸ਼ਕਤੀ ਨਹੀਂ। ਜੇ ਕੇਂਦਰ ਸਰਕਾਰ ਨੂੰ ਲਿਖਦੇ ਹਾਂ ਕਿ ਮਾਲਵੇ ਵਿੱਚ ਇੱਕ ਪਿੰਡ ਕੁੱਤਿਆਂ ਵਾਲੀ ਦਾ ਨਾਂ ਬਦਲ ਕੇ ਸ਼ੇਰਾਂ ਵਾਲੀ ਰੱਖ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ਨਹੀਂ ਮੰਨਦੀ ਤੇ ਕਹਿੰਦੀ ਹੈ ਕਿ ਪਿੰਡ ਦਾ ਸਾਰਾ ਮਾਲ ਦਾ ਰਿਕਾਰਡ ਵੀ ਬਦਲਣਾ ਪਵੇਗਾ। ਉਧਰ ਮਦਰਾਸ ਦਾ ਨਾਂ ਬਦਲ ਕੇ ਚੇਨਈ, ਕਲਕੱਤੇ ਦਾ ਕੋਲਕਾਤਾ, ਬੰਬਈ ਦਾ ਨਾਂ ਮੁੰਬਈ ਤੇ ਰੋਪੜ ਦਾ ਨਾਂ ਰੂਪਨਗਰ ਤਾਂ ਰੱਖ ਦਿੱਤਾ ਹੈ, ਪਰ ਪਿੰਡ ਦਾ ਨਾਂ ਨਹੀਂ ਬਦਲਿਆ ਜਾ ਸਕਦਾ। ਲੋਕ ਇਹਨਾਂ ਲੀਡਰਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਜੋਸ਼ ਵਿੱਚ ਆ ਗਏ ਤੇ ਚਿੱਤੜ ਕੁਟਾ ਕੇ ਆਰਾਮ ਨਾਲ ਬਹਿ ਗਏ। ਸਿੱਖਾਂ ਦੇ ਦੁਆਲੇ ਭਾਰਤ ਸਰਕਾਰ ਨੇ ਇੱਕ ਚੱਕਰਵਿਊਹ ਬਣਾ ਦਿੱਤਾ ਹੈ। ਸਿੱਖ ਉਸ ਚੱਕਰਵਿਊਹ ਨੂੰ ਆਪਣੇ ਢੰਗ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਨਤੀਜਾ ਉਹ ਹੀ ਨਿਕਲਿਆ ਜੋ ਅਭਿਮਨਿਊ ਦਾ ਹੋਇਆ ਸੀ। ਚੱਕਰਵਿਊਹ ਨਹੀਂ ਟੁੱਟਦਾ, ਸਗੋਂ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਮਾਰਿਆ ਜਾਂਦਾ ਹੈ। ਇਸੇ ਚੱਕਰਵਿਊਹ ਵਿੱਚੋਂ ਹੀ ਖੁੰਭਾਂ ਵਾਂਗ ਗੁਰਦੁਆਰੇ ਤੇ ਸਾਧ ਉੱਗੇ ਹਨ। ਜਿਵੇਂ ਯੂਰਪੀਅਨ ਦੇਸ਼ਾਂ ਵਿੱਚ ਸੜਕਾਂ ਕਿਨਾਰੇ ਮੋਟਲ ਬਣਦੇ ਹਨ, ਇੱਥੇ ਗੁਰਦੁਆਰੇ ਬਣਦੇ ਹਨ।
ਜਲੰਧਰ ਛਾਉਣੀ ਦੇ ਅਕਾਲੀ ਦਲ ਦੇ ਅਹੁਦੇਦਾਰ, ਗੁਰਦੁਆਰੇ ਦੇ ਪ੍ਰਧਾਨ ਤੇ ਸ਼ਰਾਬ ਦੇ ਠੇਕੇਦਾਰ ਇੱਕ ਸਿੱਖ ਦੇ ਘਰ ਦੇਵੀ ਮਾਤਾ ਦੀ ਮੂਰਤ ਅੱਗੇ ਹਰ ਵੇਲੇ ਦੇਸੀ ਘਿਓ ਦੀ ਜੋਤ ਜਗਦੀ ਹੈ ਤੇ ਸਾਰਾ ਟੱਬਰ ਮੂਰਤੀ ਨੂੰ ਪੂਜਦਾ ਹੈ ਕਿ ਇਹ ਇੱਕ ਚੱਕਰਵਿਊ ਨਹੀਂ। ਡੇਰਾ ਹਰਖੋਵਾਲ ਵਾਲਿਆਂ ਨੇ ਜਲੰਧਰ ਕਪੂਰਥਲਾ ਰੋਡ ਤੇ ਅਗਲੇ ਮੁਹੱਲੇ ਨੂੰ ਜਾਂਦਾ ਰਾਹ ਜ਼ਬਰਦਸਤੀ ਬੰਦ ਕਰਕੇ ਡੇਰੇ ਵਿੱਚ ਰਲਾ ਲਿਆ ਹੈ। ਇਸ ਨੂੰ ਸੰਤ ਪੁਣੇ ਦਾ ਨਾਂ ਦਿੱਤਾ ਜਾਵੇ ਕਿ ਬਦਮਾਸ਼ੀ ਦਾ। ਰਾਸ਼ਟਰੀ ਸਿੱਖ ਸੰਗਤ ਨੇ ਜਿਹੜਾ ਸਾਹਿਤ ਛਪਵਾ ਕੇ ਵੰਡਿਆ ਹੈ ਉਸ ਵਿੱਚ ਇੱਕ ਗਾਂ ਤੇ ਵੱਛੇ ਦੀ ਫੋਟੋ ਹੈ ਜਿਸ ਤੇ ਲਿਖਿਆ ਹੋਇਆ ਹੈ ਪੂਤਾ ਮਾਤਾ ਕੀ ਅਸੀਸ। ਇਹ ਗੁਰਬਾਣੀ ਦਾ ਗੁਰਵਾਕ ਹੈ। ਇਸ ਤੋਂ ਅੱਗੇ ਸਫਾ ਨੰਬਰ 9 ਤੇ ਲਿਖਿਆ ਹੈ ਹਰ ਹਿੰਦੂ ਲਈ ਇਹ ਜ਼ਰੂਰੀ ਹੈ ਕਿ ਉਹ ਪ੍ਰਤੀ ਦਿਨ ਜਾਂ ਕਦੇ-ਕਦੇ ਕਿਸੇ ਨਾ ਕਿਸੇ ਆਚਾਰ ਵਿਹਾਰ ਦਾ ਪਾਲਣ ਕਰੇ। ਗਊ, ਬਲਦ, ਹਾਥੀ, ਘੋੜਾ, ਸੱਪ ਆਦਿ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪੰਛੀ, ਸੌਣ, ਚਿੜੀ, ਕੋਇਲ ਤੇ ਰੁੱਖ ਬੂਟੇ, ਕੇਲਾ, ਪੀਪਲ, ਤੁਲਸੀ ਆਦਿ ਸਾਡੀ ਪੂਜਾ ਯੋਗ ਹਨ। ਸਾਡੀ ਇਹ ਸ਼ਰਧਾ ਸਿਰਫ ਜੀਵਾਂ ਤੱਕ ਹੀ ਨਹੀਂ ਸਗੋਂ ਪਾਣੀ, ਧਰਤੀ, ਪਹਾੜ, ਨਦੀਆਂ, ਸੰਦਾਂ, ਵਾਹਨ, ਹਥਿਆਰ, ਪੁਸਤਕ, ਗ੍ਰੰਥ, ਸਲੇਟ, ਫੱਟੀ, ਚੁੱਲ੍ਹਾ, ਦੀਪਕ ਅਤੇ ਬਰਤਨ ਆਦਿ ਹੋਰ ਅਨੇਕ ਰੂਪਾਂ ਵਿੱਚ ਵੀ ਅਸੀਂ ਪ੍ਰਕਿਰਤੀ ਦੀ ਪੂਜਾ ਕਰਦੇ ਹਾਂ। ਇੱਕ ਹੋਰ ਥਾਂ ਤੇ ਲਿਖਿਆ ਹੋਇਆ ਹੈ ਸ਼ਿਵ ਪਰਿਵਾਰ ਆਦਰਸ਼ ਭਾਰਤੀ ਪਰਿਵਾਰ ਦੀ ਸਭ ਤੋਂ ਉੱਤਮ ਉਦਾਹਰਣ ਹੈ। ਨਾਗ ਅਤ ਜ਼ਹਿਰੀਲਾ ਹੁੰਦਾ ਹੋਇਆ ਵੀ ਸ਼ਿਵਾ ਦੇ ਗਲੇ ਦਾ ਗਹਿਣਾ ਹੈ ਅਤੇ ਗਣੇਸ਼ ਜੀ ਦੇ ਵਾਹਨ ਚੂਹੇ ਦਾ ਦੁਸ਼ਮਣ ਹੈ। ਕਾਰਤਿਕੇ ਦਾ ਵਾਹਨ ਮੋਰ ਵੀ ਨਾਗ ਦਾ ਦੁਸ਼ਮਣ ਹੈ। ਮਾਂ ਪਾਰਵਤੀ ਦਾ ਵਾਹਨ ਸ਼ੇਰ ਭਗਵਾਨ ਸ਼ਿਵ ਦੇ ਵਾਹਨ ਨੰਦੀ ਦਾ ਦੁਸ਼ਮਣ ਹੈ। ਪਰੰਤੂ ਫਿਰ ਵੀ ਵਿਪਰੀਤ ਸੁਭਾਵਾਂ ਵਾਲੇ ਇਹ ਸਾਰੇ ਜੀਵ ਇੱਕ ਹੀ ਪਰਿਵਾਰ ਸ਼ਿਵ ਪਰਿਵਾਰ ਦੀ ਆਪੋ ਆਪਣੇ ਢੰਗ ਨਾਲ ਸ਼ੋਭਾ ਵਧਾ ਰਹੇ ਹਨ। ਏਕਤਾ ਦੀ ਅਜਿਹੀ ਕਲਪਨਾ ਵੀ ਹਿੰਦੂ ਸਮਾਜ ਦੇ ਪਰਿਵਾਰਕ ਜੀਵਨ ਦਾ ਆਧਾਰ ਹੈ। ਚੂਹਿਆਂ, ਕੁੱਤਿਆਂ ਤੇ ਸੱਪਾਂ, ਡੱਡੂਆਂ ਤੇ ਲਿੰਗ ਤੱਕ ਨੂੰ ਪੂਜਣ ਵਾਲੇ ਲੋਕ ਸਿੱਖਾਂ ਨੂੰ ਜਿਹੜੇ 500 ਸਾਲ ਤੋਂ ਇਹ ਪਾਖੰਡ ਛੱਡ ਚੁੱਕੇ ਹਨ ਨੂੰ ਦੁਬਾਰਾ ਆਪਣੇ ਵਿੱਚ ਮਿਲਾਉਣ ਲਈ ਯਤਨਸ਼ੀਲ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਥੱਲੇ ਲਿਖਿਆ ਹੈ ਗਊ ਰੱਖਿਅਕ ਸਰਬੰਸ ਦਾਨੀ ਦਸ਼ਮੇਸ਼ ਪਿਤਾ। ਇਹਨਾਂ ਨੂੰ ਪੁੱਛੇ ਕਿ ਗੁਰੂ ਜੀ ਨੇ 14 ਲੜਾਈਆਂ ਵਿੱਚੋਂ ਕੋਈ ਲੜਾਈ ਕਿਸੇ ਜਾਨਵਰ ਦੇ ਹੇਜ ਵਿੱਚ ਲੜੀ ਹੈ। ਗਾਂ ਤਾਂ ਉਸ ਤਰ੍ਹਾਂ ਦਾ ਹੀ ਇੱਕ ਜਾਨਵਰ ਹੈ ਜਿਵੇਂ ਮੱਝ ਤੇ ਬੱਕਰੀ। RSS ਨੇ ਜਿੰਨਾ ਵੀ ਸਾਹਿਤ ਛਪਵਾ ਕੇ ਵੰਡਿਆ ਹੈ ਉਸ ਵਿੱਚ ਥਾਂ-ਥਾਂ ਤੇ ਇਹ ਲਿਖਿਆ ਹੈ सभी जानते हैं कि सिख पंथ का जन्म ही हिंदू धर्म की रक्षा और देश की आज़ादी के लिए हुआ था। सरबत दा भला लिख के उसदे थल्ले हिंदुस्तान समालसी बोला ते अगे शुभ करमन ते कबहू ना डरूं भी जरूर ही लिखिया हुंदा है। एक ओंकार दे ऊड़े विच एक होर लत जही ला के इस नूं ओम बनाया गया है। कई थावां ते भारत माता बना के उसदे पैरां विच एक ओंकार लिखिया होया है। इस तरह का जिन्ना भी ਸਾਹਿਤ है ਉਹ ਸਿੱਖਾਂ ਦੇ ਦਿਮਾਗ ਵਿੱਚ ਇਹ ਭਰਨ ਲਈ ਛਪਵਾਇਆ ਗਿਆ ਹੈ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ ਤੇ ਵੱਖਰੇ ਨਹੀਂ। ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਆਇਆ ਹੈ ਉੱਥੇ ਲਿਖਿਆ ਹੈ देश की एकता और अखंडता के सच्चे स्वरूप श्री गुरु ग्रंथ साहिब। इस तरह करके गुरु ग्रंथ साहिब जी नूं समुचे जगत का ना हो के सिर्फ भारत दीआं हद्दां विच बन के छुटियाउण दी कोशिश की गई है। मुसलमान सूफी संतां दी बाणी बारे नोट लिखिया है कि जिन्हां 5 मुस्लिम सूफी संतां दी बाणी श्री गुरु ग्रंथ साहिब विच रलाई गई है उन्हां दी बाणी दा आधार अध्यात्मक है। हुण बंदा इन्हां खचरियां नूं पुछे कि जेड़ी बाणी हिंदू संतां दी ग्रंथ साहिब विच है उहदा आधार भी तां अध्यात्मक ही सी, नहीं तां ओह किहड़े गुरु जी दे मामे दे पुੱਤ लगदे सन। इन्हां हिंदुआं दा यह प्रचार उस तरह दा है जिवें चीनियां ने चीन भारत सरहद ते वड्डे वड्डे स्पीकर ला के 2 घंटे सवेरे ते 2 घंटे शाम हिंदी चीनी भाई भाई, हिंदी चीनी भाई भाई, हिंदी चीनी भाई भाई दी ही रट लाई रखनी। इस तरह एक दिन ऐसा आ जांदा जदों बंदा सचमुच ही बार बार दोहराई गई गल नूं सच मान लैंदा है। कई थावां ते दोहरा के लिखिया होया है आज से 300 साल पहले आनंदपुर साहिब पंजाब में सिखों के 10वें गुरु श्री गुरु गोबिंद सिंह जी द्वारा खालसा पंथ की स्थापना की गई थी।
जिसका उद्देश्य था एक ऐसे मर्जीवड़े संगठन का निर्माण करना जो धर्म, देश, गौ, ब्राह्मण और कमजोर वर्ग की रक्षा अपने प्राणों का बलिदान करके भी कर सके। सिख इतिहास तो कोरे ਇਹ लोग नहीं जानते कि गुरु जी ने सिर्फ एक आखिरी लड़ाई ही मुसलमान राजे औरंगजेब दियां फौजां नाल लड़ी सी। बाकी दियां 13 लड़ाइयां हिंदू पहाड़ी राजियां नाल लड़ियां सन। उन्हां विचों किहड़ी लड़ाई सी जिहड़ी गाइयां लई लड़ी गई सी। ते रही गल ब्राह्मण दी तां उस दी रखिया तां कि गुरु जी ने उन्हां नूं उन्हां दे पलियां विच मां पा के घरों कढिया सी। ਉਹ ਤਾਂ बच गए, किते उन्हां दा हाल भी उन्हां मसंदा वर्गा नहीं होया जिन्हां नूं गुरु जी ने मिट्टी दा तेल पा के लुहिया सी। हुण जरा इन्हां जनसंघियां दियां गप्पां वल भी वेखो। ਇਹ ਕਹਿੰਦੇ ਹਨ कि देश की वंड वेले असां सिखां दी रखिया कीती सी। दरबार साहिब ਅੰਮ੍ਰਿਤਸਰ ਦੀ भी कई दिन राखी कीती, दिल्ली की रखिया कीती ते इत्थों तक कि कांग्रसियां दी भी इन्हां ने रखिया कीती। लओ होर सुणो, अखे गांधी दी भी रखिया कीती। हुण इन्हां नूं कोई पुछे जे गांधी दी रखिया तुसां कीती सी तां फिर नथू राम गौडसे कौन सी जिन्हें गांधी नूं मारिया सी? नेहरू दे जलसे दी भी राखी कीती। महाराजा हरी सिंह नूं समझा बुझा के उहनूं भारत विच रलण लई मनाया ते मनाउण दा तर्क इह सी तुसीं हिंदू राजा हो, पाकिस्तान विच शमूलीयत करन नाल तुहाडी हिंदू प्रजा नूं भयानक संकटां दा टाकरा करना पवेगा। यह ठीक है कि अजे हिंदुस्तान नूं सड़कां ते रेल मार्ग नहीं हन, परंतु सब ठीक हो जाएगा। तुहाडी जम्मू कश्मीर रियासत दा भला इसे विच ही है कि आप भारत विच शामिल हो जाओ। भारत दी सौड़ी सोच वाले हिंदुओ, तुहाडे यह खिलारे हुए कंडे ही हुण तुहाडे कोलों चुगे नहीं जांदे। जे जम्मू विच हिंदुआं दी आबादी ज़्यादा सी तां कश्मीर विच मुसलमानां दी आबादी ज़्यादा सी। चंगा करदे तां जम्मू नूं भारत विच ते कश्मीर नूं पाकिस्तान वल जाण दिंदे। हुण जिहड़ा अरबां रुपए ते जानी नुकसान हो रहा है ओह ना हुंदा। जिन्ना पैसा पाकिस्तान नाल जंग ते लग रहा है उन्ने नाल बाकी दा भारत खुशहाल हो सकदा सी। हुण कश्मीर तुहाडे संग विच फसिया होया है ते तुसीं अजे भी मंदिरां विच भुड़क भुड़क के गांदे हो, सानू प्यारा लगदा मां तेरा जम्मू कश्मीर, सानू सोहना लगदा, सानू प्यारा लगदा। उस तो बाद कहिंदे हन हैदराबाद नूं भी असां आज़ाद करवा के भारत नाल रलवाया है, गोवा नूं आज़ाद करवाया, दादरा नगर हवेली नूं स्वै सेवकां ने लाठियां दी ताकत नाल आज़ाद करवाया ते इस तरह ओह तां होर भी बहुत कुछ कीता दसदे हन। थले लिखदे हन तेरा वैभव अमर रहे मां, हम दिन चार रहे ना रहे। ਇੱਥੇ मैं एक गल दसदा हाँ, जदों एमरजेंसी लगी तो उस विच जनसंघ ने भी भाग लैण दा फैसला कर लिया। रातों रात पकड़ तकड़ शुरू हो गई। मैं अपनी ट्राली विच रूड़ी लदवा रहा सां जदों मेरा एक शहरी मित्र आया ते कार विचों कढ के एक पंड निकरां ते खाकी बनैणा दी लिया सुट्टी ते एक गठर बांस दीआं डांगां दे ਤਿੰਨ ਤਿੰਨ टोटे करके बद्धा होया सी ओह भी कार विचों कढ के बाहर सुट दिता ते मैनूं कहण लगा आ निकरां ते बनैणा तां मजदूरां विच वंड दे ते बांस चुੱਲ੍ਹੇ विच डा लिओ। मैनूं समझ ना लगे कि यह कह की रहा है। ओह मेरे कोल बहुत चिर नहीं रुकिया ते कार भजा के लै गया। साडे सारे मजदूरां नूं दो दो बनैणा ते दो दो खाकी निकरां हिस्से आईयां। सारे मजदूर बड़े खुश कईयां दे कच्छे पाटे होए सन ते कईयां दे झग्गे। जदों वो सारे निकरा बनैणा पा के तुरन फिरन तां जनसंघियां दी टोली वांग लगन। दूजे दिन अखबार विच आया कि जनसंघियां ने मूँह हनेरे ही अपनियां अपनियां निकरां ला के कूड़े दे ढोलां विच सुट दित्तियां सन तां कि पुलिस वल्लों फड़े ना जाइए। मैं तां बचपन तो ही इन्हां नूं नहर ते सैर करदिआं नूं वेखदा रहा हाँ। विंगे विंगे ढिड, सुक्कियां लत्तां ते बेटब्बा जिहा शरीर, शुगर दे मरीज। इन्हां दा सरीरक ढांचा तां इन्हां दियां गप्पां नाल मेल नहीं खांदा, पर यह किताब जे जहे तां इन्हां दे इदां वंडे हन जिवें आसमान इन्हां दियां लत्तां ते ही ठल्लिया होया होवे। जे सारा कुछ यह ही कर रहे सन तां फिर भारत दी फौज की कर रही सी? हाँ, एक काम यह कर सकते हैं। जदों भारतीय फौज ने दरबार साहिब ते हमला किया तां टीवी ते रेडियो बार बार दस रहे सन कि हिंदू वीरां ने फौजियां दी चाह, लस्सी, शरबत ते ठंडे पानी नाल खूब सेवा की।
शराब ਦਾ ਖਾਸ ਕੋਟਾ ਪੰਜਾਬ ਦੇ ਆਬਾਕਾਰੀ ਵਿਭਾਗ ਵੱਲੋਂ ਦਿੱਤਾ ਗਿਆ ਸੀ। ਆਂਡੇ ਤੇ ਮੀਟ ਹਿੰਦੂਆਂ ਦੇ ਚੁੱਲ੍ਹਿਆਂ ਤੇ ਬਣ ਗਏ ਤੇ ਸਰੋਵਰ ਦੀਆਂ ਮੱਛੀਆਂ ਉਹਨਾਂ ਨੇ ਪਰਿਕਰਮਾ ਵਿੱਚ ਹੀ ਭੁੰਨ ਲਈਆਂ। ਇਸ ਤਰ੍ਹਾਂ ਦੀ ਸਹਾਇਤਾ ਤਾਂ ਹੋ ਸਕਦਾ ਹੈ ਇਹਨਾਂ ਨੇ ਦਿੱਤੀ ਹੀ ਹੋਵੇ। ਇਹਨਾਂ ਨੇ ਇਤਿਹਾਸ ਨੂੰ ਪੁੱਠਾ ਗੇੜਾ ਕਿਵੇਂ ਦਿੱਤਾ ਹੈ, ਇਸ ਦਾ ਨਮੂਨਾ ਵੀ ਵੇਖੋ। ਕੀ ਤੁਸੀਂ ਜਾਣਦੇ ਹੋ? ਦੇ ਸਿਰਲੇਖ ਹੇਠ ਮਹਾਸ਼ਾ ਜੀ ਪੁੱਛਦੇ ਹਨ। ਪਹਿਲਾ, ਅਮਰੀਕਾ ਦੀ ਖੋਜ ਕਿਸਨੇ ਕੀਤੀ? ਕ੍ਰਿਸਟੋਫਰ ਕੋਲੰਬਸ ਨੇ। ਜੀ ਨਹੀਂ, ਅਮਰੀਕਾ ਵਿੱਚ ਹਿੰਦੂ ਪਹਿਲਾਂ ਹੀ ਪਹੁੰਚ ਚੁੱਕੇ ਸਨ। ਦੂਜਾ, ਕੀ ਭਾਰਤ ਨੂੰ ਵਾਸਕੋ ਡੀ ਗਾਮਾ ਨੇ ਖੋਜਿਆ? ਬਿਲਕੁਲ ਨਹੀਂ। ਵਾਸਕੋ ਡੀ ਗਾਮਾ ਦੇ ਜਹਾਜ਼ ਦਾ ਅਫਰੀਕਾ ਦੇ ਦੱਖਣੀ ਤੱਟ ਜੰਜੀਬਾਰ ਤੋਂ ਭਾਰਤ ਤੱਕ ਇੱਕ ਭਾਰਤੀ ਜਹਾਜ਼ ਨੇ ਮਾਰਗਦਰਸ਼ਨ ਕੀਤਾ। ਭਾਰਤੀ ਜਹਾਜ਼ ਵਾਸਕੋ ਡੀ ਗਾਮਾ ਦੇ ਜਹਾਜ਼ ਤੋਂ ਕਈ ਗੁਣਾ ਵੱਡਾ ਸੀ। ਤੀਸਰਾ, ਅਖੌਤੀ ਫੀਸਾਗੋਰਸ ਦਾ ਸਿਧਾਂਤ ਕਿਸਨੇ ਸੂਤਰਬੱਧ ਕੀਤਾ? ਫੀਸਾਗੋਰਸ ਨੇ। ਜੀ ਨਹੀਂ, ਇਸ ਸਿਧਾਂਤ ਦਾ ਜ਼ਿਕਰ ਫੀਸਾਗੋਰਸ ਦੇ ਜੰਮਣ ਤੋਂ ਢੇਰ ਚਿਰ ਪਹਿਲਾਂ ਭਾਰਤ ਦੇ ਸ਼ਿਲਪ ਸੂਤਰ ਨਾਂ ਦੇ ਗ੍ਰੰਥ ਵਿੱਚ ਹੋਇਆ। ਚੌਥਾ, ਗੁਰੂਤਾ ਖਿੱਚ ਦੀ ਖੋਜ ਕਿਸਨੇ ਕੀਤੀ? ਨਿਊਟਨ ਨੇ। ਨਹੀਂ, ਪ੍ਰਸਿੱਧ ਭਾਰਤੀ ਤਾਰਾ ਵਿਗਿਆਨੀ ਆਰੀਆ ਭੱਟ ਅਤੇ ਭਾਸਕਰਚਾਰੀਆ ਗੁਰੂਤਾ ਖਿੱਚ ਦੀ ਸ਼ਕਤੀ ਤੋਂ ਜਾਣੂ ਸਨ। ਇਹ ਵਿਗਿਆਨੀ ਨਿਊਟਨ ਤੋਂ ਕਰਮਵਾਰ 1000 ਅਤੇ 1500 ਵਰ੍ਹੇ ਪਹਿਲਾਂ ਹੋਏ ਹਨ। ਪੰਜਵਾਂ, ਬਿਜਲਈ ਸ਼ਕਤੀ ਦੀ ਖੋਜ ਕਦੋਂ ਹੋਈ? ਲਗਭਗ 100 ਵਰ੍ਹੇ ਪਹਿਲਾਂ। ਨਹੀਂ, ਵੇਦਾਂ ਵਿੱਚ ਬਿਜਲਈ ਸ਼ਕਤੀ, ਚੁੰਬਕੀ ਸ਼ਕਤੀ, ਗਰਮੀ, ਪ੍ਰਕਾਸ਼, ਆਵਾਜ਼ ਅਤੇ ਈਥਰ ਪੁਲਾੜ ਤੱਤ ਦੀਆਂ ਸਪਸ਼ਟ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਪਰਮਾਣੂ ਸੰਸਲੇਸ਼ਣ ਦੇ ਸਿਧਾਂਤ ਦਾ ਵੀ ਵੈਦਿਕ ਕਾਲ ਵਿੱਚ ਗਿਆਨ ਸੀ। ਛੇਵਾਂ, ਸਿਫਰ, ਸ਼ੂਨਯ ਦਾ ਸੰਕਲਪ ਅਤੇ ਦਸ਼ਮਲਵ ਪ੍ਰਣਾਲੀ ਭਾਰਤ ਦੇ ਹਿੰਦੂ ਰਿਸ਼ੀਆਂ ਮੁਨੀਆਂ ਦੀ ਹੀ ਖੋਜ ਹੈ। ਸੱਤਵਾਂ, ਪ੍ਰਾਚੀਨ ਹਿੰਦੂ ਗਣਿਤ, ਜਿਸ ਨੂੰ ਵੈਦਿਕ ਗਣਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸਹਾਰੇ ਗੁੰਝਲਦਾਰ ਹਿਸਾਬਾਂ ਕਿਤਾਬਾਂ ਦਾ 1-2 ਪੰਕਤੀਆਂ ਵਿੱਚ ਹੀ ਜ਼ਬਾਨੀ ਉੱਤਰ ਸੰਭਵ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਆਸਟ੍ਰੇਲੀਆ ਸਮੇਂ-ਸਮੇਂ ਵੈਦਿਕ ਗਣਿਤ ਸੰਬੰਧੀ ਮੁਫਤ ਕਾਰਜਸ਼ਾਲਾ ਦਾ ਜੁਗਾੜ ਕਰਦੀ ਰਹਿੰਦੀ ਹੈ। 8ਵਾਂ, ਕੰਪਿਊਟਰ ਵਿੱਚ ਹਰ ਤਰ੍ਹਾਂ ਦੀ ਗਿਣਤੀ ਲਈ 0 ਅਤੇ 1 ਦੇ ਕੇਵਲ 2 ਹਿੰਦਸਿਆਂ ਉੱਤੇ ਆਧਾਰਿਤ ਬਾਈਨਰੀ ਕੈਲਕੂਲੇਸ਼ਨ ਦੇ ਸੰਕਲਪ ਦੀ ਸਾਡੇ ਪੁਰਾਣਾਂ ਵਿੱਚ ਹਜ਼ਾਰਾਂ ਵਰ੍ਹੇ ਪਹਿਲਾਂ ਵੀ ਹੋਂਦ ਸੀ। ਇਸ 2 ਅੰਕਾਂ ਦੀ ਪ੍ਰਣਾਲੀ ਵਿੱਚ ਸਭ ਸੰਖਿਆਵਾਂ 0 ਅਤੇ 1 ਨੂੰ ਹੀ ਵੱਖ-ਵੱਖ ਢੰਗਾਂ ਨਾਲ ਤਰਤੀਬ ਦੇ ਕੇ ਲਿਖੀਆਂ ਜਾਂਦੀਆਂ ਹਨ। ਸਾਡੇ ਉਪਨਿਸ਼ਦ ਕਹਿੰਦੇ ਹਨ, ਸਮੁੱਚੀ ਸ੍ਰਿਸ਼ਟੀ ਇਕਾਈ ਅਤੇ 0 ਦਾ ਮਿਸ਼ਰਣ ਹੈ। ਇਹ ਕਥਨ ਤਾਂ ਐਵੇਂ ਝਲਕ ਮਾਤਰ ਹੈ। ਪੂਰੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਮੁੱਕਣ ਵਿੱਚ ਹੀ ਨਹੀਂ ਆਵੇਗੀ। ਪਰੰਤੂ ਅੱਜ ਦੇ ਭਾਰਤ ਵਿੱਚ ਜੇ ਅਸੀਂ ਉਸ ਮਹਾਨ ਸਨਾਤਨੀ ਭਾਰਤ ਦੀ ਝਲਕ ਤੱਕ ਵੀ ਨਹੀਂ ਵੇਖਦੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਸਮਰੱਥਾ ਦਾ ਗਿਆਨ ਹੀ ਨਹੀਂ। ਆਓ ਅਸੀਂ ਆਪਣੇ ਆਤਮ ਵਿਸ਼ਵਾਸ ਨੂੰ ਜਗਾਈਏ। ਜਿਹੜਾ ਕੰਮ ਸਾਡੇ ਵੱਡੇ ਵਡੇਰੇ ਕਰ ਚੁੱਕੇ ਹਨ, ਅਸੀਂ ਉਹਨਾਂ ਦੇ ਸਪੂਤ ਕਿਉਂ ਨਹੀਂ ਕਰ ਸਕਦੇ? ਪ੍ਰਾਚੀਨ ਹਿੰਦੂਆਂ ਬਾਰੇ ਹੋਰ ਗੱਪਾਂ ਵੀ ਵੇਖੋ। ਪਹਿਲਾ, ਹਿੰਦੂਆਂ ਨੇ ਗਿਣਤੀ ਅਤੇ ਹਿੰਦਸਿਆਂ ਦੀ ਖੋਜ ਕੀਤੀ। ਦਸ਼ਮਲਵ ਪ੍ਰਣਾਲੀ ਵੀ ਦੁਨੀਆ ਨੂੰ ਭਾਰਤ ਦੀ ਹੀ ਦੇਣ ਹੈ। ਦੂਸਰਾ, ਸਾਰੀਆਂ ਯੂਰਪੀ ਭਾਸ਼ਾਵਾਂ ਦੀ ਮਾਂ ਸੰਸਕ੍ਰਿਤ ਭਾਸ਼ਾ ਹੈ। ਕੰਪਿਊਟਰ ਪ੍ਰੋਗਰਾਮਿੰਗ ਵਾਸਤੇ ਸੰਸਕ੍ਰਿਤ ਸਭ ਤੋਂ ਢੁਕਵੀਂ ਭਾਸ਼ਾ ਹੈ। ਤੀਜਾ, ਆਯੁਰਵੇਦ ਹੀ ਇਲਾਜ ਦਾ ਸਭ ਤੋਂ ਪ੍ਰਾਚੀਨ ਤਰੀਕਾ ਹੈ। ਚੌਥਾ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 17ਵੀਂ ਸਦੀ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ। ਪੰਜਵਾਂ, ਜਹਾਜ਼ਰਾਨੀ ਤਕਰੀਬਨ 6000 ਸਾਲ ਪਹਿਲਾਂ ਸਿੰਧੂ ਨਦੀ ਤੋਂ ਸ਼ੁਰੂ ਹੋਈ। ਅਸਲ ਵਿੱਚ ਅੰਗਰੇਜ਼ੀ ਸ਼ਬਦ ਨੈਵੀਗੇਸ਼ਨ ਸੰਸਕ੍ਰਿਤ ਸ਼ਬਦ ਨਵਗਤੀ ਤੋਂ ਬਣਿਆ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਬਦ ਨੈਵੀ ਸਮੁੰਦਰੀ ਫੌਜ ਵੀ ਸੰਸਕ੍ਰਿਤ ਦੇ 9 ਧਾਤੂ ਤੋਂ ਹੀ ਵਿਕਸਿਤ ਹੋਇਆ ਹੈ। 6ਵਾਂ, ਭਾਸਕਰਚਾਰੀਆਂ ਨੇ ਖਗੋਲ ਸ਼ਾਸਤਰੀ ਸਮਾਰਟ ਤੋਂ ਸੈਂਕੜੇ ਸਾਲ ਪਹਿਲਾਂ ਪ੍ਰithvi ਦੀ ਸੂਰਜ ਦੁਆਲੇ ਪ੍ਰਦਖਣਾ ਦਾ ਸਮਾਂ ਗਿਣਿਆ ਸੀ। 5ਵੀਂ ਸਦੀ ਵਿੱਚ ਇਹ ਸਮਾਂ
365.258756 4 दिन मिथ्या गया सी। 7वां पाई दा मुल सब तो पहला बौद्धियां ने लभ्या, जिसनों असी रेखा गणित विच फीसागोरस का सिद्धांत करके जानते हैं। 8वां बीज गणित त्रिकोणमिति कैलकुलस भी भारत की ही देन है। 9वां 1896 तक भारत ही हीरियां का इक्को एक स्रोत सी। 10वां बेतार संचार प्रणाली वायरलैस की खोज मार्कोनी ने नहीं सगों जगदीश चंद्र बसु ने की। 11वां सिंचाई वास्ते पानी इकट्ठा करना अते डैम निर्माण का आरंभ भी दुनिया विच भारत के प्रांत सौराष्ट्र गुजरात विच होया। 12वां शतरंज चैस की काड़ भी भारतीयों द्वारा ही हुई है। 13वां चीर फाड़ राही इलाज सर्जरी के मोढी भी भारती महारिषि सुश्रत सन। इतिहास विगाड़न की एक होर घटना वेखो। मैकाल्फ एक अंग्रेज अफसर ते इतिहासकार सी। सिखां तो प्रभावित होकर उसने अमृत छक लिया। लंडन वापस जाके उसकी मौत हो गई। अमरीका विच मैनू एक इंग्लैंड विच रहन वाला सिख मिलिया, जिसने दस्सिया कि मैकाल्फ की कबर उसने आप वेखी है, जिस ते उकरिया होया है मैकाल्फ सिंह। मैं उसनों पुछया कि उसकी कबर क्यों बनाई गई, संस्कार क्यों ना किया गया। तो उस सिंह ने कहा अपने परिवार विचों सिर्फ इकल्ला मैकाल्फ ही सिंह सजिया सी। उसके परिवार के होर किसी भी अंग्रेज नूं सिख संस्कारां दा कोई पता नहीं सी। वैसे भी इंग्लैंड ते होर यूरोपीयन देशों के लोग भारत वांग खुलेआम मुर्दा नहीं साड़ सकते, क्योंकि वह समझते हैं कि इस तरह हवा विच मलीनता फैलती है ते मुर्दे विचों निकलण वालियां गैसां जिउंदे मनुक्खां नूं नुकसान पहुंचा सकदियां हन। हुण बिजली नाल संस्कार होण लग पए हन। उदों इंग्लैंड विच बहुते सिख नहीं सन रहिंदे जिहड़े उसके परिवार नूं अंतिम संस्कारां बारे जानकारी दिंदे। नाले मैकाल्फ दा परिवार लंडन शहर दे बाहर-बाहर रहिंदा सी ते उन्हां दी कबर उन्हां दे खानदानी शमशान भूमि विच है, जिथे होर कोई नहीं जा सकदा। उन्हां ने मेरे नाल वादा कीता सी कि वापस इंग्लैंड जाण ते मैकाल्फ साहिब दी कबर दी फोटो मैनूं भेजणगे। पर हिंदू उस बारे की कहिंदे हन जरा वेखो। परंतु हैरानी उस समय हुई जदों मैकाल्फ भारत तो लंदन परतदे समय दोबारा ईसाई बन गया। उसने जहाज विच ही नाई मंगवा के अपने वाल कटवा दिते। वह लंदन के रस्ते विच दोबारा ईसाई बन गया। अज भी ईसाई के नाते उसकी कबर बनी हुई है कि नहीं इतिहास नूं पुट्ठा गेट। काया कपड़ टुक टुक होसी हिंदुस्तान समालसी बोला, सच की बाणी नानक आखे सच सुनाई सी सच की बेला। दा अर्थ हिंदू यह कढ़ के सिखां नूं गुमराह कर रहे हैं ते बाणी दे अर्थां नूं भी तोड़ मरोड़ रहे हैं कि हिंदुस्तान संभलेगा अते उसका बोलबाला होवेगा। असल शब्द इस तरह है, सच्चा सो साहिब सच तपावस सचड़ा न्याओ करेगा मसोला, काया कपड़ टुक टुक होसी हिंदुस्तान समालसी बोला। इसके सही अर्थ इस तरह हैं, प्रभु दे अटल नियमां अनुसार ही इस वेले सैदपुर विच हर पासे मनुख शरीर रूपी कपड़ा टोटे टोटे हो रहा है। इस घटना नूं हिंदुस्तान भुला नहीं सकेगा। हिंदुस्तान समालसी बोलां दे अर्थ हिंदुस्तान बाबर दे जुल्म याद रखेगा, ना कि हिंदुस्तान संभलेगा ते इसदा बोलबाला होवेगा। बाणी दे अर्थां नूं तोड़न मरोड़न तो इलावा इन्हां ने ऐसे ऐसे कैलेंडर छापे हैं जिन्हां नूं वेख के सिखां नूं सती कपड़ी अग लगनी सुभाविक है। गुरु गोबिंद सिंह जी का चित्र छाप के उस उत्ते कृष्ण दियां हथेलियां विचों निकलदा चानण पाया गया है। जिस तरह गुरु गोबिंद सिंह जी की होंद कृष्ण की कृपा करके है, नहीं तां ओह कोई चीज़ ही नहीं है। इसे तरह ही गुरु गोबिंद सिंह जी उत्ते लव अते कुश वल्लों आशीर्वाद के तौर ते अध्यात्मक चानना हथेलियां विचों निकलदा पाया गया है। यह सारा दशम ग्रंथ दियां ऊट पटांग कहानियां ते आधारित है। सिखां नूं चाहिदा सी कि विद्वानां दी एक कमेटी बना के फौरन इस तरह के मिलावटी ਸਾਹਿਤ नूं गुरु जी की असल बाणी तो अड्ड कर देंदे तां कि इसका लाभ लैण की कोई जरूरत ना करदा। पर हुण वेला लंघ चुका है। होर तां होर बाणी के आधार ते कई कवितावां लिखियां गईयां हन, जिवें
असल इस तरह है। जो तो प्रेम खिलन का चाओ, सिर धर तली गली मेरी आओ, इत मार्ग पैर धरीजै, सिर दीजै कान ना कीजै। गुरु ग्रंथ साहिब अंक 1412। ਅਤੇ ਨਕਲ ਇਸ ਤਰ੍ਹਾਂ ਹੈ। ਪ੍ਰੇਮ ਖੇਲਣ ਦਾ ਜੇ ਹੈ ਚਾਓ, ਗੋਬਿੰਦ ਦੀ ਗਲੀ ਆ ਜਾਓ, ਸਿਰ ਰੱਖ ਕੇ ਤਲੀਆਂ ਤੇ ਆਪਣਾ, ਜਿੱਤਣ ਦਾ ਨਿਸ਼ਚਾ ਕਰੀਏ, ਕੰਡਿਆਂ ਤੇ ਚਾਲਸੀ ਨਾ ਕਰਨਾ, ਇਹ ਹਿੰਦੂ ਦੀ ਸ਼ਾਨ ਹੈ, ਧਰਮ ਫੈਲੇਗਾ, ਦੇਸ਼ ਜਾਗੇਗਾ। ਇਹ ਕੱਟੜ ਹਿੰਦੂ ਜਮਾਤ ਰਾਸ਼ਟਰੀ ਸਿੱਖ ਸੰਗਤ ਕਹਿੰਦੀ ਹੈ। ਵੇਦ ਸ਼ਾਸਤਰਾਂ, ਪੁਰਾਣ, ਗੀਤਾ, ਰਮਾਇਣ ਦਾ ਸਾਰ ਅੰਮ੍ਰਿਤ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਲਈ ਇਹ ਗ੍ਰੰਥ ਰਾਸ਼ਟਰੀ ਗ੍ਰੰਥ ਹੈ। ਇਹਨਾਂ ਨੂੰ ਕੋਈ ਪੁੱਛੇ ਕਿ ਕੀ ਇਹ ਸਿੱਖ ਸਤਿਗੁਰਾਂ ਵੱਲੋਂ ਲਿਖਿਆ ਗ੍ਰੰਥ ਕਿਸੇ ਦੇ ਪਿਓ ਦਾ ਹੈ? ਜਿਹੜੇ ਲੋਕ ਇਸ ਰਾਸ਼ਟਰ ਤੋਂ ਬਾਹਰ ਵਾਲੇ ਹੋਰ ਰਾਸ਼ਟਰਾਂ ਵਿੱਚ ਰਹਿੰਦੇ ਹਨ, ਉਹਨਾਂ ਦਾ ਨਹੀਂ। ਇਹ ਜਾਣ ਬੁੱਝ ਕੇ ਸਿੱਖਾਂ ਨੂੰ ਚੁੜਾਉਣ ਵਾਲੀਆਂ ਗੱਲਾਂ ਹਨ, ਜਿਨ੍ਹਾਂ ਤੋਂ ਇਹਨਾਂ ਨਕਲੀ ਸਿੱਖਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਇਹ ਕਹਿੰਦੇ ਹਨ, ਪਹਿਲਾ, ਸਿੱਖ ਹਿੰਦੂਆਂ ਦਾ ਹੀ ਅੰਗ ਹਨ, ਕੇਸਾਧਾਰੀ ਅਤੇ ਸਹਿਜਧਾਰੀ ਸਿੱਖ ਇੱਕ ਹੀ ਹਨ। ਦੂਜਾ, ਸਿੱਖ ਹਿੰਦੂਆਂ ਨੂੰ ਬਚਾਉਣ ਵਾਸਤੇ ਇੱਕ ਫੌਜੀ ਦਸਤਾ ਤਿਆਰ ਕੀਤਾ ਗਿਆ ਸੀ। ਤੀਜਾ, ਸਿੱਖ ਗੁਰੂ ਸਾਹਿਬਾਨ ਹਿੰਦੁਸਤਾਨ ਦੇ ਰਾਸ਼ਟਰੀ ਆਗੂ ਹਨ। ਚੌਥਾ, ਦਸਮ ਗ੍ਰੰਥ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨੀ ਗਈ। ਪੰਜਵਾਂ, ਜਿਹੜੇ ਸਿੱਖ ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ, ਉਹ ਵੱਖਵਾਦੀ ਹਨ। ਛੇਵਾਂ, ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗੋਤਰੀ ਵਿੱਚੋਂ ਫੁੱਟਦੀ ਹੈ। ਸੱਤਵਾਂ, ਜਪੁ ਜੀ ਗੀਤਾ ਦਾ ਛੋਟਾ ਰੂਪ ਹੈ। ਪੁੰਨਿਆ, ਮੱਸਿਆ, ਹੋਲੀ, ਲੋਹੜੀ, ਰੱਖੜੀ ਵਗੈਰਾ ਤਿਉਹਾਰ ਸਿੱਖਾਂ ਲਈ ਬੇਮਾਇਨਾ ਹਨ, ਪਰ ਫਿਰ ਵੀ ਸਿੱਖ ਹਿੰਦੂਆਂ ਦੀ ਵੇਖਾ ਵੇਖੀ ਮਨਾਈ ਜਾਂਦੇ ਹਨ। ਸਿੱਖਾਂ ਲਈ ਕਿਤੇ ਵੀ ਗਾਂ ਦਾ ਮਾਸ ਖਾਣਾ ਮਨਾ ਨਹੀਂ। ਸਤਿਗੁਰਾਂ ਨੇ ਸਪਸ਼ਟ ਨਿਖੇੜਾ ਕਰ ਦਿੱਤਾ ਹੈ, ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ। ਇੱਕ ਉਸ ਮੁਸਲਮਾਨ ਲਈ ਤੇ ਦੂਜਾ ਉਸ ਹਿੰਦੂ ਲਈ ਵਰਤਿਆ ਗਿਆ ਹੈ। ਪਰ ਸਿੱਖਾਂ ਦਾ ਗਾਂ ਦਾ ਮਾਸ ਨਾ ਖਾਣਾ ਖਿੱਤੇ ਦੇ ਰਿਵਾਜਾਂ ਦੀ ਇੱਜ਼ਤ ਕਰਨ ਕਰਕੇ ਹੈ, ਨਹੀਂ ਤਾਂ ਮੈਂ ਅੱਧੀ ਦੁਨੀਆ ਵਿੱਚ ਘੁੰਮ ਕੇ ਵੇਖਿਆ ਹੈ, ਬਾਹਰਲੇ ਦੇਸ਼ਾਂ ਦੇ 99% ਸਿੱਖ ਗਾਂ ਦਾ ਮਾਸ ਖਾਂਦੇ ਹਨ। ਕਿਸੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਸਵਾਲ ਕੀਤਾ ਸੀ ਕਿ ਸਿੱਖ ਗਾਂ ਦਾ ਮਾਸ ਕਿਉਂ ਨਹੀਂ ਛਕਦੇ। ਉਹਨਾਂ ਨੇ ਜਵਾਬ ਦਿੱਤਾ, ਸਿੱਖਾਂ ਨੂੰ ਗਾਂ ਦਾ ਮਾਸ ਖਾਣ ਦੀ ਕੋਈ ਮਨਾਹੀ ਨਹੀਂ, ਸਿਰਫ ਹਿੰਦੂ ਸਮਾਜ ਦੀ ਨੇੜਤਾ ਤੇ ਸਤਿਕਾਰ ਵਜੋਂ ਨਹੀਂ ਖਾਂਦੇ, ਨਹੀਂ ਤਾਂ ਹਰ ਜਾਨਵਰ ਝਟਕਾ ਕੇ ਖਾਧਾ ਜਾ ਸਕਦਾ ਹੈ, ਸਿਰਫ ਹਲਾਲੀ ਕਰਕੇ ਮਾਸ ਖਾਣਾ ਮਨਾ ਹੈ। ਰਾਸ਼ਟਰੀ ਸਿੱਖ ਸੰਗਤ ਜੋ ਸਿਰਫ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ, ਦਾ ਜਾਲ ਬਹੁਤ ਬਾਰੀਕ ਤੇ ਮਜ਼ਬੂਤ ਹੈ। ਆਮ ਨਜ਼ਰ ਨਾਲ ਇਹ ਜਾਲ ਨਹੀਂ ਦਿਸ ਸਕਦਾ। ਅਕਾਲ ਤਖਤ ਦਾ ਸਰਕਾਰੀ ਜਥੇਦਾਰ, ਜਿਹੜਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜ ਕੇ ਬਣਾਇਆ ਗਿਆ ਸੀ, ਨੂੰ ਇਹ ਲੱਗਾ ਕਿ ਬੀਬੀ ਜਗੀਰ ਕੌਰ, ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ, ਉਹਨਾਂ ਨੂੰ ਜਥੇਦਾਰੀ ਤੋਂ ਲਾਹ ਦੇਣਗੇ ਤਾਂ ਹਜ਼ੂਰ ਸਾਹਿਬ ਜਾ ਰਿਹਾ ਪੂਰਨ ਸਿੰਘ ਜਦੋਂ ਮੱਧ ਪ੍ਰਦੇਸ਼ ਦੇ ਗੁਨਾ ਕਸਬੇ ਵਿੱਚ ਪਹੁੰਚਿਆ ਤਾਂ ਉਸਨੇ ਉੱਥੋਂ ਇੱਕ PCO ਤੋਂ ਫੈਕਸ ਭੇਜ ਕੇ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ। ਵੇਖਣ ਨੂੰ ਇਹ ਘਟਨਾ ਬਹੁਤ ਸਧਾਰਨ ਜਿਹੀ ਲੱਗਦੀ ਹੈ, ਪਰ ਜੋ ਸਕੀਮ ਇਸ ਦੇ ਪਿੱਛੇ ਸੀ ਉਹ ਬਹੁਤ ਹੀ ਖਤਰਨਾਕ ਸੀ। ਮੈਨੂੰ ਇੱਥੇ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਬੀਬੀ ਜਗੀਰ ਕੌਰ ਨੇ ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਕੀ ਚੰਗਾ ਕੀਤਾ ਤੇ ਕੀ ਮਾੜਾ, ਪਰ ਇੱਕ ਗੱਲ ਤਾਂ ਕਹਿਣੀ ਹੀ ਪਏਗੀ ਕਿ ਉਸਨੇ ਸਿੱਖ ਕੈਲੰਡਰ ਲਾਗੂ ਕਰਨ ਦਾ ਜੋ ਉਪਰਾਲਾ ਕੀਤਾ, ਇਹ ਉਸ ਵੱਲੋਂ ਕੀਤਾ ਗਿਆ ਇੱਕ ਐਸਾ ਕੰਮ ਹੈ ਜਿਸ ਨੂੰ ਸਿੱਖ ਨਾਲੇ ਚੇਤਾ ਕਰਿਆ ਕਰਨਗੇ ਤੇ ਨਾਲੇ ਅੱਖਾਂ ਵਿੱਚ ਕਸੁੰਨ ਦੇ ਦੇ ਕੇ ਰੋਇਆ ਕਰਨਗੇ। ਔਰਤ ਹੋ ਕੇ ਵੀ ਬੀਬੀ ਜਗੀਰ ਕੌਰ ਨੇ ਮਰਦਾਂ ਨਾਲੋਂ ਵੀ ਵੱਧ ਦਲੇਰੀ ਵਿਖਾ ਕੇ ਸਿੱਖਾਂ ਦੀ ਵੱਖਰੀ ਹੋਂਦ ਕਾਇਮ ਕਰਨ ਬਾਰੇ ਸੋਚਿਆ। ਉਸ ਦਾ ਇਹ ਸ਼ਲਾਘਾਯੋਗ ਕਦਮ ਸਿਫਤ ਕਰਨ ਦੇ ਲਾਇਕ ਹੈ। ਪਰ ਦੂਜੇ ਪਾਸੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕਾਰ ਤੇ ਸਫ਼ਰ ਕਰਦਿਆਂ ਮੱਧ ਪ੍ਰਦੇਸ਼ ਦੇ ਕਸਬੇ ਗੁੰਨੇ ਤੋਂ ਹੀ ਪੂਰਨ ਸਿੰਘ ਨੇ ਫੈਕਸ ਕਿਉਂ ਭੇਜੀ? ਰਾਹ ਵਿੱਚ ਹੋਰ ਵੀ ਇੰਨੇ ਸ਼ਹਿਰ ਆਉਂਦੇ ਹਨ, ਉੱਥੋਂ ਨਹੀਂ ਸੀ ਇਹ ਕੰਮ ਕਰ ਸਕਦਾ, ਕਿਉਂਕਿ ਗੁੰਨਾ ਕਸਬਾ RSS ਦਾ ਹੈੱਡਕੁਆਟਰ ਹੈ, ਜਿੱਥੇ 120 ਦੇ ਕਰੀਬ ਸਾਬਕਾ IAS ਅਫਸਰ ਹਨ, ਜਿਨ੍ਹਾਂ ਦਾ ਕੰਮ ਹੈ ਕਿ ਉਹ ਹਰ ਵੇਲੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ। ਇਹ ਭਲਾ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਸਿੱਖ ਆਪਣਾ ਵੱਖਰਾ ਕੈਲੰਡਰ ਬਣਾ ਲੈਣ ਤੇ ਦੀਵਾਲੀ, ਦੁਸ਼ਹਿਰੇ ਤੇ ਹੋਰ ਹਿੰਦੂ ਤਿਉਹਾਰਾਂ ਤੋਂ ਜਾਨ ਛੁਡਾ ਲੈਣ। ਇਹ ਕੈਲੰਡਰ ਬਣ ਜਾਣ ਤੇ ਸਿੱਖ
ਉਹ ਦੀਵਾਲੀ ਮਨਾਉਂਦੇ ਜਿਸ ਦੀਵਾਲੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਮਿਲੀ ਸੀ। ਰਾਮਚੰਦਰ ਵਾਲੀ ਦੀਵਾਲੀ ਭੁੱਲ ਹੀ ਜਾਣੀ ਸੀ। ਇਹਨਾਂ ਨੇ ਹੀ ਪੂਰਨ ਸਿੰਘ ਕੋਲੋਂ ਵਿਚਾਰੀ ਬੀਬੀ ਜਗੀਰ ਕੌਰ ਨੂੰ ਤਨਖਾਹੀਆ ਕਰਾਰ ਦਿਵਾਇਆ ਤਾਂ ਕਿ ਉਹ ਕੈਲੰਡਰ ਲਾਗੂ ਨਾ ਕਰਵਾ ਸਕੇ। ਇਹਨਾਂ ਨੇ ਹੀ ਪੂਰਨ ਸਿੰਘ ਕੋਲੋਂ ਅੱਤ ਦਾ ਕੋਝਾ ਬਿਆਨ ਦਿਵਾਇਆ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ। ਉਹਨਾਂ ਨੇ 2 ਹੋਰ ਸੰਤਾਂ ਨੂੰ ਵੀ ਪੂਰਨ ਸਿੰਘ ਦੀ ਮਦਦ ਤੇ ਆਉਣ ਦੀ ਚਾਬੀ ਦਿੱਤੀ। ਇਸ ਜੁੰਡਲੀ ਨੇ ਵੀ ਵਿਸ਼ਵ ਸਿੱਖ ਕੌਂਸਲ ਦੇ ਸੈਮੀਨਾਰ, ਜਿਹੜਾ ਕਿ ਕੈਲੰਡਰ ਲਾਗੂ ਕਰਨ ਦੀ ਹਮਾਇਤ ਵਿੱਚ ਰੱਖਿਆ ਗਿਆ ਸੀ ਤੇ ਜਿਸ ਵਿੱਚ ਬੀਬੀ ਜਗੀਰ ਕੌਰ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ, ਵਿੱਚ ਵਿਘਨ ਪਾਉਣ ਲਈ ਬੱਸ ਭਰ ਕੇ ਦੁੱਕੀ ਤਿੱਕੀ ਸਿੱਖ ਭੇਜੇ ਸਨ। ਪਰ ਸਾਨੂੰ ਉਹਨਾਂ ਦੀ ਨੀਅਤ ਦਾ ਪਹਿਲਾਂ ਹੀ ਪਤਾ ਸੀ, ਇਸ ਲਈ ਉਹਨਾਂ ਨੂੰ ਸਫਲਤਾ ਨਾ ਮਿਲੀ। ਪੂਰਨ ਸਿੰਘ ਦੇ ਇੱਕ ਹਮਾਇਤੀ ਸ਼ੇਰ ਸਿੰਘ ਧੰਜਲ ਨਾਂ ਦੇ ਬੰਦੇ ਨੇ ਮੈਨੂੰ ਫੋਨ ਤੇ ਧਮਕੀ ਤੱਕ ਵੀ ਦੇ ਦਿੱਤੀ ਸੀ। ਇੱਕ ਪ੍ਰੈਸ ਕਾਨਫਰੰਸ ਕਰਕੇ ਮੈਂ ਸਾਰੀ ਪ੍ਰੈਸ ਨੂੰ ਦੱਸ ਦਿੱਤਾ ਸੀ ਕਿ ਪੂਰਨ ਸਿੰਘ ਸਾਡੇ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਖੱਪ ਜ਼ਰੂਰ ਪਵਾਏਗਾ। ਇਹ ਖਬਰ ਅਖਬਾਰਾਂ ਦੇ ਪਹਿਲੇ ਸਫ਼ੇ ਤੇ ਛਪ ਗਈ। ਇਹਨਾਂ ਗੱਲਾਂ ਕਰਕੇ ਕਿਸੇ ਦੀ ਵੀ ਕੋਈ ਚਾਲ ਸਫਲ ਨਾ ਹੋ ਸਕੀ। ਅਸਲ ਵਿੱਚ ਪੂਰਨ ਸਿੰਘ ਤੇ ਉਸਦੇ ਨਾਲ ਦੇ 2 ਸਾਧ ਤਾਂ ਸਿਰਫ ਮੋਹਰੇ ਹੀ ਸਨ। ਪਿੱਛੋਂ ਤਾਰ ਰਾਸ਼ਟਰੀ ਸਿੱਖ ਸੰਗਤ ਦੀ ਹਿਲ ਰਹੀ ਸੀ। RSS ਲਈ ਜਿਹੜਾ ਫਾਰਮੂਲਾ ਗੁੰਨੇ ਬੈਠੇ 120 ਵਿਦਵਾਨਾਂ ਥਿੰਕ ਟੈਂਕ ਨੇ ਭੇਜਿਆ, ਉਹ ਹੇਠ ਲਿਖੇ ਅਨੁਸਾਰ ਹੈ। ਪਹਿਲਾ, RSS ਦੇ ਵਰਕਰਾਂ ਨੂੰ ਸਿੱਖ ਬਣਾਉਣਾ ਤੇ ਵਕਾਊ ਸਿੱਖਾਂ ਨੂੰ ਖਰੀਦ ਕੇ RSS ਵਿੱਚ ਭਰਤੀ ਕਰਕੇ ਸਿੱਖ ਰਹਿਤ ਮਰਿਆਦਾ ਤੋਂ ਉਲਟ ਪ੍ਰਚਾਰ ਕਰਨਾ ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ। ਦੂਜਾ, ਸਿੱਖਾਂ ਦੇ ਧਾਰਮਿਕ ਆਗੂਆਂ, ਸੰਤ ਮਹਾਤਮਾ, ਡੇਰਿਆਂ ਦੇ ਮੁਖੀਆਂ ਤੇ ਸਿੱਖ ਰਾਜਨੀਤੀ ਵਿੱਚ ਨਰਮ ਖਿਆਲੀਆਂ ਨਾਲ ਚੰਗੇ ਸਬੰਧ ਪੈਦਾ ਕਰਨੇ। ਤੀਜਾ, ਆਪਣੇ ਪ੍ਰਚਾਰ ਦਾ ਨਿਸ਼ਾਨਾ ਪਿੰਡਾਂ ਨੂੰ ਬਣਾਉਣਾ ਤੇ ਪੇਂਡੂ ਸਿੱਖਾਂ ਨੂੰ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਤੇ ਸਿੱਖਾਂ ਨੂੰ ਹਿੰਦੂਆਂ ਦੀ ਹੀ ਅੰਸ਼ ਸਾਬਤ ਕਰਨਾ। ਚੌਥਾ, ਹਿੰਦੂ ਮੰਦਰਾਂ ਵਿੱਚ ਕੀਰਤਨ ਦਰਬਾਰ ਕਰਵਾਉਣੇ ਤੇ ਗੁਰਦੁਆਰਿਆਂ ਵਿੱਚ ਹਿੰਦੂ ਧਾਰਮਿਕ ਸਮਾਗਮ ਕਰਵਾਉਣੇ। ਹਿੰਦੂ ਜਥਿਆਂ ਕੋਲੋਂ ਕੀਰਤਨ ਕਰਵਾਉਣਾ ਤੇ ਸਿੱਖੀ ਦਿੱਖ ਵਾਲਿਆਂ ਕੋਲੋਂ ਮਾਤਾ ਦੀਆਂ ਭੇਟਾਂ ਗਵਾਉਣੀਆਂ। ਪੰਜਵਾਂ, ਗੁਰਦੁਆਰਾ ਸਾਹਿਬਾਨ ਵੱਲ ਜਾਂਦਿਆਂ ਰਸਤਿਆਂ ਤੇ ਸਿੱਖ ਧਾਰਮਿਕ ਬੋਰਡਾਂ ਦੇ ਥੱਲੇ ਸਿਗਰਟ, ਬੀੜੀ, ਪਾਨ, ਤੰਬਾਕੂ ਦੇ ਖੋਖੇ ਲਗਾਉਣੇ। ਛੇਵਾਂ, ਦਸਮ ਗ੍ਰੰਥ ਨੂੰ ਸਿੱਖਾਂ ਦਾ ਅਸਲੀ ਗ੍ਰੰਥ ਸਾਬਤ ਕਰਨਾ ਤੇ ਦਸਮ ਗ੍ਰੰਥ ਵਿੱਚੋਂ ਆਪਣੀ ਮਰਜ਼ੀ ਦੀਆਂ ਟੁਕਾਂ ਕੱਢ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ। ਸੱਤਵਾਂ, ਸਿੱਖ ਨਗਰਾਂ, ਸਿੱਖ ਮੁਹੱਲਿਆਂ ਤੇ ਸਿੱਖ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਇਲਾਕੇ ਵਿੱਚ ਵੱਧ ਤੋਂ ਵੱਧ ਗੈਰ ਸਿੱਖਾਂ UP, ਬਿਹਾਰ ਦੇ ਭਈਆਂ ਨੂੰ ਵਸਾਉਣਾ। ਅੱਠਵਾਂ, ਸਕੂਲਾਂ ਕਾਲਜਾਂ 'ਚ RSS ਨਾਲ ਸੰਬੰਧਿਤ ਅਧਿਆਪਕ, ਲੈਕਚਰਾਰ ਅਤੇ ਪ੍ਰਿੰਸੀਪਲ ਲਾਉਣੇ ਤੇ ਸਿੱਖ ਵਿਦਿਆਰਥੀਆਂ ਵਿੱਚ ਪਤਿਤਪੁਣੇ ਦੀ ਲਹਿਰ ਨੂੰ ਸ਼ਹਿ ਦੇਣੀ ਤੇ ਸਿੱਖੀ ਤੋਂ ਦੂਰ ਰੱਖਣ ਲਈ ਉਪਰਾਲੇ ਕਰਨੇ। ਨੌਵਾਂ, ਪੰਜਾਬ ਬਹੁ ਗਿਣਤੀ ਸਿੱਖ ਸੂਬੇ ਨੂੰ ਘੱਟ ਗਿਣਤੀ ਸਿੱਖ ਸੂਬਾ ਬਣਾਉਣ ਲਈ ਵੱਧ ਤੋਂ ਵੱਧ ਗੈਰ ਸਿੱਖ ਲੋਕ ਪੰਜਾਬ ਭੇਜਣੇ। ਦਸਵਾਂ, ਬਾਹਰਲੇ ਰਾਜਾਂ ਤੋਂ ਵੱਧ ਜਰਾਇਮ ਪੇਸ਼ਾ ਲੋਕਾਂ ਤੇ ਮੰਗਤਿਆਂ ਨੂੰ ਪੰਜਾਬ ਸਿੱਖਾਂ ਦੇ ਘਰਾਂ ਵਿੱਚ ਡਾਕੇ ਮਰਵਾਉਣੇ ਤੇ ਬਾਹਰੋਂ ਆਉਣ ਵਾਲੇ ਹਰੇਕ ਮੰਗਤੇ ਤੇ ਜਰਾਇਮ ਪੇਸ਼ਾ ਲੋਕਾਂ ਨੂੰ ਮੁਫਤ ਸਫ਼ਰ ਦੀ ਸਹਾਇਤਾ ਦੇਣੀ। ਪਹਿਲਾ, ਦੇ ਸ਼ਿਵਾ ਬਰਮੋਹੇ, ਇਹ ਹੈ ਸ਼ਬਦ ਦੇ ਗਲਤ ਅਰਥ ਕੱਢ ਕੇ ਇਸ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਸ਼ਿਵ ਜੀ ਕੋਲੋਂ ਵਰ ਮੰਗਣ ਦਾ ਪ੍ਰਚਾਰ ਕਰਨਾ। ਦੂਜਾ, ਗੁਰੂ ਤੇਗ ਬਹਾਦਰ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਭਾਈ ਮਤੀ ਦਾਸ ਸ਼ਰਮਾ ਅਤੇ ਸਤੀ ਦਾਸ ਸ਼ਰਮਾ ਤੇ ਭਾਈ ਦਿਆਲਾ ਸ਼ਰਮਾ ਦੱਸ ਕੇ ਹਿੰਦੂ ਸਾਬਤ ਕਰਨਾ। ਤੀਜਾ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਹਿੰਦੂ ਗੱਗੂ ਬ੍ਰਾਹਮਣ ਦਾ ਨਾਂ ਬਦਲ ਕੇ ਗੰਗੂਲ ਹੱਕ ਮੁਸਲਮਾਨ ਹੋਣ ਦਾ ਪ੍ਰਚਾਰ ਕਰਨਾ। ਚੌਥਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਕੈਲੰਡਰ ਛਾਪ ਕੇ ਸਾਹਿਬਜ਼ਾਦਿਆਂ ਉੱਪਰ ਰਾਮਚੰਦਰ ਨੂੰ ਆਸ਼ੀਰਵਾਦ ਦਿੰਦਾ ਦਿਖਾਉਣਾ। ਗੁਰੂ ਨਾਨਕ ਦੇ ਕੈਲੰਡਰ ਤੇ ਲਵ ਕੁਸ਼ ਨੂੰ ਆਸ਼ੀਰਵਾਦ ਦਿੱਤਾ ਦਿਖਾਉਣਾ। ਪੰਜਵਾਂ, ਓਮ ਨਿਮਾਏ ਸ਼ਿਵਾਏ ਦੀਆਂ ਸੂਰਜੀ ਕਿਰਨਾਂ 10 ਗੁਰੂ ਸਾਹਿਬਾਨ ਤੇ ਦਰਸਾ ਕੇ ਅਤੇ ਸਭ ਦੇਵੀ ਦੇਵਤਿਆਂ ਦੇ ਪੈਰਾਂ ਵਿੱਚ ਇੱਕ ਓਂਕਾਰ ਨੂੰ ਦਰਸਾਉਣਾ। ਸਿੱਖਾਂ ਲਈ ਚਿੰਤਾ ਦਾ ਵਿਸ਼ਾ। ਪਹਿਲਾ,
पंजाब विच RSS ਦੇ ਸਮਾਗਮਾਂ ਤੇ ਮੀਟਿੰਗਾਂ ਵਿੱਚ ਸਥਾਨਕ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਸ਼ਾਮਲ ਹੁੰਦੇ ਹਨ। ਦੂਜਾ, ਹੁਕਮਰਾਨ ਅਕਾਲੀ ਪਾਰਟੀ ਨੇ RSS ਦੀਆਂ ਵੱਧ ਰਹੀਆਂ ਸਰਗਰਮੀਆਂ ਤੇ ਨਾ ਹੀ ਚਿੰਤਾ ਪ੍ਰਗਟ ਕੀਤੀ ਹੈ ਤੇ ਨਾ ਹੀ ਕੋਈ ਪਾਬੰਦੀ ਲਾਈ ਹੈ। ਤੀਸਰਾ, ਸ਼੍ਰੋਮਣੀ ਕਮੇਟੀ ਨੇ ਵੀ ਕੋਈ ਗੰਭੀਰ ਨੋਟਿਸ ਨਹੀਂ ਲਿਆ ਤੇ ਇਸ ਦੀ ਧਰਮ ਪ੍ਰਚਾਰ ਕਮੇਟੀ ਵੀ ਇਸ ਮੁੱਦੇ ਤੇ ਖਾਮੋਸ਼ ਹੈ। ਚੌਥਾ, ਸਿੱਖ ਧਰਮ ਅਸਥਾਨ ਤੇ ਹੈੱਡ ਗ੍ਰੰਥੀ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਨੇਤਾਵਾਂ ਦਾ RSS ਨਾਲ ਸੰਬੰਧ ਰੱਖਣਾ। ਪੰਜਵਾਂ, ਸਿੱਖਾਂ ਦੇ ਇੱਕਾ ਦੁੱਕਾ ਤੇਜ਼ ਤਰਾਰ ਰਾਜਸੀ ਗਰੁੱਪਾਂ ਨੂੰ ਛੱਡ ਕੇ ਬਾਕੀ ਸਭ ਆਪਣੇ ਰਾਜਸੀ ਸਵਾਰਥਾਂ ਕਾਰਨ ਭੇਦ ਭਰੀ ਖਾਮੋਸ਼ੀ ਅਖਤਿਆਰ ਕਰਕੇ ਬੈਠੇ ਹਨ। ਛੇਵਾਂ, ਸਿੱਖਾਂ ਦੇ ਧਾਰਮਿਕ ਆਗੂ ਸੰਤ ਮਹਾਂਪੁਰਸ਼ ਡੇਰਿਆਂ ਵਾਲੇ ਬਾਬੇ ਕੀਰਤਨੀਏ ਕਥਾਵਾਚਕ ਤੇ ਢਾਡੀ ਜਥੇ ਜੋ ਅਕਸਰ ਆਪਣੀ ਪੇਸ਼ਕਾਰੀ ਦਾ ਸਿੱਕਾ ਜਮਾਉਂਦੇ ਰਹਿੰਦੇ ਹਨ, ਕੋਈ ਵੀ ਨੰਗੇ ਧੜੇ ਮੈਦਾਨ ਵਿੱਚ ਨਹੀਂ ਉਤਰਿਆ ਜੋ ਸਿੱਖ ਪੰਥ ਨੂੰ ਇਸ ਗੰਭੀਰ ਸੰਕਟ ਦਾ ਅਹਿਸਾਸ ਕਰਵਾ ਕੇ ਸਿੱਖਾਂ ਦਾ ਪ੍ਰੇਰਨਾ ਸਰੋਤ ਬਣਿਆ ਹੋਵੇ। ਸੱਤਵਾਂ, ਸਿੱਖ ਕੌਮ ਦੀ ਵੱਖਰੀ ਪਛਾਣ ਦੱਸਣ ਵਾਲਾ ਨਾਨਕਸ਼ਾਹੀ ਕੈਲੰਡਰ ਸਿੱਖ ਆਗੂਆਂ ਵੱਲੋਂ RSS ਦੇ ਇਸ਼ਾਰੇ ਤੇ ਲਾਗੂ ਨਾ ਹੋਣ ਦੇਣਾ। ਅੱਠਵਾਂ, ਸਿੱਖ ਕੌਮ ਦੀ ਰਹਿਨੁਮਾਈ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਨਾ ਤੇ ਮੀਟਿੰਗਾਂ ਦਾ ਐਲਾਨ ਕਰਕੇ ਕਿਸੇ ਦਬਾਅ ਕਾਰਨ ਮੀਟਿੰਗਾਂ ਮੁਲਤਵੀ ਕਰਨਾ। ਦੂਜੇ ਪਾਸੇ ਰਾਸ਼ਟਰੀ ਸਿੱਖ ਸੰਗਤ ਆਪਣੇ ਵਰਕਰਾਂ ਨੂੰ ਆਦੇਸ਼ ਦਿੰਦੀ ਹੈ। ਪਹਿਲਾ, ਘੱਟ ਗਿਣਤੀਆਂ ਦੇ ਵਿਰੁੱਧ ਹਥਿਆਰਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਏ। ਦੂਜਾ, ਸਰਕਾਰੀ ਅਧਿਕਾਰੀਆਂ ਵਿੱਚ ਹਿੰਦੂਤਵ ਨੂੰ ਵਧਾਉਣ ਦਾ ਕੰਮ ਤੇਜ਼ ਕੀਤਾ ਜਾਵੇ। ਤੀਜਾ, ਡਾਕਟਰਾਂ ਕੈਮਿਸਟਾਂ ਵਿੱਚ ਹਿੰਦੂਤਵ ਨੂੰ ਵਧਾਇਆ ਜਾਵੇ। ਘੱਟ ਗਿਣਤੀਆਂ ਨੂੰ ਵੇਲਾ ਵਿਹਾ ਚੁੱਕੀਆਂ ਦਵਾਈਆਂ ਦਿੱਤੀਆਂ ਜਾਣ। ਨਵ ਜਨਮੇ ਬੱਚਿਆਂ ਨੂੰ ਅਪੰਗ ਬਣਾਉਣ ਲਈ ਟੀਕੇ ਲਾਏ ਜਾਣ। ਸ਼ੂਦਰ ਮੁਸਲਮਾਨ ਈਸਾਈ ਤੇ ਸਿੱਖ ਬਸਤੀਆਂ ਨੇੜੇ ਗਲਤ ਖੂਨਦਾਨ ਕੈਂਪ ਲਾਏ ਜਾਣ। ਚੌਥਾ, ਦਲਿਤਾਂ ਪਛੜੀਆਂ ਸ਼੍ਰੇਣੀਆਂ ਈਸਾਈਆਂ ਦੀਆਂ ਬਸਤੀਆਂ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਪ੍ਰਚਲਿਤ ਕੀਤਾ ਜਾਏ। ਜਰਾਇਮ ਪੇਸ਼ਾ ਲੋਕਾਂ ਨੂੰ ਬਸਤੀਆਂ ਨੇੜੇ ਵਧਾ ਕੇ ਸ਼ਰਾਬ, ਨਸ਼ੀਲੀਆਂ ਵਸਤਾਂ, ਜੂਏਬਾਜ਼ ਤੇ ਲਾਟਰੀਆਂ ਦੇ ਅੱਡੇ ਬਣਾਏ ਜਾਣ। ਇਹਨਾਂ ਦੀਆਂ ਇਸਤਰੀਆਂ ਨੂੰ ਦੇਹ ਵਪਾਰ ਲਈ ਉਕਸਾਇਆ ਜਾਵੇ। ਇਹਨਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਸਕੂਲਾਂ ਵਿੱਚ ਲਿਆਂਦਾ ਜਾਏ ਤੇ RSS ਦੀਆਂ ਹਦਾਇਤਾਂ ਅਨੁਸਾਰ ਪੜ੍ਹਾਇਆ ਜਾਏ। ਪੰਜਵਾਂ, ਗੈਰ ਹਿੰਦੂ ਅਸਥਾਨਾਂ ਦੇ ਨੇੜੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਜ਼ਮੀਨ ਥੱਲੇ ਦਬਾਉਣ ਦਾ ਕਾਰਜ ਜਾਰੀ ਰੱਖਿਆ ਜਾਏ। ਅਜਿਹਾ ਸਾਹਿਤ ਰਚਿਆ ਜਾਏ ਕਿ ਸਾਬਤ ਹੋ ਸਕੇ ਕਿ ਚਰਚ, ਮਸਜਿਦਾਂ ਤੇ ਸਤੂਪੇ ਪੁਰਾਣੇ ਹਿੰਦੂ ਧਾਰਮਿਕ ਅਸਥਾਨ ਹਨ ਜਿਨ੍ਹਾਂ ਨੂੰ ਈਸਾਈ, ਮੁਸਲਮਾਨਾਂ ਤੇ ਬੋਧੀ ਹਮਲਾਵਰਾਂ ਨੇ ਢਹਿ ਢੇਰੀ ਕਰ ਦਿੱਤਾ ਸੀ। ਛੇਵਾਂ, ਬੋਧਾਂ, ਜੈਨਾਂ, ਈਸਾਈਆਂ ਤੇ ਸਿੱਖਾਂ, ਮੁਸਲਮਾਨਾਂ ਦਾ ਹਿੰਦੂਕਰਨ ਜਾਰੀ ਰੱਖਿਆ ਜਾਏ। ਜੈਨ ਮੰਦਰਾਂ ਵਿੱਚ ਰਾਮ ਦੀ ਪੂਜਾ ਕਰਵਾਈ ਜਾਏ। ਮਸਜਿਦਾਂ ਨੂੰ ਪੁਰਾਣੇ ਮੰਦਰ ਦੱਸ ਕੇ ਹਮਲੇ ਕੀਤੇ ਜਾਣ। ਈਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਤੋਂ ਸਖਤੀ ਨਾਲ ਰੋਕਿਆ ਜਾਏ। ਲੋੜ ਪੈਣ ਤੇ ਪਰਿਵਾਰ ਸਮੇਤ ਖਤਮ ਕੀਤਾ ਜਾਏ। ਜਦ ਸਾਰੇ ਗੁਰੂ ਸਾਹਿਬਾਨ ਸਾਂਝੇ, ਗੁਰਬਾਣੀ ਸਾਂਝੀ, ਗੁਰਦੁਆਰੇ ਸਾਂਝੇ ਅਤੇ ਮੰਦਰ ਸਾਂਝੇ, ਗੁਰਪੁਰਬ ਤੇ ਰਾਮਨੌਮੀ ਸਾਂਝੀ, ਤਾਂ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਮੰਦਰ ਕਮੇਟੀਆਂ ਸਾਂਝੀਆਂ ਕਿਉਂ ਨਹੀਂ? ਸੁਦਰਸ਼ਨ ਚੌਹਾਨ, ਪ੍ਰਦੇਸ਼ ਸੰਗਠਨ ਮੰਤਰੀ, ਰਾਸ਼ਟਰੀ ਸਿੱਖ ਸੰਗਤ ਪੰਜਾਬ। ਅਕਸਰ ਗੁਰਦੁਆਰਿਆਂ ਵਿੱਚ ਜਾਂ ਹੋਰ ਧਾਰਮਿਕ ਦੀਵਾਨਾਂ ਵਿੱਚ ਸਾਡੇ ਪੰਥਕ ਅਤੇ ਸਿੱਖ ਵਿਦਵਾਨ ਇਹ ਕਹਿ ਜਾਂਦੇ ਹਨ, ਗੁਰੂ ਉਪਦੇਸ਼ ਚਾਰੇ ਵਰਨਾਂ ਨੂੰ ਸਾਂਝਾ। ਆਮ ਤੌਰ ਤੇ ਹਰ ਗੁਰਦੁਆਰੇ ਦੇ ਦਰਵਾਜ਼ੇ ਵੀ 4 ਬਣਾਏ ਜਾਂਦੇ ਹਨ। ਹਰ ਵਰਨ ਲਈ ਇੱਕ ਦਰਵਾਜ਼ਾ। 4 ਵਰਨ ਹਨ, 4 ਦਰਵਾਜ਼ੇ। ਸਾਰੇ ਜਾਣਦੇ ਹਨ ਕਿ ਇਹ ਵਿਵਸਥਾ ਹਿੰਦੂ ਸਮਾਜ ਦੀ ਪਹਿਚਾਣ ਹੈ ਜਿਸ ਵਿੱਚ 4 ਵਰਨ ਭਾਵ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਮੰਦਰ ਹੋਵੇ ਜਾਂ ਗੁਰਦੁਆਰਾ, ਦੋਨਾਂ ਦਾ ਅਧਿਆਤਮਿਕ ਦਰਸ਼ਨ ਇੱਕ ਹੀ ਹੈ। ਜਦ ਚਿੰਤਨ ਇੱਕ ਹੈ, ਜੀਵਨ ਮੁੱਲ ਇੱਕ ਹੈ, ਮਾਨ ਬਿੰਦੂ ਇੱਕ ਹੈ, ਜੀਵਨ ਦ੍ਰਿਸ਼ਟੀ ਇੱਕ ਹੈ, ਸੱਭਿਆਚਾਰ ਤੇ ਪਰੰਪਰਾਵਾਂ ਇੱਕ ਹਨ, ਪਰਿਵਾਰ ਸਾਂਝੇ ਹਨ, ਬਾਜ਼ਾਰ ਸਾਂਝੇ ਹਨ, ਵਪਾਰ ਸਾਂਝੇ ਹਨ, ਜਿਉਣਾ ਮਰਨਾ ਸਾਂਝਾ ਹੈ, ਸ਼ਮਸ਼ਾਨ ਸਾਂਝੇ ਹਨ, ਕਲੱਬਾਂ ਸਾਂਝੀਆਂ ਹਨ, ਰਾਜਨੀਤਿਕ ਦਲ ਸਾਂਝੇ ਹਨ। ਜਦ ਸਭ ਕੁਝ ਸਾਂਝਾ ਹੀ ਸਾਂਝਾ ਹੈ, ਗੁਰਪੁਰਬ, ਰਾਮ ਨੌਮੀ,
कृष्ण जन्म अष्टमी, विसाखी, दिवाली जद सब सांझे हैं तो फिर गुरुद्वारा प्रबंधक कमेटियां ते मंदिर कमेटियां सांझियां क्यों नहीं? इन्हां कमेटियां विच सहजधारी रूप अते केसाधारी रूप का अंतर क्यों है? धार्मिक त्योहार मनाउण अते कमेटियां बनाउण विच यह कच्ची दीवार क्यों? यह कच्ची कंध हर हालत विच डिग जानी चाहिदी है। ना तो हिंदुआं दे लई गुरु साहिबान अते गुरपुरब बेगाने हैं अते ना ही सिखां दे लई भगवान कृष्ण बेगाने। दसम पिता श्री गुरु गोबिंद सिंह जी महाराज ने अपनी आत्म कथा श्री वचित्र नाटक विच आप अपनी लेखनी अते शब्दां द्वारा सिद्ध कीता है कि सारे गुरु साहिबान बेदी अते सोढी वंशां विचों प्रगट होए। बेदी अते सोढी वंश लव अते कुश दी औलाद सन। लव अते कुश राम दे पुत्र सन। इस रिश्ते नाल सारे गुरु साहिबान अते गुरु चेले सूरज वंशी हन, रघुवंशी हन। किन्ना चंगा होवे जेकर गुरुद्वारियां अते मंदिर कमेटियां सहजधारी अते केसाधारी भरा मिल जुल कर बनाउण अते उन्हां नूं चलाउण तां कि समाज विच मिठी एकता अते समरसता दा वातावरण निर्माण होवे। राष्ट्री सिख संगत पंजाब प्रदेश दे प्रधान प्रिंसीपल सरदार सेवा सिंह चावला फरीदकोट, मुख सकत्तर सरदार रघबीर सिंह छेहटा अमृतसर ते सुदर्शन चौहान संगठन सकत्तर जलंधर दे साजे बयान दी हूबहू नकल। डेरेदारां बारे एक सिख विद्वान दे विचार। जो कुछ नानकसर डेरे विच लुधियाणे वापरिया है उस तो अफसोस दुख तां होया है पर हैरानी रंचक मात्र भी नहीं। यह घटना सिख पंथ दे सोचण लई वंगार है। कित्थों कित्थे पहुंच गए हन सिख। जंगा विच दुश्मनां दीआं धीआं भैणां महफूज सन। गवाही दिंदा है सिखां दे जानी दुश्मन दा लखारी काजी नूर मुहम्मद। अज गुरुद्वारे विच बलात्कार क्या प्राप्ति है? गुरुद्वारा सुधार लहर जिसदी देन सी अकाली दल ने महंतां साधां डेरेदारां तो गुरधाम आज़ाद करवा के पंथ नूं सौंपे। अज राज सत्ता दे भुखे सिख लीडरां ने डेरियां दी भरमार लगा दित्ती है। गुरुद्वारा लहर नूं सिफर कर दिता है। सिख समाज दी सियासी अगवाई वास्ते डेरेदार आ गए हैं। डेरेदार मंत्री वोटां मंगण वास्ते संत समाज। धर्म दी दुरवरतों सियासी प्राप्ति लई सिੱਖੀ दे असूलां ते तीबर हमला है। राज धर्म दी रखिया वास्ते है। धर्म सियासत दी प्राप्ति लई पौड़ी नहीं। एक नारायण दास तो गुरधाम मुक्त कराउण लई कईयां ने शहीदियां दित्तियां। अज साडे आगूआं दी किरपा नाल किन्ने नारायण दास थापे गए हन। अफसोस किस गल दा? दुख भी है कि पंथ मूक दर्शक बन के सब कुछ वेख रिहा जर रिहा है। किसी ने आवाज़ नहीं उठाई कि उन्हां शहीदां दीआं रूहां कल्प रहियां होणगीआं जिन्हां दे असीं देणदार हां। सरकार उदों भी डेरेदारां दे हक विच सी। अज भी बहुत डेरियां नूं सरकार दी सरप्रस्ती हासिल है। मनोरथ भी उही है, पंथ नूं खेरू खेरू करके कमज़ोर करना। गवांडी मुल्कां वल वेख लवो। मुल्ला मुलाणे सदर नूं चेतावनी दिंदे हन, रहबरी करते हैं। दूजे पासे साधां आचार्यां दे आदेशां दी पालना हुंदी है। पर सिखां विच सरकार दे कर्मचारी कारकुन श्रोमणी कमेटी दे प्रधान हैं। धर्म अंकुश सियासत तो हट गया है। तवारीख गवाह है कि राज सत्ता ते काम दुराचार दा अनिखड़वा साथ है। पिता नूं कामवश देख के ही गंगा पुत्र ने भीषम प्रतिज्ञा कीती सी। मैं नहीं ग्रंथ बोलदे हां। कुछ घटनावां ताज़ियां कर लैणियां मुनासब होणगियां। अतवाद दे दिनां विच एक डेरे तो बेहिसाब असला बरामद होया। चेला मंत्री ने नप लिया। दूसरे एक दफ़ा मैं एक समागम ते गया तां मुफ्त विच पंजाब दे पुलिस इंस्पैक्टर ने मैनूं राह विखाया। चंडीगढ़ एक डेरेदार ने स्कूल वास्ते प्रिंसीपल दी इंटरव्यू क्रिड दे दफ्तर विच रखी। 6 महीने बाद पंजाब सरकार ने उस डेरे नूं 10 लाख रुपए दी भेंट कीती। चंडीगढ़ विच भी इश्तिहार वंडे गए कि पुलिस दे सहयोग नाल कीर्तन दरबार होवे। जिन्ना सियासत दा अपराधीकरण खतरनाक है उन्ना ही डेरियां दा सियासीकरण। हालत इत्थों तक विगड़ गई है कि डेरेदारी दी वबा तो सिखां दियां उच्चतम संस्थावां भी नहीं बचियां। श्री अकाल तख्त साहिब, श्री हरमंदर साहिब, श्रोमणी कमेटी तक भी इस छित्ते पै गए हैं।
ਪਹਿਲਾਂ ਉਪਰੋਕਤ ਸੰਸਥਾਵਾਂ ਵਿੱਚ ਪੰਥ ਮਰਿਆਦਾ ਦੀ ਜਗ੍ਹਾ ਡੇਰਿਆਂ ਦੀ ਮਰਿਆਦਾ ਲਾਗੂ ਕੀਤੀ ਗਈ। 10 ਸਾਲ ਉੱਪਰ ਹੋ ਗਏ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਸੱਚੇ ਪਿਤਾ ਵਾਹਿਗੁਰੂ ਨੂੰ ਸੰਬੋਧਨ ਨਹੀਂ ਹੁੰਦੀ। ਅੱਜ ਜਥੇਦਾਰ ਸਾਹਿਬਾਨ ਤੇ ਵੀ ਕਿੰਤੂ ਪ੍ਰੰਤੂ ਸ਼ੁਰੂ ਹੋ ਗਈ ਹੈ। ਕਦੇ ਨਹੀਂ ਸੀ ਸੁਣਿਆ ਕਿ ਫਰਿਆਦੀ ਅਤੇ ਦੋਸ਼ੀ ਦੋਹਾਂ ਨੂੰ ਤਨਖਾਹ ਲੱਗੇ, ਨਾਲੇ ਮਾਰੇ ਨਾਲ ਰੋਣ ਨਾ ਦੇਵੇ। ਸ਼੍ਰੋਮਣੀ ਕਮੇਟੀ ਨੂੰ ਇੱਕ ਡੇਰੇਦਾਰ ਦੇ ਹਵਾਲੇ ਕਰ ਦੇਣਾ ਸਿੱਖ ਜਗਤ ਨਾਲ ਵੱਡਾ ਮਖੌਲ ਸੀ। ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਸੀ। ਅੱਜ ਇਹ ਅਕਾਲੀ ਦਲ ਦਾ ਇੱਕ ਵਿੰਗ ਬਣ ਗਈ ਹੈ। ਕਿ ਗੈਰ ਅਕਾਲੀ ਸਿੱਖ ਸਿੱਖ ਨਹੀਂ। ਇੱਕ ਚਪੜਾਸੀ ਨੂੰ ਬਰਤਰਫ ਕਰਨ ਵਾਸਤੇ ਤਾਂ ਵਿਧੀ ਹੈ, ਪਰ ਜਥੇਦਾਰ ਸਾਹਿਬ ਨੂੰ ਹਟਾਉਣ ਲਈ ਨਹੀਂ। ਸਿੱਖ ਸਿਧਾਂਤ ਉਲਟ ਪੁਲਟ ਕਰ ਦਿੱਤੇ ਗਏ ਹਨ। ਵਾਹਿਗੁਰੂ ਪੂਜ ਦੀ ਬਜਾਏ ਅੱਜ ਸਿੱਖ ਗੁਰੂ ਪੂਜ ਹੋ ਗਏ ਹਨ। ਇਹ ਹੈ ਗੁਰੂ ਡੰਮ, ਡੇਰਾ ਡੰਮ ਦਾ ਆਗਾਜ਼। ਅਕਾਲ ਪੁਰਖ ਦੀ ਜਗ੍ਹਾ ਪੁਰਖ ਨੇ ਲੈ ਲਈ ਹੈ। ਕਿਸੇ ਨੇ ਮਕਾਨ ਬਣਾਇਆ ਹੋਵੇ ਤਾਂ ਇਨਕਮ ਟੈਕਸ ਵਾਲੇ ਖਰਚਾ ਪੁੱਛਦੇ ਹਨ। ਕਰੋੜਾਂ ਰੁਪਏ ਲਗਾ ਕੇ ਇੱਕ ਦੁਕਾਨ ਖੋਲ ਲਵੋ ਤੇ ਸਰਕਾਰ ਤੋਂ ਬਚਣ ਲਈ ਅੱਗੇ ਕਰ ਦਿਓ ਗੁਰੂ ਗ੍ਰੰਥ ਸਾਹਿਬ। ਕਿਸੇ ਜਗ੍ਹਾ ਜ਼ਮੀਨ ਦੱਬ ਲਓ ਤੇ ਅਖੰਡ ਪਾਠ ਸ਼ੁਰੂ ਕਰਵਾ ਦਿਓ। ਜੇ ਪੁਲਿਸ ਆਵੇ ਤਾਂ ਦਿਖਾ ਦਿਓ ਗੁਰੂ ਗ੍ਰੰਥ ਸਾਹਿਬ। ਜ਼ਮੀਨ ਤੁਸੀਂ ਦੱਬੋ, ਜੇ ਪੁਲਿਸ ਕੁਝ ਕਰੇ ਕਿਸੇ ਦਾ ਹੱਕ ਦਿਲਵਾਏ ਤਾਂ ਅਪਮਾਨ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਦਾ ਅਸਲੀ ਮਾਇਨੇ ਵਿੱਚ ਅਪਮਾਨ ਕੌਣ ਕਰਦਾ ਹੈ? ਜੋ ਕਿਸੇ ਨੂੰ ਉਸ ਦਾ ਹੱਕ ਦਿਵਾਉਂਦਾ ਹੈ ਜਾਂ ਜੋ ਗ੍ਰੰਥ ਸਾਹਿਬ ਨੂੰ ਜ਼ਮੀਨ ਨਜਾਇਜ਼ ਤੌਰ ਤੇ ਦੱਬਣ ਲਈ ਵਰਤਦਾ ਹੈ। ਮੁਫਤ ਦੇ ਬਦਾਮ, ਕਾਜੂ, ਅਨੇਕ ਪ੍ਰਕਾਰ ਦੇ ਭੋਜਨ ਭੋਗ ਵਾਸਤੇ ਹੀ ਤਿਆਰ ਕਰਦੇ ਹਨ। ਇਸੇ ਲਈ ਗੁਰੂ ਨਾਨਕ ਨੇ ਗ੍ਰਹਿਸਥ ਮਾਰਗ ਨੂੰ ਉੱਤਮ ਦਰਜਾ ਦਿੱਤਾ ਹੈ। ਕੁਦਰਤ ਦੇ ਅਸੂਲਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਗ੍ਰਹਿਸਥੀ ਅੱਗੇ ਮੇਨਕਾ ਨੀਤੀ ਨਹੀਂ ਚੱਲ ਸਕਦੀ। ਏਕਾ ਨਾਰੀ ਸਾਈ ਜਤੀ, ਇਸ ਦੀ ਤਸਵੀਰ 6ਵੇਂ ਗੁਰੂ ਸਾਹਿਬ ਨੇ ਔਰਤ ਇਮਾਨ ਕਹਿ ਕੇ ਕੀਤੀ ਹੈ। ਕੁਦਰਤੀ ਅਸੂਲਾਂ ਦੇ ਵਿਰੁੱਧ ਬਣੀਆਂ ਰੀਤਾਂ ਨੇ ਹੀ ਦੇਵਦਾਸੀ ਦੀ ਪਰੰਪਰਾ ਨੂੰ ਮਾਨਤਾ ਦਿੱਤੀ। ਅਫਸੋਸਜਨਕ ਸੱਚਾਈ ਹੈ ਕਿ ਸਭ ਤੋਂ ਵੱਧ ਪਾਪ ਧਰਮ ਦੇ ਨਾਮ ਤੇ ਧਰਮ ਦੀ ਆੜ ਵਿੱਚ ਹੁੰਦੇ ਹਨ। ਹਰ ਡੇਰੇ ਦੀ ਆਪਣੀ ਆਪਣੀ ਮਰਿਆਦਾ ਹੋਣ ਕਰਕੇ ਅੱਜ ਸਿੱਖਾਂ ਦੀ ਕੋਈ ਇੱਕ ਕੇਂਦਰੀ ਮਰਿਆਦਾ ਨਹੀਂ ਰਹੀ, ਜਿਸ ਕਾਰਨ ਸਮਾਜ ਡੇਰਿਆਂ ਵਿੱਚ ਵੰਡਿਆ ਗਿਆ ਹੈ। ਬਹੁਤ ਡੇਰਿਆਂ ਵਿੱਚ ਸਾਦਾ ਸੰਤਾਂ ਦੀਆਂ ਤਸਵੀਰਾਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਪਰ ਰੱਖੀਆਂ ਜਾਂਦੀਆਂ ਹਨ, ਜੋ ਮੂਰਤੀ ਪੂਜਾ ਹੈ, ਜਦ ਕਿ ਸਿੱਖਾਂ ਵਿੱਚ ਮੂਰਤੀ ਪੂਜਾ ਮਨਾ ਹੈ। ਸਾਦਾ ਸੰਤਾਂ ਦੇ ਲੰਮੇ ਲੰਮੇ ਬੇਟਬੇ ਚੋਗੇ ਵੇਖ ਕੇ ਬਚਪਨ ਦੀਆਂ ਖੇਡਾਂ ਗੱਲਾਂ ਯਾਦ ਆ ਗਈਆਂ। ਕਿਵੇਂ ਸ਼ਿਕਾਰੀ ਸ਼ਿਕਾਰ ਪਕੜਨ ਵਾਸਤੇ ਜਾਨਵਰਾਂ ਨੂੰ ਚੋਗਾ ਪਾਉਂਦਾ ਹੈ, ਇਸ ਤਰ੍ਹਾਂ ਸ਼ਿਕਾਰੀ ਭੋਲੇ ਭਾਲੇ ਤਿੱਤਰ ਬਟੇਰ ਪਕੜ ਕੇ ਆਪਣੀ ਹਵਸ ਪੂਰੀ ਕਰਦਾ ਰਹਿੰਦਾ ਹੈ। ਸਾਧੂ ਕਹੋ ਸਵਾਦੂ ਭੋਲੇ ਭਾਲੇ ਚੇਲਿਆਂ ਨੂੰ ਫਸਾਉਂਦੇ ਹਨ ਇਹ ਚੋਗਾ ਪਾ ਕੇ। ਸੰਤ ਤਿਨਾ ਨਾ ਆਖੀਐ ਸੇ ਬਨਾਰਸ ਕੇ ਠੱਗ, ਗੁਰ ਉਪਦੇਸ਼ ਤਾਂ ਅਸੀਂ ਭੁਲਾਇਆ ਹੈ, ਇਸੇ ਲਈ ਭਟਕ ਰਹੇ ਹਾਂ। ਅੱਜ ਦੇ ਸੰਤਾਂ ਦੀ ਸ਼ਰਨ ਤੋਂ ਤਾਂ ਯੋਜਨ ਪਰੇ ਜੋ ਰਹਿਣਗੇ ਉਹ ਬਚੇ ਰਹਿਣਗੇ। ਉਪਰੋਕਤ ਕੇਸ ਦੀ ਤਫਤੀਸ਼ ਬਹੁਤ ਔਖੀ ਹੋਵੇਗੀ, ਕਿਉਂਕਿ ਬੜੀਆਂ ਬੜੀਆਂ ਹਸਤੀਆਂ ਇਸ ਡੇਰੇ ਦੀਆਂ ਸ਼ਰਧਾਲੂ ਹਨ। ਅਸ਼ੋਕ ਸਿੰਘ ਬਾਗੜੀਆ। ਇਸ ਦੇ ਨਾਲ ਹੀ ਅੱਜ ਇਹ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਮੈਂ ਸੰਗਤ ਤੋਂ ਮਾਫੀ ਚਾਹੁੰਦੀ ਹਾਂ ਕਿ ਕਿਤਾਬ ਪੜ੍ਹਦੇ ਵੇਲੇ, ਗੁਰਬਾਣੀ ਦੀਆਂ ਤੁਕਾਂ ਪੜ੍ਹਦੇ ਵੇਲੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸੰਗਤ ਬਖਸ਼ਣਯੋਗ ਹੈ। ਤੇ ਜੇ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਹੋਵੇ ਤਾਂ ਇਹਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਲਾਈਕ ਵੀ ਜ਼ਰੂਰ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।